ਮੇਰਾ ਵਿਆਹ 2009 ਚ ਹੋਇਆ ਸੀ। 10-11 ਸਾਲ ਤਾਂ ਵਧੀਆ ਚੱਲਦੀ ਰਹੀ ਮੇਰੀ ਜ਼ਿੰਦਗੀ। 2020 ਦੇ ਵਿੱਚ ਮੇਰੇ ਹਸਬੰਡ ਬਾਹਰ ਚਲੇ ਗਏ ਕੈਨੇਡਾ। ਹੌਲੀ-ਹੌਲੀ ਇਹ ਦਿਲਾਸਾ ਦਿੰਦੇ ਗਏ ਕਿ ਚਲੋ ਮੈਂ ਤੈਨੂੰ ਬੁਲਾ ਲੈਣਾ ਹੈਗਾ, ਪਰ ਉਹਨਾਂ ਨੇ ਬਿਲਕੁਲ ਨਹੀਂ ਬੁਲਾਇਆ। ਇਹ ਕਹਿੰਦੇ ਨੇ ਮੇਰੀ ਫਾਈਲ ਨਹੀਂ ਲਾਈ, ਬਾਇਓਮੈਟ੍ਰਿਕ ਕਰਾ ਕੇ ਆਇਆ। ਮੈਂ ਤੁਹਾਨੂੰ ਕਹੀ ਜਾਂਦਾ, ਮੈਂ ਤੁਹਾਨੂੰ ਫਾਈਲ ਨੰਬਰ ਦੇਵਾਂਗਾ, ਰਿਫਿਊਜ਼ਲ ਲੈਟਰ ਦੇਵਾਂਗਾ। ਯਾਰ ਦੇ ਵਿੱਚ ਵੀ ਮੈਨੇ ਨਾਮ ਪਾਇਆ ਹੋਇਆ ਇਹਦਾ। ਯਾਰ ਮੈਂ ਕੀ ਦੱਸਾਂ। ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰਤੀ, ਬਹੁਤ ਜ਼ਿਆਦਾ ਟੌਰਚਰ ਕਰਨਾ ਸ਼ੁਰੂ ਕਰਤਾ। ਮੈਨੂੰ ਵੱਡਾ ਬੇਟਾ ਮੇਰੇ ਤੋਂ ਖੋਹ ਲਿਆ, ਮੇਰੇ ਤੋਂ ਛੋਟਾ ਵੀ ਖੋਹਣ ਨੂੰ ਫਿਰਦੇ ਹੈਗੇ। ਕੋਈ ਗੱਲ ਰੱਖੀ ਹੈ ਕਿ ਅਸੀਂ ਤਾਂ ਘਰੇ ਬਾੜਨੀ ਨਹੀਂ ਹੈਗੀ, ਮੁੰਡਾ ਵੀ ਦੋ ਤੇ 5 ਲੱਖ ਰੁਪਏ ਚੱਕੋ। 15 ਸਾਲਾਂ ਦਾ ਰਿਸ਼ਤਾ ਦੇਖ ਲਓ ਵੀਰੇ। ਮੇਰਾ ਬ੍ਰਦਰ ਹੈਂਡੀਕੈਪਟ ਹੈ, ਮੇਰੀ ਮਦਰ 60 ਸਾਲ ਦੀ ਉਮਰ ਹੈ ਨਾ, ਮੈਂ ਹੈ ਨਹੀਂ। ਤੁਸੀਂ ਮੇਰੀ ਏਦਾਂ ਫੈਮਿਲੀ ਨੂੰ ਕਿਵੇਂ ਹਰਾਸ਼ ਕਰ ਸਕਦੇ ਹੋ? ਤੁਹਾਨੂੰ ਵੀਡੀਓ ਦਿਖਾਊਂਗਾ, ਉਹਦੇ ਵਿੱਚ ਮੇਰੀ ਮਦਰ ਨੂੰ ਕਹਿ ਰਹੀ ਹੈ ਮੈਂ ਤੇਰੇ ਹੱਥ ਤੋੜ ਦੂੰਗੀ। 40% ਤਾਂ ਖਰਾਬ ਹੋ ਹੀ ਗਿਆ ਫੇਫੜਾ, ਵੀ ਇਹਦਾ ਹੌਲੀ-ਹੌਲੀ ਹੋਰ ਖਰਾਬ ਹੋ ਜਾਣਾ ਹੈਗਾ, ਏਦਾਂ ਹੀ ਇਹਨੇ ਮਰ ਜਾਣਾ। ਫਿਰ ਉਹਨਾਂ ਨੇ ਮੇਰੇ ਤੋਂ ਬਹੁਤ ਸਾਰੇ ਪੇਪਰਾਂ ਦੇ ਉੱਤੇ ਸਾਈਨ ਕਰਵਾਏ ਵੀ ਤੇਰੀ ਫਾਈਲ ਲਵਾਉਣੀ ਹੈ, ਇਹ ਕਹਿ ਕੇ ਮੈਨੂੰ ਫੋਨ ਕੀਤਾ ਉਹਨਾਂ ਨੂੰ ਐ ਸੀ ਵੀ ਇਹਨੇ ਤਾਂ ਬਚਣਾ ਨਹੀਂਗਾ, ਤੇ ਥਾਰ ਜੀਪ ਤੇ ਬੁਲਟ ਮੋਟਰਸਾਈਕਲ ਸਾਨੂੰ ਫ੍ਰੀ ਰਹਿ ਜਾਊਗਾ। 2.5 ਸਾਲ ਗੱਡੀ ਲਈ ਨੂੰ ਹੋ ਗਿਆ। ਗੱਡੀ ਦਾ ਮੈਂ 11 ਲੱਖ ਰੁਪਏ ਭਰ ਚੁੱਕਿਆ, ਜੋ ਕਿ ਇੱਕ ਪੈਣੀ ਮੇਰੇ ਅਕਾਊਂਟ 'ਚ ਜਾ ਰਹੀ ਹੈ। ਪਿਛਲੇ 14 ਸਾਲ ਦਾ ਰੈਕੋਰਡ ਦੇ ਦੂੰਗਾ ਜੇ ਇਹਦੇ ਘਰਦਿਆਂ ਨੇ ਕਦੇ ਜ਼ਿੰਦਗੀ 'ਚ ਇਹਦੇ ਅਕਾਊਂਟ ਦੇ ਵਿੱਚ 1 ਸੈਂਟ ਵੀ ਪਾਇਆ। ਮੈਨੂੰ ਮੇਰੇ ਜੇਠ ਨਾਲੋਂ ਅੱਡ ਕੀਤਾ ਜਾਵੇ। ਮੇਰੀ ਸੱਸ ਬੇਸ਼ੱਕ ਮੇਰੇ ਨਾਲ ਰਹਿ ਸਕਦੇ ਆ, ਪਰ ਮੈਂ ਜੇਠ ਨਾਲ ਨਹੀਂ ਰਹਿਣਾ ਚਾਹੁੰਦੀ। ਮੈਨੂੰ ਉਹਨਾਂ ਨਾਲੋਂ ਵੱਖ ਕੀਤਾ ਜਾਵੇ। ਹੋਰ ਹੀ ਟਾਈਪ ਦਾ ਦੇਖਣਾ ਝਾਕਣਾ, ਉਹਨਾਂ ਝਾਕਣੀ ਬਹੁਤ ਗਲਤ ਹੈ ਵੀਰੇ, ਇੰਨੀ ਗਲਤ ਝਾਕਣੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੇਰੇ ਵੱਡੇ ਬ੍ਰਦਰ ਨੇ ਇਹਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਮੁਕਤਸਰ ਵੂਮਨ ਸੈੱਲ ਦੇ ਵਿੱਚ ਸਾਡੇ ਤੇ ਕੇਸ ਲਾਇਆ। ਜਿਹੜੇ ਵੂਮਨ ਸੈੱਲ ਦੇ ਸੀਨੀਅਰ ਆਫੀਸਰ ਸੀਗੇ, ਉਹਨਾਂ ਨੇ ਲਿਖਿਆ ਵੀ ਕੁੜੀ ਸਾਰਿਆਂ ਵਿੱਚ ਝੂਠ ਬੋਲ ਰਹੀ ਹੈ, ਵੀ ਮੁੰਡੇ ਵਾਲੇ ਬਿਲਕੁਲ ਸਹੀ ਹੈ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਇੱਕ ਗੱਲ ਕਹਿੰਦੇ ਨੇ ਕਿ ਜਿਹੜੇ ਘਰ ਨੇ ਧੀ ਦੇਤੀ, ਉਹਨੇ ਸਭ ਕੁਝ ਦੇਤਾ, ਉਹ ਪਿੱਛੇ ਬਚੇ ਹੀ ਕੁਛ। ਧੀ ਦਾ ਰਿਸ਼ਤਾ ਮਾਪਿਆਂ ਦੇ ਨਾਲ ਬੜਾ ਗੂੜਾ ਹੁੰਦਾ ਹੈ, ਤੇ ਜਦੋਂ ਵਿਆਹ ਦਿੰਦੇ ਨੇ ਤਾਂ ਉਦੋਂ ਵੀ ਸੋਚ ਉਸ ਧੀ ਦੇ ਵਿੱਚ ਹੀ ਰਹਿੰਦੀ ਹੈ ਕਿ ਸਾਡੀ ਧੀ ਸੁਖੀ ਵਸਦੀ ਹੈ, ਸਾਡੀ ਧੀ ਕਿਵੇਂ ਵਸਦੀ ਹੈ, ਸਾਡੀ ਧੀ ਨੂੰ ਤੰਗ ਪਰੇਸ਼ਾਨ ਤਾਂ ਨਹੀਂ ਕਰਦੇ ਹੋਣਗੇ। ਤੇ ਪਰ ਉਦੋਂ ਧੀ ਦੇ ਪਰਿਵਾਰ ਤੇ ਜਿਹੜਾ ਉਹ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟਦਾ ਜਦੋਂ ਉਹ ਧੀ ਨੂੰ ਵਾਪਸ ਆਪਣੇ ਪੇਕੇ ਘਰੇ ਆ ਕੇ ਰਹਿਣਾ ਪੈਂਦਾ ਹੈ। ਸਭ ਕੁਝ ਹੁੰਦੇ ਸੁਣਦੇ। ਅੱਜ ਦੀ ਕਹਾਣੀ ਵੀ ਕੁਝ ਐਸੀ ਆ। ਮੇਰੇ ਨਾਲ ਭੈਣ ਸੋਨੀ ਹੈ। ਸੋਨੀ ਦਾ ਘਰ ਜਿਹੜਾ ਉਹ ਕੈਨੇਡਾ ਨੇ ਪੱਟਤਾ। ਕੈਨੇਡਾ ਬੜਿਆਂ ਦੇ ਲਈ ਜਿਹੜਾ ਹੈਗਾ ਉਹ ਮੁਲਕ ਬਣਿਆ ਜਿਹਨੇ ਬਹੁਤ ਕੁਝ ਦਿੱਤਾ, ਪਰ ਇਸ ਭੈਣ ਦਾ ਘਰ ਕੈਨੇਡਾ ਨੇ ਪੱਟਿਆ, ਕੈਨੇਡਾ ਨੇ ਬਰਬਾਦ ਕਰਤਾ। ਮੈਰਿਜ ਤੋਂ ਤਕਰੀਬਨ 9-10 ਸਾਲ ਬਾਅਦ ਭੈਣ ਦਾ ਘਰ ਵਾਲਾ ਜਿਹੜਾ ਉਹ ਵਿਦੇਸ਼ ਜਾਂਦਾ ਹੈ। ਵਿਦੇਸ਼ ਜਾ ਕੇ ਲਾਰਾ ਇਹੀ ਲਾਉਂਦਾ ਆ ਕਿ ਮੈਂ ਤੈਨੂੰ ਵੀ ਨਾਲ ਲੈ ਕੇ ਜਾਊਂਗਾ। ਨਾਲ ਲਿਜਾਣਾ ਤਾਂ ਕੀ ਸੀ। ਉਸ ਤੋਂ ਬਾਅਦ ਭੈਣ ਨੂੰ ਵੀ ਸਹੁਰੇ ਘਰ ਤੋਂ ਕੱਢ ਦਿੱਤਾ ਜਾਂਦਾ, ਬੇਦਖਲ ਕਰ ਦਿੱਤਾ ਜਾਂਦਾ ਕਿ ਭਾਈ ਤੂੰ ਸਾਡੀ ਲੱਗਦੀ। ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਕਰ ਦਿੱਤਾ ਜਾਂਦਾ। ਇਸ ਤਰ੍ਹਾਂ ਸਾਰੀ ਕਹਾਣੀ ਕੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ। ਭੈਣ ਮੇਰੇ ਨਾਲ ਆ, ਇਸ ਭੈਣ ਦਾ ਬ੍ਰਦਰ ਹੈ ਉਹ ਮੇਰੇ ਨਾਲ ਆ, ਪ੍ਰਧਾਨ ਸਾਹਿਬ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਆਰਐਮਬੀ। ਸਤਿ ਸ਼੍ਰੀ ਅਕਾਲ ਜੀ। ਜਸ ਭਾਈ ਸਤਿ ਸ਼੍ਰੀ ਅਕਾਲ। ਭੈਣੇ ਕਹਾਣੀ ਦੱਸਿਓ ਕਿ ਕਿਸ ਤਰ੍ਹਾਂ ਦੇ ਨਾਲ ਵਰਤਾਰਾ ਵਰਤਦਾ ਹੈ, ਸ਼ੁਰੂਆਤ ਕਿਵੇਂ ਹੋਇਆ ਸਭ ਕੁਝ? ਮੇਰਾ ਨਾਮ ਪਿੰਕੀ ਸੋਨੀ ਹੈ, ਵਾਈਫ ਆਫ ਰਣਜੀਤ ਸਿੰਘ ਉਰਫ ਬੋਬੀ। ਮੇਰਾ ਵਿਆਹ 2009 ਚ ਹੋਇਆ ਸੀ। 10-11 ਸਾਲ ਤਾਂ ਵਧੀਆ ਚੱਲਦੀ ਰਹੀ ਮੇਰੀ ਜ਼ਿੰਦਗੀ। ਫਿਰ 2011 ਦੇ ਵਿੱਚ ਮੇਰਾ ਵੱਡਾ ਬੇਟਾ ਹੋਇਆ, ਫਿਰ 2018 ਦੇ ਵਿੱਚ ਮੇਰਾ ਛੋਟਾ ਬੇਟਾ ਹੋਇਆ। ਮੇਰੇ 2 ਬੱਚੇ ਹੈ। 2020 ਦੇ ਵਿੱਚ ਮੇਰੇ ਹਸਬੈਂਡ ਬਾਹਰ ਚਲੇ ਗਏ ਕੈਨੇਡਾ। ਜਦੋਂ ਗਏ ਸੀ 15-20 ਦਿਨਾਂ ਦੀ ਰਿਟਰਨ ਟਿਕਟ ਲੈ ਕੇ ਗਏ ਸੀ, ਔਰ ਇਹ ਮੈਨੂੰ ਯਕੀਨ ਦਿਲਾ ਕੇ ਗਏ ਸੀ ਕਿ ਮੈਂ ਵਾਪਸ ਆ ਹੀ ਜਾਣਾ ਹੈਗਾ 1 ਮਹੀਨੇ ਦੇ ਵਿੱਚ। ਬਟ ਉਹ ਨਹੀਂ ਆਏ ਵਾਪਸ। ਫਿਰ ਉਸ ਤੋਂ ਬਾਅਦ ਮੈਨੂੰ ਹੌਲੀ-ਹੌਲੀ ਇਹ ਦਿਲਾਸਾ ਦਿੰਦੇ ਗਏ ਕਿ ਚਲੋ ਮੈਂ ਤੈਨੂੰ ਬੁਲਾ ਲੈਣਾ ਹੈਗਾ, ਆਪਾਂ ਸੈੱਟ ਹੋ ਜਾਾਂਗੇ, ਹੈ ਨਾ, ਵੀ ਮੈਂ ਤੈਨੂੰ ਬੁਲਾ ਹੀ ਲੈਣਾ, ਆਪਣੇ ਬੱਚਿਆਂ ਨੂੰ ਵੀ ਬੁਲਾ ਲੈਣਾ। ਤੇ ਇਸ ਲਾਰੇ ਵਿੱਚ ਮੈਨੂੰ ਰੱਖਿਆ, ਪਰ ਉਹਨਾਂ ਨੇ ਬਿਲਕੁਲ ਨਹੀਂ ਬੁਲਾਇਆ। ਉਸ ਤੋਂ ਬਾਅਦ
ਮੇਰੇ ਨਾਲ ਗੱਲਬਾਤ ਵੀ ਕਰਨੀ ਬੰਦ ਕਰਤੀ, ਘੱਟ ਕਰਤੀ, ਮਤਲਬ ਗਾਲੀ ਗਲੋਚ ਕਰਨ ਲੱਗ ਗਏ ਬਹੁਤ ਜ਼ਿਆਦਾ। ਮਤਲਬ ਉਹਨਾਂ ਦਾ ਸੁਭਾਅ ਇੰਨਾ ਚੇਂਜ ਹੋ ਗਿਆ ਨਾ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ ਵੀ ਇੰਨਾ ਚੇਂਜ ਹੋ ਜਾਣਗੇ। ਮੈਂ ਇਹਨੂੰ ਇੰਨਾ ਵੱਡਾ ਵਿਸ਼ਵਾਸ ਦੇ ਕੇ ਗਈ ਸੀ, ਬਟ ਉਹ ਇੱਕਦਮ ਚੇਂਜ ਹੋ ਗਏ। ਥੋੜਾ ਟਾਈਮ ਤਾਂ ਮੇਰੇ ਨਾਲ ਵਧੀਆ ਗੱਲ ਕਰਦੇ ਰਹੇ, ਉਸ ਤੋਂ ਬਾਅਦ ਚੇਂਜ ਹੋ ਗਿਆ ਇਹਨਾਂ ਦਾ ਸੁਭਾਅ। ਮੇਰੇ ਨਾਲ ਗੱਲਬਾਤ ਕਰਨੀ ਵੀ ਬੰਦ ਕਰਤੀ, ਮੈਨੂੰ ਗਾਲੀ ਗਲੋਚ ਕਰਨ ਲੱਗ ਗਏ। ਔਰ ਘਰ ਦੇ ਵਿੱਚ ਮੇਰਾ ਜੇਠ ਅਮਰਜੀਤ ਸਿੰਘ ਉਰਫ ਡੈਵੀ, ਮੇਰੀ ਸੱਸ ਸੁਰਿੰਦਰਪਾਲ ਕੌਰ, ਜਠਾਣੀ, ਇਹ ਸਾਰੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਇਹਨਾਂ ਨੇ। ਘਰ ਦੇ ਵਿੱਚ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰਤੀ, ਬਹੁਤ ਜ਼ਿਆਦਾ ਟੌਰਚਰ ਕਰਨਾ ਸ਼ੁਰੂ ਕਰਤਾ ਮੈਨੂੰ। ਮਤਲਬ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਕੀ ਕਹਿੰਦੇ ਹੁੰਦੇ ਸੀ, ਕੀ ਗੱਲ ਤੇ ਟੌਰਚਰ ਕਰਦੇ ਹੁੰਦੇ ਸੀ, ਕੀ ਕੋਈ ਮੰਗ ਕਰਦੇ ਸੀ ਜਾਂ ਕੀ ਕਹਿੰਦੇ ਕੀ ਸੀਗੇ? ਬਸ ਇਦਾਂ ਹੀ ਕਹਿੰਦੇ ਸੀਗੇ, ਜੇ ਮੈਂ ਬੱਚਿਆਂ ਨੂੰ ਝਿੜਕਣਾ ਤਾਂ ਬੱਚਿਆਂ ਨੂੰ ਨਹੀਂ ਝਿੜਕਣਾ, ਆਏ ਨਹੀਂ ਕਰਨਾ ਤੂੰ ਬੱਚੇ। ਮੈਂ ਜੇ ਆਪਣੇ ਬੇਟੇ ਨੂੰ ਵੀ ਝਿੜਕਦੀ ਸੀ, ਵੱਡੇ ਨੂੰ ਜਾਂ ਛੋਟੇ ਨੂੰ, ਤਾਂ ਮੇਰੀ ਰਿਕਾਰਡਿੰਗ ਕਰਕੇ ਫੋਨ ਦੇ ਉੱਤੇ ਮੇਰੇ ਹਸਬੈਂਡ ਨੂੰ ਭੇਜੀ ਜਾਂਦੀ ਸੀ। ਉਹਨੂੰ ਮੇਰੇ ਖਿਲਾਫ ਇੰਨਾ ਭੜਕਾਇਆ ਜਾਂਦਾ ਸੀ ਮੇਰੇ ਹਸਬੈਂਡ ਨੂੰ ਕਿ ਇਹਦੇ ਨਾਲ ਲੜੇ, ਪਿੰਕੀ ਨਾਲ, ਹੈ ਨਾ, ਬਹੁਤ ਵੱਧ ਤੋਂ ਵੱਧ ਇਹਨਾਂ ਲੜਾਈ ਹੋਵੇ, ਇਹਨਾਂ ਦੀ ਬਣੇ ਨਾ। ਉਹੀ ਗੱਲ ਉਹਨਾਂ ਨੇ ਉਹੀ ਕਰਵਾ ਕੇ ਛੱਡਿਆ, ਮੇਰੀ ਸੱਸ ਨੇ ਤੇ ਮੇਰੇ ਜੇਠ ਨੇ। ਅੱਛਾ, ਜਦੋਂ ਵਿਦੇਸ਼ ਦੇ ਵਿੱਚ ਗਿਆ ਇਹ ਤੁਹਾਡੇ ਹਸਬੈਂਡ ਜਾਂਦੇ ਆ, ਹਾਂਜੀ। ਕਿੰਨਾ ਸਮਾਂ ਤੁਹਾਡੇ ਨਾਲ ਗੱਲਬਾਤ ਰਾਬਤਾ ਹੁੰਦਾ ਰਿਹਾ, ਕਿੰਨਾ ਟਾਈਮ ਗੱਲਬਾਤ ਹੁੰਦੀ ਰਹੀ? ਥੋੜਾ ਟਾਈਮ ਤਾਂ ਹੁੰਦੀ ਰਹੀ, ਵਧੀਆ ਗੱਲਬਾਤ ਕਰਦੇ ਸੀ, ਇਹੀ ਦਿਲਾਸਾ ਦਿੰਦੇ ਸੀਗੇ ਕਿ ਤੈਨੂੰ ਮੈਂ ਲੈ ਹੀ ਜਾਣਾਗਾ। ਹੌਲੀ ਹੌਲੀ ਇਹਨਾਂ ਨੇ ਫੋਨ ਕਰਨਾ ਘਟਾਤਾ, ਗੱਲਬਾਤ ਕਰਨੀ ਘਟਾਤੀ। ਅਗਰ ਮੈਂ ਕੁਝ ਬੋਲਦੀ ਸੀ, ਕਹਿੰਦੀ ਸੀ, ਤਾਂ ਮੈਨੂੰ ਗਾਲੀ ਗਲੋਚ ਕਰਕੇ ਮੇਰਾ ਫੋਨ ਕੱਟ ਦਿੰਦੇ ਸੀ। ਹੁਣ ਮੇਰਾ ਨੰਬਰ ਬਿਲਕੁਲ ਹੀ ਬਲੌਕ ਕੀਤਾ ਹੋਇਆ ਹੁਣ ਮੈਨੂੰ 10-11 ਮਹੀਨੇ ਹੋ ਗਏ, ਮੈਂ ਆਪਣੇ ਪੇਕੇ ਘਰ 'ਚ ਹੀ ਬੈਠੀ ਹਾਂ ਔਰ ਉਹਨਾਂ ਨੇ ਬਿਲਕੁਲ ਹੀ ਨਹੀਂ ਗੱਲ ਕੀਤੀ ਮੇਰੇ ਨਾਲ। ਮੈंने ਪੁੱਛਿਆ ਨਹੀਂ ਜਦੋਂ ਗੱਲਬਾਤ ਕਰਦਾ ਸੀ ਜਾਂ ਗਾੜੀ ਗਲੋਚ ਤੁਹਾਡੇ ਵਿੱਚ ਹੁੰਦਾ ਸੀ, ਕੋਈ ਲੜਾਈ ਚਲੋ ਹੁੰਦੀ ਸੀ, ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਈ ਇੱਧਰ ਜਾ ਬਹੁਤ ਕੇ? ਵਾਰੀ, ਹਾਂਜੀ ਵੀਰੇ, ਬਹੁਤ ਵਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਬਟ ਮੈਨੂੰ ਕੋਈ ਰਾਹ ਨਹੀਂ ਪਾਉਂਦੇ ਸੀਗੇ। ਬਸ ਐਂ ਮਾੜੀ ਮਾੜੀ ਗੱਲ ਤੇ ਵੀ ਲੜਨਾ ਸ਼ੁਰੂ ਕਰ ਦੇਣਾ ਔਰ ਮੇਰੇ ਨਾਲ ਗਾਲੀ ਗਲੋਚ ਕਰਨਾ, ਮਤਲਬ ਬਹੁਤ ਗੰਦੀਆਂ ਗਾਲਾਂ ਕੱਢਣੀਆਂ ਤੇ ਫੋਨ ਕੱਟ ਦੇਣਾ। ਘਰ ਦੇ ਵਿੱਚ ਕੋਈ ਗੱਲ ਹੋਣੀ ਤਾਂ ਅਗਰ ਮੈਂ ਸਹੀ ਹੁੰਦੀ ਸੀ ਤਾਂ ਮੇਰੀ ਸੱਸ ਤੇ ਜੇਠ ਮੈਨੂੰ ਗਲਤ ਬਣਾ ਦਿੰਦੇ ਸੀਗੇ ਔਰ ਉਹ ਮੇਰੇ ਹਸਬੈਂਡ ਦੇ ਸਾਹਮਣੇ ਮਤਲਬ ਮੈਨੂੰ ਗਲਤ ਬਣਾ ਕੇ ਉਹਨਾਂ ਤੋਂ ਮੇਰੇ ਨਾਲ ਲੜਾਈ ਕਰਵਾਉਂਦੇ ਕਿ ਪਿੰਕੀ ਐਂ ਕਰਦੀ ਹੈ, ਪਿੰਕੀ ਇੱਦਾਂ, ਪਿੰਕੀ ਜਵਾਕਾਂ ਨੂੰ ਝਿੜਕਦੀ ਹੈ, ਜਦ ਕਿ ਮੈਂ ਉਹਦੇ ਬੱਚਿਆਂ ਨੂੰ ਕਦੇ ਵੀ ਕੁਝ ਕਹਿੰਦੀ ਨਹੀਂ ਸੀਗੀ ਬਿਲਕੁਲ ਵੀ। ਬਸ ਇੱਦਾਂ ਲੜਾਈ ਕਰਵਾ ਦਿੰਦੇ ਸੀ ਸਾਡੀ ਦੋਨਾਂ ਦੇ ਵਿੱਚ, ਆਪਸ ਦੇ ਵਿੱਚ। ਮੇਰੇ ਹਸਬੈਂਡ ਮੇਰੇ ਨਾਲ ਤਾਂ ਗੱਲ ਨਹੀਂ ਕਰਦੇ ਹੁੰਦੇ ਸੀ, ਲੇਕਿਨ ਮੇਰੀ ਸੱਸ ਤੇ ਮੇਰੇ ਜੇਠ ਨਾਲ ਤਾਂ 2-2 ਘੰਟੇ ਗੱਲ ਕਰਦੇ ਹੁੰਦੇ ਸੀ ਫੋਨ ਦੇ ਉੱਤੇ। ਔਰ ਮੇਰੇ ਤੋਂ ਬਹੁਤ ਪਰੇ ਜਾ ਕੇ, ਮਤਲਬ ਮੇਰੇ ਤੋਂ ਤਾਂ ਬਹੁਤ ਦੂਰ ਕਿਸੇ ਹੋਰ ਰੂਮ 'ਚ ਬਹਿ ਜਾਣਾ, ਕਈ ਵਾਰੀ ਗੱਡੀ ਦੇ ਵਿੱਚ ਬਹਿ ਜਾਣਾ, ਗੱਡੀ ਦੇ ਵਿੱਚ ਬਹਿ ਕੇ ਗੱਲਾਂ ਕਰਨੀਆਂ ਇਹਨਾਂ ਨੇ। ਮੇਰੇ ਸਾਹਮਣੇ ਕਦੇ ਗੱਲ ਨਹੀਂ ਕਰਦੇ ਸੀਗੇ। ਤੁਹਾਡੇ ਸਾਹਮਣੇ ਕਦੇ ਗੱਲ ਨਹੀਂ ਕਰਦੇ ਸੀ? ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਘਰ ਦੇ ਵਿੱਚੋਂ ਫਿਰ ਕੱਢਦਾ ਕੌਣ ਆ? ਜਿਵੇਂ ਤੁਸੀਂ ਕਹਿੰਦੇ ਉਸ ਤੋਂ ਬਾਅਦ ਮੈਨੂੰ ਘਰ ਦੇ ਵਿੱਚੋਂ ਕੱਢਦੇ, ਮੈਂ 10-11 ਮਹੀਨੇ ਹੋ ਗਏ ਹੁਣ ਇੱਥੇ, ਫਿਰ ਘਰ ਦੇ ਵਿੱਚੋਂ ਕੱਢਦਾ ਕੌਣ ਆ ਤੁਹਾਨੂੰ? ਮੇਰਾ ਜੇਠ। ਮੇਰੇ ਜੇਠ ਨੇ ਮੈਨੂੰ ਕੁੱਟ ਮਾਰ ਕੇ, ਮੇਰੀ ਸੱਸ ਨੇ, ਮੇਰੀ ਜਠਾਣੀ ਨੇ, ਇਹਨਾਂ ਤਿੰਨਾਂ ਦਾ ਰੋਲ ਹੈਗਾ। ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਇਹਨਾਂ ਨੇ ਆਖਿਰਕਾਰ ਮੈਨੂੰ ਘਰੋਂ ਕੱਢ ਕੇ ਦਮ ਦਿੱਤਾ ਹੈਗਾ। ਇਹਨਾਂ ਨੇ ਤੁਹਾਨੂੰ ਮੈਂ ਕਿਵੇਂ ਕਹਾਂ, ਇੰਨਾ ਜ਼ਿਆਦਾ ਮੈਨੂੰ ਤੰਗ ਪਰੇਸ਼ਾਨ ਕੀਤਾ, ਮੇਰੇ ਫੇਫੜੇ ਵਿੱਚ ਪਾਣੀ ਪੈ ਗਿਆ ਸੀਗਾ, ਪਾਣੀ ਪੈ ਗਿਆ। ਉਸ ਤੋਂ ਬਾਅਦ ਇਹਨਾਂ ਨੇ ਮੇਰੀ ਕੋਈ ਟ੍ਰੀਟਮੈਂਟ ਨਹੀਂ ਕਰਵਾਇਆ, ਕੋਈ ਮੈਨੂੰ ਦਵਾਈ ਨਹੀਂ ਦਵਾਈ। ਮੈਂ ਆਪਣੇ ਪੇਰੈਂਟਸ ਨੂੰ ਦੱਸਿਆ, ਮੰਮੀ ਤੇ ਆਪਣੇ ਬ੍ਰਦਰ ਨੂੰ ਦੱਸਿਆ, ਇਹਨਾਂ ਨੇ ਦਵਾਈ ਦਵਾਈ, ਇਹਨਾਂ ਨੇ ਮੇਰਾ ਟ੍ਰੀਟਮੈਂਟ ਸ਼ੁਰੂ ਕਰਵਾਇਆ। ਜਦੋਂ ਦਵਾਈ ਖਤਮ ਹੋ ਜਾਂਦੀ ਸੀ ਵਿਚਾਰੇ ਇਹ ਜਾਂਦੇ, ਮੈਨੂੰ ਉੱਥੇ ਜਾ ਕੇ ਮੈਨੂੰ ਦਵਾਈ ਦਵਾ ਕੇ ਲਿਆਂਦੇ। ਤੇ ਫਿਰ ਜਦੋਂ ਦਵਾਈ ਖਤਮ ਹੋ ਜਾਂਦੀ, ਮੈਂ ਆਪਣੀ ਸੱਸ ਨੂੰ ਕਹਿੰਦੀ, ਮੰਮੀ ਦਵਾਈ ਖਤਮ ਹੋ ਗਈ, ਮੈਨੂੰ ਦਵਾਈ ਦਵਾ ਦਿਓ, ਖਤਮ ਹੋ ਗਈ, ਤਾਂ ਦਵਾਉਂਦੇ ਹੀ ਨਹੀਂ ਸੀ। ਜੇ ਮੈਂ ਆਪਣੇ ਹਸਬੈਂਡ ਨੂੰ ਫੋਨ ਕਰਦੀ ਸੀ, ਉਹ ਵੀ ਮੇਰੀ ਕੋਈ ਗੱਲ ਨਹੀਂ ਸੁਣਦੇ ਸੀ। ਹਾਲਾਂਕਿ ਫਿਰ ਮੇਰੇ ਪੇਰੈਂਟਸ ਆਉਂਦੇ, ਫਿਰ ਮੈਨੂੰ ਦਵਾਈ ਦਵਾਉਂਦੇ ਤੇ ਫਿਰ ਮੈਨੂੰ ਦਵਾਈ ਦਵਾ ਕੇ ਉੱਥੇ ਮੈਨੂੰ ਛੱਡ ਕੇ ਜਾਂਦੇ। ਤੁਹਾਡੇ 2 ਬੱਚੇ ਨੇ, ਦੋਨੋਂ ਬੱਚੇ ਤੁਹਾਡੇ ਨਾਲ ਨੇ? ਨਹੀਂ, ਮੇਰਾ ਇੱਕ ਵੱਡਾ ਬੇਟਾ ਉੱਥੇ ਹੀ ਹੈਗਾ, ਵੱਡਾ, ਤੇ ਛੋਟਾ ਬੇਟਾ ਮੇਰੇ ਨਾਲ ਆਇਆ ਹੈਗਾ। ਉਹ ਕੀ ਕਾਰਨ ਉਹਨਾਂ ਨੇ ਰੱਖ ਲਿਆ? ਹਾਂਜੀ, ਉਹਨਾਂ ਨੇ ਵੱਡਾ ਬੇਟਾ ਮੇਰੇ ਤੋਂ ਖੋਹ ਲਿਆ, ਹੁਣ ਮੇਰੇ ਤੋਂ ਛੋਟਾ ਵੀ ਖੋਹਣ ਨੂੰ ਫਿਰਦੇ ਹੈਗੇ। ਨਾ ਹੀ ਮੇਰੇ ਵੱਡੇ ਬੇਟੇ ਨਾਲ ਮੇਰੀ ਗੱਲ ਕਰਵਾਉਂਦੇ, ਮੇਰੇ ਤੋਂ ਵੱਡਾ ਮੁੰਡਾ ਮੇਰੇ ਤੋਂ ਦੂਰ ਕਰਵਾਤਾ ਇਹਨਾਂ ਨੇ। ਗੱਲ ਤੱਕ ਵੀ ਨਹੀਂ ਕਰਵਾਉਂਦੇ? ਨਹੀਂ ਕਰਵਾਉਂਦੇ। ਉਹਦਾ ਦਿਲ ਲੱਗ ਜਾਂਦਾ ਉੱਥੇ? ਮਾਂ ਤੋਂ ਬਿਨਾਂ ਇੱਕ ਪੁੱਤ ਦਾ ਦਿਲ ਲੱਗ ਜਾਂਦਾ? ਇਹ ਤਾਂ ਮੈਨੂੰ ਪਤਾ ਨਹੀਂ, ਪਹਿਲਾਂ ਤਾਂ ਮੇਰਾ ਬਹੁਤ ਕਰਦਾ ਹੁੰਦਾ ਸੀ ਮੇਰਾ ਵੱਡਾ ਬੇਟਾ, ਪਰ ਹੁਣ ਤਾਂ ਜਦੋਂ ਦੀ ਮੈਂ ਇੱਥੇ ਆਈ ਹਾਂ ਮੇਰੇ ਨਾਲ ਗੱਲ ਵੀ ਨਹੀਂ ਕਰਦਾ। ਉਹਦੇ ਮਨ ਦੇ ਵਿੱਚ ਉਹਨੂੰ ਖਬਰ ਕੀ ਸਿਖਾਇਆ, ਕੀ ਭੜਕਾਇਆ ਮੇਰੇ ਖਿਲਾਫ ਉਹਨਾਂ ਨੇ, ਕੀ ਉਹਨੂੰ ਭਰਿਆ ਹੈਗਾ ਜੇ ਤੱਕ ਵੀ ਮੇਰੇ ਨਾਲ ਗੱਲ ਵੀ ਨਹੀਂ ਕਰਵਾਉਂਦੇ ਹੈਗੇ ਉਹਦੇ ਨਾਲ। ਤੁਹਾਡੇ ਖਿਲਾਫ ਪੂਰਾ? ਹਾਂਜੀ, ਪੂਰਾ ਭੜਕਾਤਾ ਮੇਰੇ ਖਿਲਾਫ।
ਪਰਿਵਾਰ ਨੇ ਕਦੇ ਕਹਿਣ ਦੀ ਕੋਸ਼ਿਸ਼ ਕੀਤੀ ਹੋ, ਪਰਿਵਾਰ ਇਕੱਠਾ ਹੋ ਕੇ ਉੱਥੇ ਗਿਆ ਹੋਵੇ ਕਿ ਭਾਈ ਸਾਡੀ ਧੀ ਦੇ ਨਾਲ ਇਦਾਂ ਕਿਉਂ ਕਰਦੇ ਹੋ? ਹਾਂਜੀ ਹੋਇਆ ਸੀ, ਇੱਕ ਵਾਰੀ ਗਏ ਸੀਗੇ ਉਦੋਂ ਤਾਂ ਮਤਲਬ ਕਹਿੰਦੇ ਕਿ ਨਹੀਂ ਇਦਾਂ ਕੁਝ ਨਹੀਂ, ਅਸੀਂ ਵਧੀਆ ਰਿਹਾ ਕਰਾਂਗੇ, ਇਦਾਂ ਮੰਨ ਕੇ ਸਾਰੀ ਗੱਲ ਵੀ ਨਹੀਂ ਆਪਾਂ ਗਾਂ ਤੋਂ ਅਸੀਂ ਇਦਾਂ ਨਹੀਂ ਕਰਦੇ, ਐ ਨਹੀਂ ਕਰਦੇ। ਫਿਰ ਉਸ ਤੋਂ ਬਾਅਦ ਬਸ ਥੋੜੇ ਦਿਨ ਹੀ ਸਹੀ ਰਹੇ, ਫਿਰ ਉਦਾਂ ਹੀ ਉਵੇਂ ਕਰਨ ਲੱਗ ਗਏ, ਟੌਰਚਰ ਕਰਨ ਲੱਗ ਗਏ, ਦਵਾਈ ਨਹੀਂ ਦਵਾਉਂਦੇ ਸੀ, ਐਵੇਂ ਕੁੱਟਮਾਰ ਕਰਨੀ ਸ਼ੁਰੂ ਕਰਤੀ, ਐਵੇਂ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ। ਮਤਲਬ ਹਰ ਪੱਖੋਂ ਉਹਨਾਂ ਨੇ ਮੈਨੂੰ ਇੰਨਾ ਟੌਰਚਰ ਕੀਤਾ ਨਾ, ਬਹੁਤ ਜ਼ਿਆਦਾ। ਜਦੋਂ ਮੈਨੂੰ ਆਪਣੇ ਆਪ ਨੂੰ ਇਹ ਲੱਗਿਆ ਕਿ ਹੁਣ ਮੈਂ ਇਸ ਤੋਂ ਬਾਅਦ ਜਿਉਂਦੀ ਨਹੀਂ ਬਚੂੰਗੀ, ਕਿਉਂਕਿ ਮੇਰਾ 40% ਫੇਫੜਾ ਖਰਾਬ ਹੋ ਚੁੱਕਿਆ ਸੀ ਪਾਣੀ ਕਰਕੇ। ਜਦੋਂ ਮੈਨੂੰ ਆਪਣੇ ਆਪ ਤੇ ਆਈ ਲੱਗਿਆ ਕਿ ਇਸ ਤੋਂ ਬਾਅਦ ਹੁਣ ਮੇਰੇ ਸਾਹ ਵੀ ਔਖਾ ਹੋਣ ਲੱਗ ਗਿਆ, ਔਰ ਇਹ ਦਵਾਈ ਨਹੀਂ ਦਵਾਉਂਦੇ ਸੀ, ਜਦੋਂ ਮੈਨੂੰ ਲੱਗਿਆ ਕਿ ਇਹ ਮੇਰਾ ਕੋਈ ਟ੍ਰੀਟਮੈਂਟ ਨਹੀਂ ਕਰਵਾਉਂਦੇ ਹੈਗੇ, ਫਿਰ ਮੈਂ ਆਪਣੇ ਪੇਰੈਂਟਸ ਕੋਲ ਇਹਨਾਂ ਨੂੰ ਦੱਸਿਆ ਕਿ ਮੈਨੂੰ ਤੁਸੀਂ ਦਵਾਈ ਦਵਾਓ, ਟ੍ਰੀਟਮੈਂਟ ਕਰਵਾਓ, ਵੀ ਮੇਰਾ ਸਾਹ ਔਖਾ ਹੁੰਦਾ। ਫਿਰ ਇਹਨਾਂ ਨੇ ਵਿਚਾਰਿਆਂ ਨੇ ਮੇਰਾ ਟ੍ਰੀਟਮੈਂਟ ਸ਼ੁਰੂ ਕਰਵਾਇਆ, ਇਹਨਾਂ ਨੇ ਦਵਾਈ ਦਵਾਈ ਮੈਨੂੰ, ਇਹਨਾਂ ਨੇ ਸਭ ਕੁਝ ਕੀਤਾ। ਬਿਮਾਰੀ 'ਚ ਵੀ ਕੁਝ ਦਵਾਈ ਕੁਝ ਨਹੀਂ ਦਵਾਇਆ ਮੈਨੂੰ, ਬਸ ਦੇਖਦੇ ਰਹੇ ਵੀ ਤੁਸੀਂ ਹਾਂਜੀ ਉਹਨਾਂ ਦਾ ਮਕਸਦ ਇਹ ਹੀ ਸੀ ਵੀ ਇਹ ਹੌਲੀ ਹੌਲੀ ਇਦਾਂ ਹੀ ਮਰ ਜਾਣਾ, ਵੀ 40% ਤਾਂ ਖਰਾਬ ਹੋ ਹੀ ਗਿਆ ਫੇਫੜਾ, ਵੀ ਇਹਦਾ ਹੌਲੀ ਹੌਲੀ ਹੋਰ ਖਰਾਬ ਹੋ ਜਾਣਾ ਹੈਗਾ, ਇਦਾਂ ਹੀ ਇਹਨੇ ਮਰ ਜਾਣਾ। ਫਿਰ ਉਹਨਾਂ ਨੇ ਮੇਰੇ ਤੋਂ ਬਹੁਤ ਸਾਰੇ ਪੇਪਰਾਂ ਦੇ ਉੱਤੇ ਸਾਈਨ ਕਰਵਾਏ। ਵੈਸੇ ਤਾਂ ਮੇਰੇ ਹਸਬੈਂਡ ਦਾ ਕਦੇ ਮੈਨੂੰ ਫੋਨ ਨਹੀਂ ਕੀਤਾ, ਉਹਨਾਂ ਨੇ ਕਦੇ ਮੇਰੇ ਨਾਲ ਗੱਲ ਨਹੀਂ ਕੀਤੀ ਸੀ। ਫਿਰ ਉਹਨਾਂ ਦਾ ਉਸ ਦਿਨ ਫੋਨ ਆਇਆ ਕਿ ਪਿੰਕੀ ਇੰਨੇ ਪੇਪਰਾਂ 'ਤੇ ਤੂੰ ਸਾਈਨ ਕਰ ਦੇ, ਹੈ ਨਾ, ਵੀ ਤੇਰੀ ਫਾਈਲ ਲਵਾਉਣੀ ਹੈ, ਇਹ ਕਹਿ ਕੇ ਮੈਨੂੰ ਫੋਨ ਕੀਤਾ ਉਹਨਾਂ ਨੇ। ਮੈਂ ਕਿਹਾ ਚਲੋ ਠੀਕ ਹੈ, ਵੀ ਮੇਰੀ ਫਾਈਲ ਲਵਾਉਣੀ ਹੁੰਦੀ, ਆਪਾਂ ਨੂੰ ਵਿਸ਼ਵਾਸ ਹੁੰਦਾ ਹੈ, ਕਿਉਂਕਿ 14-15 ਸਾਲ ਕੋਈ ਥੋੜੇ ਨਹੀਂ ਹੁੰਦੇ, 14-15 ਸਾਲਾਂ ਦਾ ਵਿਸ਼ਵਾਸ ਹੁੰਦਾ ਹੈਗਾ, ਹੈ ਨਾ। ਤੇ ਉਹ ਮੈਨੇ ਸਾਈਨ ਕਰਤੇ, ਔਰ ਉਹਨਾਂ ਨੇ ਫਿਰ ਮੈਨੂੰ ਪਤਾ ਨਹੀਂ ਕਿੱਥੇ ਲੈ ਗਏ, ਨਾਲ ਐਕਟਿਵਾ ਤੇ ਬਿਠਾ ਕੇ। ਸਾਡੇ ਘਰ 'ਚ ਮੇਰੀ ਨਨਾਣ ਦੀ ਬੇਟੀ ਆ, ਉਹ ਲੈ ਗਈ ਮੈਨੂੰ ਬਿਠਾ ਕੇ ਐਕਟਿਵਾ ਤੇ ਉਹ ਉੱਥੇ ਜਾ ਕੇ ਵੀ ਮੇਰੇ ਤੋਂ ਖਾਲੀ ਸਟਾਮਾਂ ਤੇ, ਬਹੁਤ ਸਾਰੇ ਸਟਾਮਾਂ ਤੇ ਮੇਰੇ ਤੋਂ ਸਾਈਨ ਕਰਵਾ ਲਏ। ਫਿਰ ਮੇਰੀ ਚੈੱਕ ਬੁੱਕਸ ਤੇ ਮੇਰੇ ਸਾਈਨ ਕਰਵਾ ਲਏ, ਮਤਲਬ ਬਹੁਤ ਜ਼ਿਆਦਾ ਸਾਈਨ ਕਰਵਾ ਲਏ। ਬਟ ਤੁਹਾਨੂੰ ਦੱਸਿਆ ਸੀ ਵੀ ਕਿਸ ਚੀਜ਼ ਦੇ ਲਈ ਸਾਈਨ ਇਹ ਹੋ ਰਹੇ ਆ? ਨਹੀਂ ਵੀਰੇ, ਮੈਨੂੰ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ, ਨਾ ਹੀ ਮੈਨੂੰ ਦੱਸਿਆ ਵੀ, ਮੈਨੂੰ ਸਿਰਫ ਇਹ ਗੱਲ ਦੱਸੀ ਸੀ ਵੀ ਤੇਰੀ ਅਸੀਂ ਫਾਈਲ ਲਵਾਉਣ ਲੱਗੇ ਆ। ਜਦ ਮੈਂ ਉਹਨਾਂ ਨੂੰ ਪੁੱਛਿਆ ਵੀ ਇੰਨੇ ਪੇਪਰਾਂ ਤੇ ਸਾਈਨ ਕਿਵੇਂ, ਉਹ ਕਹਿੰਦੇ ਸਾਰੇ ਇੰਨੇ ਪੇਪਰ ਬਾਹਰ ਹੀ ਚਾਹੀਦੇ ਹੈਗੇ, ਇਹ ਸਾਰੀ ਕਾਰਵਾਈ ਬਾਹਰ ਜਾਣ ਵਾਸਤੇ ਆਪਾਂ ਕਰੀ ਜਾਂਦੇ ਆਂਗੇ। ਤੇ ਇਸ ਕਰਕੇ ਉਹਨਾਂ ਨੇ ਮੇਰੇ ਤੋਂ ਇਸ ਕਹਿ ਕੇ ਸਾਈਨ ਕਰਵਾ ਲਏ। ਮੈਂ ਇਸ ਖੁਸ਼ੀ ਦੇ ਵਿੱਚ ਮੈਨੂੰ ਐ ਹੋ ਗਿਆ ਵੀ ਚੱਲ ਮੈਂ ਬਾਹਰ ਚਲੀ ਜਾਣਾ, ਸ਼ਾਇਦ ਮੇਰੇ ਹਸਬੈਂਡ ਮੈਨੂੰ ਵਧੀਆ ਬੁਲਾ ਰਹੇ ਆ, ਹੈ ਨਾ। ਤੇ ਮੈਨੇ ਉਸ ਐਕਸਾਈਟਡ ਹੋ ਕੇ ਮੈਨੇ ਸਾਈਨ ਕਰਤੇ। ਪਰ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ, ਜਦੋਂ ਇਹਨਾਂ ਨੇ ਥਾਰ ਗੱਡੀ ਲਿਆਂਦੀ ਘਰੇ, ਬੁਲਟ ਮੋਟਰਸਾਈਕਲ ਲਿਆਂਦਾ ਕਿਸ਼ਤਾਂ ਦੇ ਉੱਤੇ, ਤੇ ਮੈਂ ਫੋਟੋਆਂ ਮੈਂ ਆਪਣੇ ਬ੍ਰਦਰ ਨੂੰ ਪਾਈਆਂ। ਤੇ ਜਦੋਂ ਮੇਰੇ ਬ੍ਰਦਰ ਨੇ ਸਰਚ ਮਾਰ ਕੇ ਦੇਖਿਆ ਤਾਂ ਉਹ ਮੇਰੇ ਨਾਮ ਬੋਲਦਾ ਪਿਆ, ਥਾਰ ਗੱਡੀ, ਬੁਲਟ ਮੋਟਰਸਾਈਕਲ ਮੇਰੇ ਨਾਂ ਦੇ ਬੋਲਦੇ ਪਏ ਸੀਗੇ। ਤੁਹਾਡੇ ਨਾਮ ਤੇ ਕਢਵਾ ਲਏ? ਹਾਂਜੀ, ਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਸਾਈਨ ਹੀ ਉਹਨਾਂ ਨੇ ਮੇਰੇ ਤੋਂ ਤਾਂ ਕਰਵਾਏ ਹੈਗੇ, ਤਾਂ ਜੋ ਗੱਡੀ ਤੇ ਬੁਲਟ ਕਢਵਾ ਸਕੋ। ਉਹ ਮੇਰੇ ਨਾਂ ਤੇ ਕਿਸ਼ਤਾਂ ਤੇ ਕਢਵਾ ਲਈਆਂ ਉਹਨਾਂ ਨੇ। ਮਤਲਬ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਢਵਾ ਲਿਆ, ਫਿਰ ਉਹਨਾਂ ਨੇ ਬਿਲਕੁਲ ਹੀ ਹੱਦ ਹੀ ਪਾਰ ਕਰਤੀ, ਮੇਰਾ ਘਰ ਉਜਾੜ ਹੀ ਦਿੱਤਾ ਬਿਲਕੁਲ। ਇੰਨਾ ਕੁ ਮੈਂ ਆਪਦੇ ਆਪ ਨੂੰ ਰੋਕ ਕੇ ਰੱਖਿਆ ਉਸ ਘਰ ਦੇ ਵਿੱਚ ਕਿ ਨਹੀਂ, ਮੇਰੇ ਬੱਚੇ ਹੈ 2, ਮੈਂ ਆਪਦਾ ਘਰ ਖਰਾਬ ਨਹੀਂ ਕਰਨਾ ਹੈਗਾ। ਮੈਂ ਉਹ ਤੰਗੀ ਵੀ ਕੱਟ ਲੂੰਗੀ, ਕੋਈ ਗੱਲ ਨਹੀਂ, ਵੀ ਮੈਂ ਤੰਗੀ ਵੀ ਕੱਟੀ ਜਾਊਂਗੀ। ਬੋਲਦੇ ਕੋਈ ਗੱਲ ਨਹੀਂ, ਲੜੀ ਜਾਣ ਦੋ, ਪਰ ਮੈਂ ਨਹੀਂ। ਪਰ ਉਹਨਾਂ ਨੇ ਮੈਨੂੰ ਇੰਨਾ ਕੁ ਜ਼ਿਆਦਾ ਉਹ ਕਰਤਾ ਨਾ ਕਿ ਮੈਨੂੰ ਆਖਿਰਕਾਰ ਧੱਕੇ ਮਾਰ ਕੇ, ਕੁੱਟ ਮਾਰ ਕੇ ਮੈਨੂੰ ਘਰੋਂ ਹੀ ਕੱਢਤਾ। ਉਹਨਾਂ ਦੀ ਸਾਜ਼ਿਸ਼ ਹੀ ਇਹ ਸੀਗੀ ਵੀ ਘਰੋਂ ਕੱਢਣਾ। ਹਾਂਜੀ, ਘਰੋਂ ਕੱਢਣਾ, ਵੀ ਸਾਈਨ ਕਰਵਾ ਲੇ ਤੇ ਹੁਣ ਇਹਨੇ ਤਾਂ ਮਾਰ ਹੀ ਜਾਣਾਗਾ। ਇਸ ਕਰਕੇ ਉਹਨਾਂ ਨੇ ਮੇਰੇ ਤੋਂ ਸਾਈਨ ਕਰਵਾ ਲਏ ਤੇ ਮੇਰੇ ਨਾਂ ਤੇ ਗੱਡੀਆਂ ਕਢਵਾ ਲਈ ਤੇ ਬੁਲਟ ਮੋਟਰਸਾਈਕਲ ਕਢਵਾ ਲਿਆ। ਔਰ ਮੇਰੇ ਨਾਂ ਜੋ ਮੇਰੇ ਚੈਕਸ ਬੁੱਕਸ ਸੀਗੀਆਂ, ਹੈ ਨਾ, ਉਹਨਾਂ ਤੇ ਸਾਈਨ ਕਰਵਾ ਲਏ, ਚੈੱਕਾਂ ਤੇ, ਕਈ ਚੈੱਕਾਂ ਤੇ ਸਾਈਨ ਕਰਵਾ ਲਏ, ਖਾਲੀ ਚੈੱਕਾਂ ਤੇ। ਔਰ ਫਿਰ ਉਹਨਾਂ ਨੇ ਮੇਰਾ ਜਿਹੜਾ ਕ੍ਰੈਡਿਟ ਕਾਰਡ ਸੀ, ਹੈ ਨਾ, ਡੈਬਿਟ ਕਾਰਡ, ਸਾਰੇ ਮੇਰੇ ਡਾਕੂਮੈਂਟਸ, ਮੇਰੇ ਪੜ੍ਹਾਈ ਦੇ ਸਰਟੀਫਿਕੇਟ ਵਗੈਰਾ, ਮੇਰਾ ਪਾਸਪੋਰਟ, ਮੇਰਾ ਸਭ ਕੁਝ ਮੇਰੀ ਸੱਸ ਕੋਲੇ ਹੈ। ਉਹਨਾਂ ਨੇ 2 ਲੱਖ ਰੁਪਇਆ ਮੇਰੇ ਕ੍ਰੈਡਿਟ ਕਾਰਡ 'ਚੋਂ ਖਾ ਲਿਆ, ਜੁੰਬੋ ਕਾਰਡ 'ਚੋਂ ਖਾ ਲਏ, ਮੇਰੇ ਨਾਂ ਤੇ ਪੈਸੇ ਚੱਕ ਲਏ। ਮਤਲਬ ਮੈਨੂੰ ਹਰ ਪੱਖੋਂ ਉਹਨਾਂ ਨੇ ਫਸਾਉਣ ਦੀ ਸਾਜ਼ਿਸ਼ ਰਚੀ, ਮੈਨੂੰ ਕਿਸੇ ਪੱਖੋਂ ਉਹਨਾਂ ਨੇ ਛੱਡਿਆ ਹੀ ਨਹੀਂ ਹੈਗਾ ਕਿ ਇਹ ਬਚ ਜੇ। ਇਹ ਚੀਜ਼ ਦਾ ਤੁਹਾਡੇ ਹਸਬੈਂਡ ਨੂੰ ਪਤਾ? ਹਾਂਜੀ, ਉਹਨਾਂ ਨੂੰ ਪਤਾ। ਉਹ ਪੂਰੇ ਇਸ ਸਾਜ਼ਿਸ਼ ਦੇ ਵਿੱਚ ਰਚੇ ਹੋਏ ਹੈਗੇ ਪੂਰੇ, ਤੁਹਾਡੇ ਹਸਬੈਂਡ ਦੀ? ਹਾਂਜੀ। ਜਦੋਂ 14-15 ਸਾਲ ਤੁਸੀਂ ਇਕੱਠੇ ਰਹੇ ਹੋ, ਤੁਸੀਂ ਕਿਹਾ ਕਿ ਮੈਨੂੰ ਵਿਸ਼ਵਾਸ ਸੀ ਕਿ ਮੈਨੂੰ ਉੱਧਰ ਬੁਲਾਊਗਾ, ਤਾਂ ਉਹਨਾਂ 14-15 ਸਾਲਾਂ ਦੇ ਵਿੱਚ ਵੀ ਕੁਝ ਇਦਾਂ ਦਾ ਹੋਇਆ ਕਿ ਤੁਹਾਨੂੰ ਲੱਗਿਆ ਕਿ ਯਾਰ ਇਹ ਕਿਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਗਿਆ, ਕੁਝ ਵੱਖਰਾ, ਜਿਵੇਂ ਤੁਸੀਂ ਕੁੱਟਮਾਰ ਦੀ ਗੱਲ ਕਰੀ ਆ ਕਿ ਉਸ ਤੋਂ ਬਾਅਦ ਤੁਹਾਡੇ? ਹਾਂਜੀ, ਮੈਂ ਆਪਣੇ ਹਸਬੈਂਡ ਨਾਲ ਗੱਲ ਕਰਦੀ ਸੀ ਵੀ ਮੰਮੀ ਹਰੇ ਇਦਾਂ ਕਿਉਂ ਕਰਨ ਲੱਗ ਗਏ ਮੇਰੇ ਨਾਲ।
ਜਦੋਂ ਤੁਸੀਂ ਸੀਗੇ ਉਦੋਂ ਵਧੀਆ ਸੀਗੇ, ਪਰ ਤੁਹਾਡੇ ਜਾਣ ਤੋਂ ਬਾਅਦ ਇਹ ਇਦਾਂ ਕਿਉਂ ਕਰਨ ਲੱਗ ਗਏ ਮੇਰੇ ਨਾਲ? ਉਹ ਉਲਟਾ ਮੈਨੂੰ ਕਹਿੰਦੇ ਕਿ ਇਹ ਤਾਂ ਤੇਰੇ ਨਾਲ ਹੁਣ ਇਦਾਂ ਹੀ ਕਰਨਗੇ। ਤੁਹਾਡੇ ਹਸਬੰਡ? ਹਾਂਜੀ। ਕਿਉਂ? ਉਹੀ ਤਾਂ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਖੁਦ ਇਹ ਗੱਲ ਕਹਿ ਰਹੇ ਹੋ ਮੈਨੂੰ? ਕਹਿੰਦੇ ਤੇਰੇ ਨਾਲ ਤਾਂ ਇਦਾਂ ਹੀ ਹੋਊਗਾ ਤੇ ਮੈਂ ਵੀ ਤੇਰੇ ਨਾਲ ਇਦਾਂ ਹੀ ਕਰਨਾ ਹੈ। ਹੁਣ ਬਸ ਅੱਜ ਤੋਂ ਬਾਅਦ ਨਾ ਤੇਰੇ ਨਾਲ ਵੀ ਅਸੀਂ ਕੋਈ ਲਿੰਕ ਰੱਖਣਾ ਹੈਗਾ, ਤੈਨੂੰ ਅਸੀਂ ਘਰੋਂ ਕੱਢ ਕੇ ਦਮ ਲੈਣਾ। ਉਹਨਾਂ ਨੇ ਡਾਇਰੈਕਟਲੀ ਮੈਨੂੰ ਇਹ ਗੱਲ ਕਹਿਤਾ। ਇਹ ਗੱਲ ਡਾਇਰੈਕਟਲੀ ਕਰੀ? ਹਾਂਜੀ। ਜਦੋਂ ਪਹਿਲਾਂ ਤੁਸੀਂ ਇਕੱਠੇ ਰਹੇ ਹੋ ਭੈਣੇ 14 ਸਾਲ ਦੀ ਜਿਹੜੀ ਜਦੋਂ ਮੈਂ ਗੱਲ ਕਰ ਰਿਹਾ, ਉਸ ਵੇਲੇ ਵੀ ਕੋਈ ਕੁੱਟਮਾਰ ਜਾਂ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਹੋਵੇ? ਉਸ ਵੇਲੇ ਹੋਇਆ ਸੀ ਕੁਝ ਐਸਾ ਜਦੋਂ ਜਦੋਂ ਤੁਹਾਡੇ ਹਸਬੰਡ ਤੁਹਾਡੇ ਨਾਲ ਰਹਿੰਦੇ ਸੀ? ਹਾਂਜੀ, ਉਦੋਂ ਮਤਲਬ ਇੰਨਾ ਨਹੀਂ ਕੁਝ ਹੁੰਦਾ ਸੀ, ਮਾੜਾ ਮੋਟਾ ਹੁੰਦਾ ਸੀ, ਜ਼ਿਆਦਾ ਕੁਝ ਨਹੀਂ ਹੁੰਦਾ ਸੀਗਾ। ਹਾਂਜੀ, ਉਦੋਂ ਕਦੇ ਕੋਈ ਬੱਚਾ ਪਿੱਛੇ ਜਾ ਕਿਦਾਂ ਉਂਝ ਹੋ ਜਾਂਦਾ ਸੀ, ਪਰ ਇੰਨਾ ਕੁਝ ਨਹੀਂ ਮੈਂ ਸੋਚਿਆ ਸੀ ਵੀ ਇੰਨਾ ਕੁਝ ਹੋ ਜਾਊਗਾ ਉਹਨਾਂ ਦੇ ਜਾਣ ਤੋਂ ਬਾਅਦ। ਉਹਨਾਂ ਦੀ ਵੀ ਧੀ ਤਾਂ ਹੋਣੀ ਹੈ ਉਸ ਪਰਿਵਾਰ ਦੇ ਵਿੱਚ ਵੀ? ਹਾਂਜੀ ਹੈਗੀ। ਤੁਸੀਂ ਨਹੀਂ ਕਿਹਾ ਕਿ ਮੈਂ ਵੀ ਇੱਕ ਪਰਿਵਾਰ ਦੀ ਧੀ ਹਾਂ ਤੇ ਆ ਵੀ ਤੁਹਾਡੀ ਧੀ ਹੈ, ਜੇ ਇਹੀ ਤੁਹਾਡੀ ਧੀ ਦੇ ਨਾਲ ਹੋਵੇ ਫਿਰ? ਮੈਨੇ ਵੀਰੇ ਬਹੁਤ ਕੁਝ ਕਿਹਾ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਉਹਨਾਂ ਨੇ ਮੈਨੂੰ ਉਜਾੜ ਕੇ ਦਮ ਲਿੱਤਾ। ਉਹਨਾਂ ਨੇ ਮੇਰਾ ਘਰ ਉਜਾੜਤਾ, ਮੇਰਾ ਘਰ ਖਰਾਬ ਕਰਤਾ ਬਿਲਕੁਲ। ਮੇਰਾ ਵੱਡਾ ਬੇਟਾ ਮੇਰੇ ਤੋਂ ਦੂਰ ਕਰਾਤਾ। ਹੁਣ ਮੇਰਾ ਛੋਟਾ ਵੀ ਲੈਣ ਨੂੰ ਫਿਰਦੇ ਹੈ ਕਿ ਮੈਂ ਕਿੱਥੇ ਜਾਵਾਂ, ਮੈਨੂੰ ਸਮਝ ਨਹੀਂ ਆਉਂਦੀ ਹੈਗੀ। ਕੀ ਕਹਿੰਦੇ ਛੋਟਾ ਬੇਟਾ ਵੀ ਦੇ ਦੂੰ? ਹਾਂ, ਹੁਣ ਕਹਿੰਦੇ ਛੋਟਾ ਵੀ ਅਸੀਂ ਲੈਣਾਗਾ। ਮੇਰੇ ਵੱਡੇ ਆਪਰੇਸ਼ਨ ਨਾਲ ਦੋਨੇ ਜਵਾਕ ਹੋਏ ਆ, ਮੈਂ ਕਿਵੇਂ ਦੇ ਦੇਵਾਂ? ਪਹਿਲਾਂ ਮੇਰੇ ਤੋਂ ਵੱਡਾ ਖੋਹ ਲਿਆ ਇਹਨਾਂ ਨੇ। ਮਾਂ ਤੋਂ ਇਦਾਂ ਕਿਵੇਂ ਹੋ ਸਕਦੇ ਆ? ਉਹ ਦੂਰ ਕਰਾਤਾ ਮੇਰੇ ਤੋਂ। ਹੁਣ ਉਹਦੇ ਨਾਲ ਮੇਰੀ ਗੱਲ ਵੀ ਨਹੀਂ ਕਰਵਾਉਂਦੇ ਹੈਗੇ, ਵੱਡੇ ਬੇਟੇ ਨਾਲ। ਵੱਡੇ ਬੇਟੇ ਦੇ ਨਾਲ? ਹਾਂਜੀ। ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ, ਮੈਂ ਸੋਚ ਵੀ ਨਹੀਂ ਸਕਦੀ। ਮੇਰੇ ਨਾਂ ਤੇ ਹੀ ਉਹਨਾਂ ਨੇ ਪੈਸੇ ਚੱਕ ਲਏ ਥਾਂ ਤੋਂ। ਮਤਲਬ ਮੇਰੇ ਤੋਂ ਸੋਚ ਵੀ ਨਹੀਂ ਸਕਦੀ ਸੀ ਵੀ ਇੰਨੇ ਸਾਲਾਂ ਬਾਅਦ ਇਹ ਮੈਨੂੰ ਇੰਨਾ ਵੱਡਾ ਧੋਖਾ ਕਰਨਗੇ ਮੇਰੇ ਨਾਲ। ਮੇਰੀ ਜ਼ਿੰਦਗੀ ਖਰਾਬ ਕਰਤੀ ਵੀਰੇ ਇਹਨਾਂ ਨੇ, ਬਿਲਕੁਲ ਰੋਲਤਾ ਮੈਨੂੰ। ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਕਰਤਾ ਇਹਨਾਂ ਨੇ। ਕਿੰਨਾ ਸਮਾਂ ਹੋ ਗਿਆ ਇੱਥੇ ਤੁਹਾਨੂੰ ਹੁਣ? ਵੀਰੇ 10-11 ਮਹੀਨੇ ਹੋ ਗਏ ਮੈਨੂੰ, ਸਾਲ ਵਾਂਗੂ ਹੀ ਹੋ ਚੱਲਿਆ ਇੱਥੇ ਬੈਠੀ ਨੂੰ। 10-11 ਮਹੀਨੇ ਚ ਕਦੇ ਸਮਝੌਤੇ ਆ ਦੇ ਲਈ ਕੋਸ਼ਿਸ਼ ਕੀਤੀ ਹੈ ਕਿ ਭਾਈ ਕੁਝ ਹੋਇਆ ਗੱਲਬਾਤ 10-11 ਮਹੀਨੇ ਦੇ ਵਿੱਚ? ਚਲੋ ਤੁਹਾਡਾ ਨੰਬਰ ਬਲੌਕ ਦੇ ਵਿੱਚ ਆ, ਹੋਰ ਨੰਬਰ ਤੋਂ ਤੁਹਾਡੇ ਹਸਬੈਂਡ ਦੇ ਨਾਲ ਗੱਲਬਾਤ ਕਦੇ ਕੀਤੀ ਹੋਵੇ? ਹੋਈ ਆ? ਅੱਜ ਵੀਰੇ ਅਸੀਂ ਕਰਵਾਇਆ ਸੀਗਾ, ਮਤਲਬ ਫੋਨ ਕਿ ਚੱਲ ਵੀ ਕਰ ਲਓ, ਸੈਟਿੰਗ ਹੋ ਜੇ, ਚੱਲ ਮੇਰਾ ਘਰ ਵਸਿਆ ਰਹਿ ਜੇ, ਨਾ ਉਜੜੇ ਇੱਦਾਂ। ਮੈਨੇ ਵੀ ਬਹੁਤ ਕੋਸ਼ਿਸ਼ ਕੀਤੀ, ਬਟ ਉਹ ਜਦੋਂ ਵੀ ਉਹਨਾਂ ਨੂੰ ਲੱਗਦਾ ਸੀ ਵੀ ਇੱਧਰੋਂ ਫੋਨ ਕੀਤਾ ਕਿਸੇ ਨੇ ਤੇ ਨਾਲ ਦੀ ਨਾਲ ਫੋਨ ਕੱਟ ਕਰ ਦਿੰਦੇ ਸੀ। ਗੱਲ ਹੀ ਨਹੀਂ ਸੁਣਦੇ ਸੀ ਵੀਰੇ ਕਿਸੇ ਦੀ। ਫੋਨ ਕੱਟ ਕਰਦੇ? ਹਾਂਜੀ। ਜਿਵੇਂ ਤੁਸੀਂ ਕਹੋ ਛੋਟਾ ਬੇਟਾ ਵੀ ਲੈਣ ਨੂੰ ਫਿਰਦੇ ਆ, ਹੁਣ ਕੁਝ ਕਹਿੰਦੇ ਤਾਂ ਹੋਣਗੇ, ਕੁਝ ਤਾਂ ਕਹਿੰਦੇ ਹੋਣਗੇ ਵੀ ਅਸੀਂ ਰੱਖਣਾ, ਅਸੀਂ ਨਹੀਂ ਰੱਖਣਾ, ਜਾਂ ਛੋਟਾ ਕੀ ਕਹਿੰਦੇ? ਕੀ ਅਸੀਂ ਧੂਰੀ ਗਏ ਸੀ, ਸਾਡੇ 7-8 ਗੇੜੇ ਲੱਗ ਚੁੱਕੇ ਹੈਗੇ ਧੂਰੀ ਡੀਐਸਪੀ ਸਾਹਿਬ ਦੇ। ਉੱਥੇ ਜਦੋਂ ਵੀ ਅਸੀਂ ਜਾਂਦੇ ਆਂਗੇ ਹਨਾ, ਬਸ ਮੇਰਾ ਜੇਠ ਆਂਦਾ ਅਮਰਜੀਤ ਸਿੰਘ ਡੈਵੀ, ਔਰ ਮਾਸੀ ਦਾ ਮੁੰਡਾ ਆਂਦਾ ਹੈਗਾ ਗਗਨ ਤਲਵੰਡੀ ਸਾਬੋ ਤੋਂ। ਇਹ ਦੋਨੇ ਹੀ ਆਂਦੇ ਆ ਉੱਥੇ। ਉਹਨਾਂ ਨੇ ਹਰ ਵਾਰੀ ਇੱਕੋ ਹੀ ਗੱਲ ਰੱਖੀ ਆ ਕਿ ਅਸੀਂ ਤਾਂ ਘਰੇ ਵਾੜਨੀ ਨਹੀਂ ਹੈਗੀ, ਅਸੀਂ ਤਾਂ ਘਰੇ ਵਾੜਨੀ ਨਹੀਂ ਹੈਗੀ। ਮੁੰਡਾ ਵੀ ਦੋ ਤੇ 5 ਲੱਖ ਰੁਪਏ ਚੱਕੋ। ਅੱਛਾ, 5 ਲੱਖ? ਹਾਂਜੀ ਵੀਰੇ, ਇੱਜ਼ਤ ਖਰੀਦਣ ਨੂੰ ਫਿਰਦੇ ਆ? ਹਾਂਜੀ ਵੀਰੇ, ਦੇਖ ਲਓ 15 ਸਾਲਾਂ ਦਾ ਰਿਸ਼ਤਾ ਦੇਖ ਲਓ ਵੀਰੇ। 5 ਲੱਖ? ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਕਿ ਖਾਸ ਕਰ ਚਲੋ ਤੁਸੀਂ ਬਾਹ ਫੜੀ ਹੈ ਇਹਨਾਂ ਦੀ, ਜਿਵੇਂ ਭੈਣ ਨੇ ਲਾਸਟ ਗੱਲ ਅਖੀਰੀ ਗੱਲ ਆ ਜਿਹੜੀ ਉਹ ਮੇਰੇ ਵੀ ਲੂੰ ਕੰਡੇ ਖੜੇ ਕਰ ਗਈ ਕਿ 5 ਲੱਖ ਦੇ ਵਿੱਚ ਇੱਕ ਘਰ ਦੀ ਇੱਜ਼ਤ ਖਰੀਦਣ ਨੂੰ ਫਿਰਦੇ। ਜਸ ਵੀਰੇ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਇਸ ਭੈਣ ਦੀ ਜਿਹੜੀ ਤੁਸੀਂ ਆਵਾਜ਼ ਚੱਕੀ ਆ। ਇਹ ਜਦੋਂ ਮੇਰੇ ਕੋਲੇ ਆਈ ਹੈ ਇਹ ਗੱਲ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਕੋਲੇ, ਤੇ ਅਸੀਂ ਇਹਨਾਂ ਨਾਲ ਧੂਰੀ ਜਾਂਦੇ ਆ ਡੀਐਸਪੀ ਸਾਹਿਬ ਦੇ। 5-4 ਗੇੜੇ ਸਾਡੇ ਵੱਜੇ ਆ, ਦੋਵਾਂ ਪਰਿਵਾਰਾਂ ਨੂੰ ਉੱਥੇ ਸੱਦਿਆ ਵੀ ਆ, ਪਰ ਉਧਰੋਂ ਕੋਈ ਪਰਿਵਾਰ ਕਿਹਨੂੰ ਸੱਦਿਆ, ਕੋਈ ਜ਼ਿੰਮੇਵਾਰ ਕੋਈ ਵੀ ਨਹੀਂ ਆਇਆ ਪਰਿਵਾਰ ਚੋਂ। ਇੱਕ ਜੇਠ ਆਉਂਦਾ, ਇੱਕ ਉਹਨਾਂ ਦੀ ਮਾਸੀ ਦਾ ਲੜਕਾ ਹੋਸ਼ਪੁਣੇ 'ਚ ਉਹ ਗੱਲਾਂ ਕਰਦਾ ਵੀ ਇੱਕ ਬੈਠ ਕੇ ਦੋ ਪਰਿਵਾਰਾਂ ਨੂੰ, ਜਦੋਂ ਆਪਾਂ ਦੇ ਆ ਵੀ ਦੋ ਪਰਿਵਾਰਾਂ ਦੇ ਵਿੱਚ ਪੰਚਾਇਤਾਂ ਬੈਠਦੀਆਂ, ਜ਼ਿੰਮੇਵਾਰ ਆਗੂ ਬੈਠਦੇ ਆ। ਸਾਡੇ 2 ਜ਼ਿਲ੍ਹਿਆਂ ਦੇ ਆਗੂ ਸੀ, ਸੰਗਰੂਰ ਦੇ ਤੇ ਮੁਕਤਸਰ ਦੇ, ਤੇ ਵੀ ਬੈਠ ਕੇ ਅਸੀਂ ਉਹਨੂੰ ਇਹਦੇ ਕੀ ਚਾਹੁੰਦੇ? ਅਸੀਂ ਆਖਿਆ ਵੀ ਅਸੀਂ ਤਾਂ ਬੇਟੀ ਨੂੰ ਵਸਾਉਣਾ ਚਾਹੁੰਦੇ ਆ। ਮੈਂ ਕਿਹਾ ਵੀ ਮੈਂ ਤਾਂ ਪੈਰੀਂ ਪੱਗ ਵੀ ਤੁਹਾਡੇ ਰੱਖ ਦੂੰਗਾ, ਹੱਥ ਵੀ ਬੰਨ੍ਹ ਦਿਆਂਗੇ ਵੀ ਇਹ ਬੇਟੀ ਨੂੰ ਵਸਾਓ, ਕਿਉਂ ਘਰ ਪੜਦੇ ਹੋ? ਇੱਕ ਅਫਸੋਸ ਦੀ ਗੱਲ ਆ ਵੀ ਜਿਹੜਾ ਇਹਨਾਂ ਦਾ ਜੇਠ ਸੀਗਾ ਉਹ ਬੋਲਦਾ ਆਦਾ ਜੀ ਨਹੀਂ 5 ਲੱਖ ਰੁਪਈਆ ਲਓ, ਬੱਚਾ ਸਾਡਾ ਵਾਪਸ ਦਿਓ ਤੇ ਗੱਲ ਖਤਮ ਕਰੋ। ਇੱਕ 15 ਸਾਲਾਂ ਦਾ ਰਿਸ਼ਤਾ, ਤੇ ਮੈਂ ਜਦੋਂ ਉਹਨੂੰ ਆਖਿਆ ਵੀ ਆਹ ਕੀ ਗੱਲ ਯਾਰ, ਤੇਰੀ ਗੱਲ ਦੀ ਤਾਂ ਤੁੱਕ ਹੀ ਨਹੀਂ ਬਣਦੀ, ਤੇਰਾ ਤਾਂ ਰੋਲ ਹੀ ਨਹੀਂ, ਜਿਹਦੇ ਨਾਲ ਵਿਆਹੀ ਆ ਆਹ ਗੱਲ ਤਾਂ ਉਹ ਵੀ ਨਹੀਂ ਕਹਿ ਸਕਦਾ। 15 ਸਾਲ ਹੋ ਗਏ ਵਿਆਹੀ ਨੂੰ,
ਤਲਾਕ ਹੁੰਦੇ ਵੀ ਵੇਖੇ ਆ, ਹੋ ਵੀ ਜਾਂਦੇ ਨੇ ਜਦੋਂ ਪਰਿਵਾਰਾਂ 'ਚ ਮਤਭੇਦ ਹੋ ਜਾਂਦੇ ਆ। ਕਾਰਨ ਕੀ ਹੁੰਦਾ, 2 ਸਾਲ 3 ਸਾਲਾਂ ਦੇ ਵਿੱਚ ਤਲਾਕ ਆਪਾਂ ਅਕਸਰ ਵੇਖਦੇ ਆ, 5-4 ਸਾਲਾਂ ਤੋਂ। ਪਰ ਐਂ ਨਹੀਂ ਵੇਖਿਆ ਜਿਵੇਂ ਕੋਈ ਐਂ ਕਹਿ ਦੇ ਵੀ ਆਹ ਚੱਕ 5 ਲੱਖ ਰੁਪਈਆ DSP ਸਾਹਿਬ ਦੇ ਕੋਲੇ ਤੇ ਵੀ ਸਾਡਾ ਬੱਚਾ ਫੜਾਓ। ਕੀ 5 ਲੱਖ ਦੀ ਇਹਦਾ ਮੁੱਲ ਪਾਇਆ? ਕੀ 5 ਲੱਖ ਬਹੁਤ ਮਹਿਣਾ ਰੱਖਦਾ ਇਹ ਬੇਟੀ ਲਈ? ਕੋਈ ਮੁੱਲ ਨਹੀਂ ਇੱਜ਼ਤਾਂ ਦਾ, ਕੋਈ ਮੁੱਲ ਨਹੀਂ। ਪਰਿਵਾਰ ਦੇ ਵਿੱਚ 15 ਸਾਲ ਤੁਹਾਡਾ ਧੰਦਾ ਉੱਥੇ ਢੋਇਆ ਇਹਨੇ, ਧੰਦਾ ਕੀਤਾ, ਵੱਡੇ ਆਪਰੇਸ਼ਨ ਨਾਲ 2 ਬੱਚੇ ਹੋਏ ਨੇ। ਅਸੀਂ ਆਖਿਆ ਅਸੀਂ ਬੇਟੀ ਨੂੰ ਵਸਾਉਣ ਆਏ ਆ, ਨਾ ਕਿ ਇਹਨੂੰ ਜਾੜਨ ਆਏ ਆ। ਇਹ ਜਾਊਗੀ ਕਿੱਥੇ? 2 ਬੇਟੇ ਆ, ਜੇ ਇਹ ਗਾਂਹ ਜਾਊਗੀ ਤੁਸੀਂ ਨਹੀਂ ਰੱਖਣਾ, ਤੁਸੀਂ ਆਦੇ ਆ ਵੀ ਗਾਂਹ ਤੋਰ ਦਿਓ, ਕਿੱਥੇ ਕੌਣ ਲੈ ਕੇ ਜਾਊ? ਗਾਂਹ ਜਿਹਨੂੰ ਤੋਰਨਾ ਉਹ ਵੀ ਅਕਸਰ ਬੱਚਾ ਭਾਲੂ। ਇਹਦੇ 9 ਐਕਸਰੇ ਹੋਏ ਨੇ, ਆ ਤੁਹਾਡੇ ਸਾਹਮਣੇ ਆ, ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ। ਇਹ ਭੈਣ ਦੇ ਐਕਸਰੇ, ਹਾਂ ਇਹ ਭੈਣ ਦੇ ਐਕਸਰੇ ਨੇ, ਇਹ ਸਾਹਮਣੇ ਸਬੂਤ ਨੇ, ਕੋਈ ਝੂਠ ਨਹੀਂ। ਆ ਇਹਦੀਆਂ ਫਾਈਲਾਂ ਦੀਆਂ ਰਿਪੋਰਟਾਂ ਨੇ, ਆਹ ਫਾਈਲਾਂ ਨੇ, ਸਭ ਕੁਝ। ਇਹ ਕਾਰਨ ਤੁਹਾਨੂੰ ਮੈਂ ਦੱਸਦਾ ਇਹ ਕੀ ਆ। ਕਾਰਨ ਇਹ ਸੀ 2020 ਦੇ ਵਿੱਚ, ਜਿਵੇਂ ਇਹਨਾਂ ਨੇ ਦੱਸਿਆ, ਉਹ ਮੈਂ ਰਿਪੀਟ ਨਹੀਂ ਕਰੂੰਗਾ, ਵੀ ਸਾਡੀ ਜ਼ਿੰਦਗੀ ਵਧੀਆ ਚੱਲਦੀ ਆ। ਟੂਰਿਸਟ ਵੀਜ਼ੇ ਤੇ ਉਹ ਕੈਨੇਡਾ ਚਲਾ ਜਾਂਦਾ, ਉਧਰ ਠਹਿਰ ਜਾਂਦਾ, ਬੇਟੀ ਨੂੰ ਨਹੀਂ ਬੁਲਾਇਆ ਜਾਂਦਾ। ਉਹ ਕਹਿੰਦਾ ਅਕਸਰ ਵੀਡੀਓ ਦੇ ਵਿੱਚ, ਜਦੋਂ ਪਹਿਲੀਆਂ ਵੀਡੀਓ ਆਈਆਂ, ਵੀ ਮੈਂ ਬੁਲਾਉਣਾ ਚਾਹੁੰਦਾ ਸੀ, ਮੈਂ ਫਾਈਲ ਤਿਆਰ ਕਰਾ ਰਿਹਾ ਸੀਗਾ, ਪਰ ਇਹਦਾ ਵੀਜ਼ਾ ਵੂਜਾ ਨਹੀਂ ਲੱਗਿਆ। ਨਹੀਂ, ਸਭ ਝੂਠ ਆ। ਵੀਡੀਓ ਦੇ ਵਿੱਚ ਇਹ ਕਿਹਾ ਗਿਆ ਉਹਦੇ ਵੱਲੋਂ ਵੀ ਮੇਰੇ ਭਰਾ ਦੇ ਉੱਤੇ ਇਹਨਾਂ ਨੇ ਕੇਸ ਕੀਤਾ ਹੋਇਆ। ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਦਿਆਂ, ਕੋਈ ਵੀ ਕੇਸ ਨਹੀਂ ਕੀਤਾ ਹੋਇਆ ਉਸ ਦੇ ਭਾਈ ਤੇ। ਇਹਨਾਂ ਨੇ ਕੋਈ ਕੇਸ ਨਹੀਂ ਚੱਲਦਾਗਾ, ਸਿਰਫ ਇਹਨਾਂ ਨੇ ਆਪ ਦਾ ਜਿਹੜਾ ਇਹਦਾ ਪਤੀ ਆ ਉਹਦੇ ਪਲਾਟ ਤੇ ਸਟੇ ਜ਼ਰੂਰ ਲਿਆ, ਵੀ ਕਿਉਂਕਿ ਉਹ ਇਹਦਾ ਹੱਕ ਵੀ ਬਣਦਾ ਵੀ ਕੋਈ ਪਲਾਟ ਵਗੈਰਾ ਵੇਚ ਨਾ ਦੇਵੇ, ਮੈਂ ਕੀ ਕਰੂੰ, ਮੇਰੇ ਬੱਚੇ ਕੀ ਕਰਨਗੇ। ਜੇਠ ਦੇ ਪਲਾਟ ਦੇ ਉੱਤੇ ਕੋਈ ਸਟੇ ਨਹੀਂ ਲਿਆ ਇਹਨਾਂ ਨੇ, ਠੀਕ ਹੈ। ਜਦੋਂ ਇਹਦੇ ਫੇਫੜਿਆਂ ਦੇ ਵਿੱਚ ਪਾਣੀ ਪੈ ਜਾਂਦਾ, ਜਦੋਂ 40 ਤੋਂ 45% ਡਾਊਨ ਹੋ ਜਾਂਦੀ ਆ, ਦਵਾਈ ਉਹਨਾਂ ਨੇ ਦਵਾਈ ਨਹੀਂ, ਦਵਾਈ ਦਵਾਉਣ ਇਹ ਇੱਥੋਂ ਜਾਂਦੇ ਨੇ, ਤਾਂ ਉਹਨਾਂ ਦੀ ਮਨਸ਼ਾ ਇਹ ਸੀ ਜਿਹੜੀ ਥਾਰ ਜੀਪ ਤੇ ਮੋਟਰਸਾਈਕਲ ਕਢਾਉਣ ਵਰਨੀ ਤਾਂ ਜਾਵੜੇ, ਇਹਨੂੰ ਦਵਾਈ ਦਵਾਉਣ ਵੱਲ ਨਹੀਂ ਗਏ। ਉਹ ਯਾਦ ਆ ਗਿਆ, ਕਿਉਂ ਵੀ ਇਹਨੇ ਤਾਂ ਬਚਣਾ ਨਹੀਂ। ਆਦੇ ਹੁੰਦੇ ਆ ਜਿਹਨੂੰ ਉੱਪਰ ਵਾਲਾ ਬਚਾਉਣ ਵਾਲਾ ਉਹਨੂੰ ਕੌਣ ਆ ਮਾਰਨ ਵਾਲਾ, ਜਾਗੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਠੀਕ ਹੈ। ਉਹਨਾਂ ਨੂੰ ਐਸੀ ਵੀ ਇਹਨੇ ਤਾਂ ਬਚਣਾ ਨਹੀਂਗਾ, ਤੇ ਥਾਰ ਜੀਪ ਤੇ ਬੁਲਟ ਮੋਟਰਸਾਈਕਲ ਸਾਨੂੰ ਫ੍ਰੀ ਰਹਿ ਜਾਊਗਾ। ਉਹਨਾਂ ਦੀ ਇਹ ਚੀਜ਼ ਨਾਲ, ਮਨਸ਼ਾ ਨਾਲ ਇਹਨੂੰ ਇਸਤੇਮਾਲ ਕਰ ਰਹੇ ਸੀ। ਉਸ ਤੋਂ ਬਾਅਦ ਕੀ ਹੁੰਦਾ, ਉਹਦੀਆਂ ਕਿਸ਼ਤਾਂ ਉਹ ਭਰ ਰਹੇ ਨੇ। ਉਸ ਤੋਂ ਬਾਅਦ ਇਹਨੂੰ ਕੁੱਟਮਾਰ ਕਰਕੇ ਇੱਥੇ ਭੇਜ ਦਿੰਦੇ ਨੇ। 10 ਮਹੀਨੇ ਇੱਥੇ ਬੈਠਦੀ ਆ, ਮੁੜ ਕੇ ਸਾਡੇ ਕੋਲੇ ਆਉਂਦੇ ਨੇ ਵਿਚਾਰੇ। ਪਿਛਲੇ 1 ਮਹੀਨੇ ਤੋਂ ਇਹ ਮੈਂ ਪੈਰਵਾਈ ਕਰ ਰਿਹਾ, ਸਾਡੀ ਜ਼ਿਲ੍ਹੇ ਦੀ ਟੀਮ ਵੀ ਗਈ ਆ, DSP ਸਾਹਿਬ ਨਾਲ ਮਿਲੇ ਆ, ਦੋਨਾਂ ਦੇ ਬਿਆਨ ਲਿਖ ਲਏ। ਜਦੋਂ ਉੱਥੇ ਉਹ ਬਹਿਸਬਾਜ਼ੀ 'ਚ ਆ ਕੇ ਵੀ 5 ਲੱਖ ਲੈ ਲਓ, ਅਸੀਂ DSP ਸਾਹਿਬ ਨੂੰ ਇਹ ਕਿਹਾ ਵੀ ਇਹਦੀ ਤਾਂ ਮਨਸ਼ਾ ਨਹੀਂ ਬਣਦੀ, ਤੁਸੀਂ ਮੁੰਡੇ ਨਾਲ ਕੈਨੇਡਾ ਗੱਲ ਕਰੋ ਤੇ ਗੁੜੀਆ ਦੀ ਸੱਸ ਨੂੰ ਬੁਲਾਓ ਵੀ ਕੀ ਚਾਹੁੰਦੇ ਆ। ਜੇ ਨਹੀਂ ਚਾਹੁੰਦੇ ਤੇ ਗੁੜੀਆ ਦਾ ਹਿੱਸਾ ਦਿਓ, ਘਰ ਦੇ ਵਿੱਚੋਂ ਜਿਹੜਾ ਅੱਧ ਆਉਂਦਾ 2 ਕਮਰੇ 4 ਕਮਰੇ ਆ ਤੇ ਇਹਨੂੰ 2 ਕਮਰੇ ਦਿਓ, ਜਿਹੜਾ ਕੋਈ ਪਲਾਟ ਵਗੈਰਾ ਉਹਦੇ ਵਿੱਚੋਂ ਹਿੱਸਾ ਦਿਓ ਤੇ ਬੈਠ ਜਾਊਗੀ, ਆਪਦਾ ਬੱਚਾ ਲੈ ਕੇ ਨਾ ਰੱਖਣ ਇਹ। ਪਰ ਉਹਦਾ 5 ਲੱਖ ਤੋਂ ਵੱਧ ਸਾਡੇ ਕੋਲੇ ਫੂਟੀ ਕੌੜੀ ਨਹੀਂ। ਅਸੀਂ ਉਸ ਤੋਂ ਦਫ਼ਤਰ ਦੇ ਵਿੱਚੋਂ ਬਾਹਰ ਆ ਜਾਂਦੇ ਆ, ਮੈਨੂੰ ਉਹਦੇ ਪ੍ਰਧਾਨ ਜੀ ਅਸੀਂ ਤੁਹਾਡੇ ਨਾਲ ਕੈਨੇਡਾ ਗੱਲ ਕਰਾਉਂਦੇ ਆ ਮੁੰਡੇ ਨਾਲ। ਜਦੋਂ ਅਸੀਂ ਖੜਦੇ ਆ ਬਾਹਰ, ਕੈਨੇਡਾ ਤੋਂ ਫੋਨ ਗੱਲ ਕਰ ਰਹੇ ਨੇ, ਜਦੋਂ ਮੈਂ ਕਹਿੰਦਾ ਮੇਰੀ ਗੱਲ ਕਰਾਓ ਤੇ ਫੋਨ ਲੈ ਕੇ ਮੈਥੋਂ ਦੂਰ ਹੋ ਜਾਂਦੇ ਨੇ, ਮੇਰੀ ਕੋਈ ਗੱਲ ਨਹੀਂ ਕਰੋ। ਜਾਣੀ ਕਿ ਜਿਹੜਾ ਜੇਠ ਆ ਜਠਾਣੀ ਆ ਉਹ ਇਸਤੇਮਾਲ ਕਰ ਰਹੇ ਆ ਇਹਦੇ ਪਤੀ ਨੂੰ, ਜਾਣੀ ਕਿ ਮਜਬੂਰ ਕਰ ਰਹੇ ਆ ਜਾਂ ਪ੍ਰੈਸ਼ਰ ਪਾ ਰਹੇ ਆ ਵੀ ਇਹਨੂੰ ਨਹੀਂ ਰੱਖਣਾ। ਕਾਰਨ ਕੀ, ਕਾਰਨ ਉਹਦੀ ਕਮਾਈ ਖਾ ਰਹੇ ਨੇ ਵੀ ਜੇ ਇਹ ਆ ਗਈ ਕੱਲ ਨੂੰ ਅੱਡ ਹੋ ਗਏ ਜਾਂ ਇਹ ਕੈਨੇਡਾ ਚਲੀ ਗਈ, ਕੱਲ ਨੂੰ ਸਾਨੂੰ ਕਿਹਨੇ ਦਿੱਤਾ। ਜਾਣੀ ਕਿ ਸਭ ਧੰਦੇ ਠੱਗੀਆਂ ਦੇ ਆ, ਪੈਸੇ ਦੇ ਲਾਲਚ ਦੇ ਵਿੱਚ ਅੰਨੇ ਹੋ ਕੇ ਰਿਸ਼ਤਿਆਂ ਨੂੰ ਤਾਰ-ਫੀਰ ਕਰ ਰਹੇ ਨੇ, ਬੱਚਿਆਂ ਦਾ ਕੈਰੀਅਰ ਬਰਬਾਦ ਕਰ ਰਹੇ ਨੇ। ਹੁਣ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦਾ, ਸਰਕਾਰ ਨੂੰ, DSP ਸਾਹਿਬਾਂ ਦੀ CBD ਵੀ ਨਾਰਮਲ ਕਾਰਵਾਈ ਬਣਦੀ ਆ ਜੋ ਅਸੀਂ ਕਰ ਦਿਆਂਗੇ। ਨਾਰਮਲ ਕਿਉਂ, ਇਹ ਤਾਂ ਧੋਖਾਧੜੀ ਤੇ ਠੱਗੀ ਤੇ 420 ਆ। ਕੈਨੇਡਾ ਗਿਆ, ਲਾਰਾ ਲਾ ਕੇ ਗਿਆ, ਉਧਰ ਠਹਿਰ ਗਿਆ, ਬਲੌਕ ਦੇ ਵਿੱਚ ਇਹਦੇ ਨੰਬਰ ਪਾਤੇ, ਇਹਦੇ ਨਾਲ 420 ਨਹੀਂ ਕੀਤੀ। ਧੋਖਾਧੜੀ ਦੇ ਨਾਲ ਦਸਤਖਤ ਗੂਠੇ ਕਰਾ ਕੇ ਅਸਟਾਮਾਂ ਤੇ ਵੀ ਤੈਨੂੰ ਅਸੀਂ ਬਾਹਰ ਭੇਜਦੇ ਆ, ਇਹਦੇ ਨਾਮ ਤੇ ਗੱਡੀਆਂ ਕਢਾਈਆਂ ਜਾਂਦੀਆਂ,
ਇਹ ਗਿੱਦੜਬਾਹਾ ਬੈਠੀ ਆ, ਉਹ 125 ਕਿਲੋਮੀਟਰ ਬੈਠੇ ਨੇ, ਇਹਨੂੰ ਕੁੱਟ ਮਾਰ ਕੇ ਬਾਹਰ ਕੱਢਤਾ। ਜੀਪ ਤੇ ਮੋਟਰਸਾਈਕਲ ਕੋਈ ਚਲਾ ਰਿਹਾ। ਇਹ 420 ਧੋਖਾਧੜੀ ਨਹੀਂ ਤੇ ਹੋਰ ਕੀ ਹੈ ਇਹ? ਇਹਨੂੰ ਘਰੋਂ ਬੇਘਰ ਕਰਤਾ, ਕੁੱਟ ਮਾਰ ਕੇ ਇਹਨੂੰ ਘਰੋਂ ਕੱਢਤਾ। ਧੋਖਾਧੜੀ ਤੇ 420 ਨਹੀਂ ਇਹ। ਜੇ ਇਹਦਾ ਬੇਟਿਆਂ ਨੂੰ ਮਾਂ ਤੋਂ ਅਲੱਗ ਕੀਤਾ ਜਾ ਰਿਹਾ, ਬੇਟੇ ਨਾਲ ਗੱਲ ਨਹੀਂ ਕਰਵਾਈ ਜਾ ਰਹੀ, ਇਹ ਕਿਹੜਾ ਕਾਨੂੰਨ ਆ? ਉਹਦਾ ਤਾਂ ਅਧਿਕਾਰ ਹੀ ਨਹੀਂ ਮਾਂ ਤੋਂ ਬੇਟੇ ਨੂੰ ਵੱਖ ਕਰਨ ਵਾਲਾ, ਉਹਨੂੰ ਦੂਰ ਕਰਤਾ। ਉਹਦੇ ਕੋਲੇ ਇਹ ਨਹੀਂ ਅਧਿਕਾਰ, ਉਹ ਕਹਦੇ ਆ ਚੱਕੋ ਪੈਸੇ ਤੇ ਤੂੰ ਤਲਾਕ ਤੇ ਸਾਈਨ ਕਰ, ਉਹਦੇ ਨਾਲ ਤਾਂ ਕੋਈ ਲੱਲਾ ਖੱਖੇ ਹੀ ਨਹੀਂ। ਉਹ ਬੰਦਾ ਇਹ ਕਹਿ ਰਿਹਾ ਕਿ ਉਹਨਾਂ ਤੇ ਕਾਰਵਾਈ ਨਹੀਂ ਬਣਦੀ, ਪਰਚਾ ਦਰਜ ਨਹੀਂ ਹੁੰਦਾ। ਕੀ ਹੁਣ 15-16 ਸਾਲ ਦੀ ਇਹ ਵਿਆਹੀ ਬੇਟੀ ਅੱਜ 33-34 ਸਾਲ ਦੀ ਵਿੱਚ ਹੋ ਗਈ ਹੈ, 2 ਆਪਰੇਸ਼ਨ ਹੋ ਚੁੱਕੇ ਆ, 9 ਐਕਸਰੇ ਹੋ ਗਏ ਆ, ਫੇਫੜਿਆਂ ਦੇ ਵਿੱਚ ਪਾਣੀ ਭਰਿਆ ਹੋਇਆ, ਬਿਮਾਰੀ ਨਾਲ ਜੂਝ ਰਹੀ ਹੈ। ਕੀ ਹੁਣ ਇਹ ਕਿੱਧਰ ਜਾਵੇ? ਇਹ ਕੀ ਹੋਇਆ ਵੀ ਅਸੀਂ ਤਾਂ ਇਹਨੂੰ ਰੱਖਣਾ ਹੀ ਨਹੀਂ? ਇਹ ਸਭ ਤੋਂ ਵੱਡੇ ਠੱਗ ਤੇ ਪੈਸੇ ਦੇ ਵਿੱਚ ਅੰਨੇ ਹੋ ਕੇ ਰਿਸ਼ਤਿਆਂ ਨੂੰ ਤਾਰ-ਫੀਰ ਕਰ ਰਹੇ ਨੇ। ਬੇਟੀ ਦੀ ਜ਼ਿੰਦਗੀ ਇਹਨਾਂ ਨੇ ਦਾਅ ਤੇ ਲਾਤੀ ਆ ਤੇ ਇਹਨਾਂ ਤੇ ਸਭ ਤੋਂ ਵੱਡੀ ਕਾਰਵਾਈ ਬਣਦੀ ਆ। ਅਸੀਂ ਪ੍ਰਸ਼ਾਸਨ ਨੂੰ ਆਖਦੇ ਆ, ਅਸੀਂ ਲਗਾਤਾਰ ਪ੍ਰਸ਼ਾਸਨ ਦੇ ਟੱਚ 'ਚ ਆ। ਸਾਨੂੰ ਇਹ ਕਿਹਾ ਜਾਂਦਾ ਸਰਕਾਰਾਂ ਵੱਲੋਂ ਵੀ ਇਹ ਵਜ੍ਹਾ ਨਹੀਂ ਵੇਂਦੇ ਹੁੰਦੇ, ਜਗ੍ਹਾ ਵੇਂਦੇ ਹੁੰਦੇ ਆ। ਅਸੀਂ ਸੋਡੇ ਵਰਗੇ ਵੀਰਾਂ ਦਾ ਸਹਾਰਾ ਲਿਆ ਵੀ ਆਵਾਜ਼ ਇਹ ਬੇਟੀ ਦੀ ਚੱਕੀ ਜਾਵੇ। ਕੱਲ ਨੂੰ ਜਾ ਕੇ ਬਾਈ ਚਾਂਸ ਇਹ ਬੇਟੀ ਤੇ ਨਾਲ ਅਸੀਂ ਬਾਰ 'ਚ ਜਾ ਕੇ ਬਹਿੰਦੇ ਆ, ਕੋਈ ਉੱਥੋਂ ਦਾ ਗਲੀ ਗਵਾਂਢ ਦਾ ਇਹ ਨਾ ਕਹਿ ਦੇ ਵੀ ਯਾਰ ਇਹ ਆ ਕੇ ਉਹੀ ਬਿਨਾਂ ਤੁੱਕ ਤੋਂ ਆ ਕੇ ਫੇਰ ਦਰੀ ਵਿਛਾਲੀ ਇਹਨਾਂ ਨੇ। ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸੱਚਾਈ ਦਾ ਸਾਹਮਣਾ ਆ ਜੇ ਵੀ ਆਹ ਕਰਨਾ। ਪਿਛਲੇ 2 ਦਿਨਾਂ 'ਚ ਮੈਨੂੰ ਧੂਰੀ ਤੋਂ ਫੋਨ ਆਏ ਨੇ ਵੀ ਭਰਾ ਮੇਰੋ ਅਸੀਂ ਤੁਹਾਡੇ ਨਾਲ ਆ, ਇਹਨਾਂ ਦਾ ਜਿਹੜਾ ਵਜ਼ੀਰ ਆ ਉਹ ਠੀਕ ਨਹੀਂ ਗਾ ਇੱਥੇ, ਇਹ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇਗੇ। ਆ ਐਡੀ ਵੱਡੀ ਧੱਕੇਸ਼ਾਹੀ ਇੱਥੇ ਛਪਾ ਰਹੇ ਨੇ ਤੇ ਸਾਡੀ ਹਮਦਰਦੀ ਬੇਟੀ ਦੇ ਨਾਲ ਆ। ਬਾਹਰੋਂ ਕੈਨੇਡਾ ਦੇ ਵਿੱਚੋਂ ਮੈਨੂੰ ਫੋਨ ਆਇਆ, ਰਾਜਪੁਰੇ ਤੋਂ ਮੁੰਡਾ ਹਰਦੇਵ, ਕੱਲ ਮੈਨੂੰ ਉਹਨੇ ਫੋਨ ਕੀਤਾ ਵੀ ਭਾਈ ਸਾਹਿਬ ਇਹ ਸਾਡੇ ਨਾਲ ਰਹਿੰਦਾ ਰਿਹਾ, ਹੁਣ ਇਹਨੇ ਚੇਂਜ ਕਰ ਲਿਆ, ਉੱਥੇ ਟਰਾਲਾ ਵਗੈਰਾ ਚਲਾਉਂਦਾ ਤੇ ਉੱਥੇ ਜਿਹੜਾ ਇਹਦਾ ਮਤਲਬ ਕਿ ਸਬੰਧ ਆ ਵੀ ਠੀਕ ਨਹੀਂ ਹੈ। ਚਲੋ ਉਹ ਤਾਂ ਮੈਂ ਆਪਾਂ ਅੱਖੀ ਨਹੀਂ ਦੇਖਿਆ, ਮੈਂ ਇੱਕ ਜ਼ਿੰਮੇਵਾਰ ਆਗੂ ਆ, ਮੈਂ ਇਹ ਗੱਲ ਬਿਨਾਂ ਦੇਖੇ ਨਹੀਂ ਕਹਿ ਸਕਦਾ, ਪਰ ਉਹਦੇ ਦੱਸਣ ਦੀ ਗੱਲ ਆ ਭਰਾ ਦੇ ਵੀਰ ਦੇ ਵੀ ਉੱਥੇ ਇਹਦਾ ਜਿਹੜਾ ਐਸ਼ ਅਜੈਸੀਆਂ ਕਰਦਾ, ਇਹ ਜਿਹੜਾ ਕਮਾਉਂਦਾ ਕੁਛ ਉੱਥੇ ਖਵਾ ਪਿਆ ਦਿੰਦਾ, ਕੁਛ ਮਾੜਾ ਮੋਟਾ ਆਪਦੇ ਭਰਾ ਭਰੂ ਨੂੰ ਭੇਜਦਾ ਜਾਂ ਨਹੀਂ, ਇਹ ਕੁਛ ਨਹੀਂ। ਤੇ ਇਹ ਇਸੇ ਕਰਕੇ ਆਪਦੀ ਪਤਨੀ ਤੋਂ ਦੂਰ ਹੋਣਾ ਚਾਹੁੰਦਾ, ਉਹਨੂੰ ਰੱਖਣਾ ਨਹੀਂ ਚਾਹੁੰਦਾ। ਇਹਦਾ ਵਤੀਰਾ ਬਹੁਤ ਗਲਤ ਆ ਬੰਦੇ ਦਾ। ਉਹਨਾਂ ਨੇ ਸਾਨੂੰ ਉੱਥੋਂ ਜਿਹੜੀ ਉਹਦੀ ਰਿਪੋਰਟ ਦਿੱਤੀ ਹੈ। ਪ੍ਰਧਾਨ ਸਾਹਿਬ, ਉਸ ਪਰਿਵਾਰ ਦੇ ਨਾਲ ਜਦੋਂ ਤੁਸੀਂ ਦਾ ਪਰਿਵਾਰ ਦੇ ਨਾਲ ਗੱਲਬਾਤ ਹੋ ਗਈ, ਮੁੰਡੇ ਦੇ ਨਾਲ ਗੱਲਬਾਤ ਹੋਈ, ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ? ਮੁੰਡਾ ਵੀਰੇ ਫੋਨ ਹੀ ਨਹੀਂ ਚੱਕ ਰਿਹਾ। ਕੋਈ ਨਹੀਂ ਚੱਕਦਾ ਨਾ ਜੀ। ਪਿਛਲੇ ਦਿਨਾਂ ਦੇ ਵਿੱਚ ਕੱਲ ਤੇ ਅੱਜ ਮੈਨੂੰ ਫੋਨ ਆਉਂਦੇ ਨੇ, ਇਹਨਾਂ ਦੀ ਮਾਸੀ ਜੀ ਦਾ ਲੜਕਾ ਕੋਈ ਮੇਰਾ ਮਿੱਤਰ ਆ ਗਾਂਧੀਗਾਂ, ਉਹਨਾਂ ਤੋਂ ਫੋਨ ਕਰਵਾਉਂਦਾ ਵੀ ਆਪਾਂ ਬਿੱਟੂ ਮੱਲਣ ਕੋਲੇ ਪਿੰਡ ਚੱਲਦੇ ਆ ਤੇ ਆਪਾਂ ਉਹਨਾਂ ਨੂੰ ਕਹਿੰਦੇ ਆ ਸਾਥੋਂ 5 ਲੱਖ ਰੁਪਇਆ ਲਓ ਤੇ ਨਿਬੇੜੋ। ਜਦੋਂ ਮੈਨੂੰ ਫੋਨ ਕਰਦੇ ਆ ਮੈਂ ਕਿਹਾ ਯਾਰ ਆਹ ਤਾਂ ਤਰੀਕਾ ਹੀ ਕਿਹੜਾ ਤੁਹਾਡਾ ਨਿਬੇੜਨ ਵਾਲਾ ਵੀ ਆਹ ਲਓ 5 ਲੱਖ ਤੇ ਨਿਬੇੜੋ। ਜੇ ਤਾਂ ਬੇਟੀ ਵਸਾਉਣੀ ਆ ਆਓ, ਜੇ ਤੁਸੀਂ ਬੇਟੀ ਨੂੰ ਨਹੀਂ ਵਸਾਉਣਾ ਚਾਹੁੰਦੇ, ਤੁਸੀਂ ਬੇਟੀ ਦਾ ਜਿਹੜਾ ਹੱਕ ਬਣਦਾ, ਉਹਦਾ ਹਿੱਸਾ ਬਣਦਾ ਉਹ ਦਿਓ, ਕਿਉਂਕਿ ਉਹਨੇ ਅੱਗੇ ਆਪਦੀ ਜ਼ਿੰਦਗੀ ਕੱਢਣੀ ਆ। ਇਸ ਮੈਟਰ ਤੇ ਤਾਂ ਤੁਹਾਡੀ ਕੋਈ ਗੱਲ ਦੋ ਰਸਤੇ ਤਾਂ ਆਪਾਂ ਕੱਢ ਸਕਦੇ ਆ। ਤੇ ਜਿਹੜਾ ਤਰੀਕਾ, ਅਫਸੋਸ ਦੀ ਗੱਲ ਇਹ ਆ ਵੀ ਅਜੇ ਵੀ ਉਹੀ ਤਰੀਕਾ ਅਪਣਾਈ ਬੈਠੇ ਨੇ ਵੀ 5 ਲੱਖ ਨੂੰ ਪਹਾੜ ਸਮਝ ਰਹੇ ਆ। ਫਿਰ ਉਹ ਤੀਜੇ ਥਾਂ ਆ ਕੇ ਉਹਦਾ ਨਹੀਂ ਕੋਈ ਅਧਿਕਾਰ। ਹਾਂ ਇਹਦੀ ਸੱਸ ਆਵੇ, ਠੀਕ ਹੈ, ਉਹ ਮੁੰਡਾ ਕੈਨੇਡਾ ਬੈਠਾ, ਇਹਦੀ ਸੱਸ ਦਾ ਹੁੰਦਾ, ਆਪਦੇ ਰਿਸ਼ਤੇਦਾਰ ਕੋਈ ਸਕੇ ਸੰਬੰਧੀ ਉਹਨਾਂ ਨੂੰ ਜ਼ਿੰਮੇਵਾਰ ਕਿਸੇ ਨੂੰ ਨਾਲ ਲੈ ਕੇ ਆਵੇ, ਉੱਥੇ ਗੱਲ ਕਰੇ ਬੈਠ ਕੇ। ਜੇ ਬੇਟੀ 'ਚ ਗਲਤੀ ਆ, ਕੋਈ ਗਲਤੀ ਕੱਢਣ ਵੀ ਇਹਦੀ ਇੱਥੇ ਮਿਸਟੇਕ ਆ ਭਾਈ, ਇਹ ਇੱਥੋਂ ਗਲਤੀ ਇਹਦੇ 'ਚ ਹੋਈ ਹੈ ਤੇ ਇਹ ਗਲਤੀ ਉਹ ਸਾਨੂੰ ਵੀ ਪਤਾ ਲੱਗੇ, ਸੁਧਾਰਨ। ਸਾਡੇ ਤਾਂ ਸਾਹਮਣੇ ਨਹੀਂ ਆ ਰਹੇ, ਸਾਡੇ ਸਾਹਮਣੇ ਤਾਂ ਇਹ 2 ਬੰਦੇ ਆ ਰਹੇ ਨੇ, 2 ਬੰਦੇ ਆ ਕੇ ਨਾਲ ਦੀ ਨਾਲ ਭੜਕ ਜਾਂਦੇ ਨੇ, ਨਾਲ ਦੀ ਨਾਲ ਬਹਿਸ ਸ਼ੁਰੂ ਕਰਨ ਲੱਗ ਜਾਂਦੇ ਨੇ। ਤੇ ਇੱਕ ਚੀਜ਼ ਉਹਨਾਂ ਕੋਲੇ ਜ਼ਰੂਰ ਹੁੰਦੀ ਹੈ ਵੀ 5 ਲੱਖ ਲਓ ਤੇ ਬੇਟਾ ਫੜਾਓ ਤੇ ਤਲਾਕ ਕਰਾਓ। ਸਾਡੇ ਬਹਿਸ ਦੇ ਵਿੱਚ ਕਹਿੰਦੇ ਕੀ ਆ? ਕੋਈ ਭੈਣ ਤੇ ਇਲਜ਼ਾਮ ਲਾਉਂਦੇ ਨੇ, ਕੀ ਕਹਿੰਦੇ ਨੇ, ਕੋਈ ਕਿਸੇ ਤਰ੍ਹਾਂ ਦਾ ਸਵਾਲ ਉਠਾਉਂਦੇ ਨੇ, ਕਹਿੰਦੇ ਕੀ ਨੇ ਬਹਿਸ ਦੇ ਵਿੱਚ? ਭੈਣ ਤੇ ਇਲਜ਼ਾਮ ਇੱਕ ਵੀ ਨਹੀਂਗਾ, ਇੱਕ ਇਲਜ਼ਾਮ ਵੀ ਨਹੀਂ ਸਿੱਧ ਹੋਇਆ ਉਹਨਾਂ ਤੋਂ। ਦੱਸਣ ਤਾਂ ਸਹੀ ਕੁਛ ਨਹੀਂ, ਬਸ ਅਸੀਂ ਰੱਖਣਾ ਹੀ ਨਹੀਂ ਚਾਹੁੰਦੇ। ਉਹਨਾਂ ਦਾ ਸਪਸ਼ਟ ਬਸ ਇੱਕ ਹੀ ਚੀਜ਼ ਹੈ ਵੀ ਮੈਂ ਇੱਥੇ ਰਹਿਣਾ, ਮੇਰੇ ਤੇ ਭੈਣ ਐਲੀਗੇਸ਼ਨ ਲਾਉਂਦੀ ਹੈ ਵੀ
ਇਹ ਮੇਰੇ ਨਾਲ ਗਲਤ ਇਸਤੇਮਾਲ ਕਰਦਾ, ਮੇਰੇ ਤੇ ਕੱਲ ਨੂੰ ਇਹ ਪਰਚਾ ਕਰਾ ਸਕਦੀ। ਅਸੀਂ ਆਖਿਆ ਵੀ ਬਿਲਕੁਲ ਠੀਕ ਹੈ, ਤੇਰੇ ਤੇ ਇਹ ਐਲੀਗੇਸ਼ਨ ਲਾਉਂਦੀ ਆ, ਠੀਕ ਹੈ, ਤੈਨੂੰ ਜਾਣ ਬੁੱਝ ਕੇ ਤੈਨੂੰ ਚੱਲ ਹੋ ਸਕਦਾ ਤੂੰ ਸੱਚਾ ਹੈ ਝੂਠੀ ਆ, ਮੰਨ ਲਿਆ, ਤੇ ਤੂੰ ਵੀਰ ਮੇਰਾ ਇਹਨੂੰ ਦੋ ਜਿਹੜੇ ਕਮਰੇ ਆ ਉਹਨਾਂ 'ਚ ਕੰਧ ਕੱਢ ਕੇ ਇਹਨੂੰ ਅੱਡ ਕਰ ਦੇ, ਤੇਰਾ ਤਾਂ ਲੱਲਾ ਕੱਖਾ ਹੀ ਨਹੀਂ। ਫਿਰ ਚੁੱਪ ਹੋ ਗਿਆ। ਫਿਰ ਉਹਨੇ ਉਦੋਂ ਬਾਅਦ ਕੋਈ ਨਹੀਂ ਜੀ ਅਸੀਂ ਇਹਨੂੰ ਰੱਖਣਾ ਨਹੀਂ। ਅਸੀਂ ਆਖਿਆ ਵੀ ਤੇਰੇ ਕੋਲੇ, ਮੈਂ ਕਿਹਾ ਵੀ ਕੀ ਅਧਿਕਾਰ ਆ ਇਹਨੂੰ ਰੱਖਣਾ ਜਾਂ ਨਾ ਰੱਖਣ ਦਾ, ਤੇਰੇ ਕੋਲੇ ਕੀ ਅਧਿਕਾਰ ਆ? ਫਿਰ ਚੁੱਪ। ਡਿਪਟੀ ਸਾਹਿਬ ਨੂੰ ਕਿਹਾ ਵੀ ਇਸ ਬੰਦੇ ਕੋਲੇ ਕੀ ਅਧਿਕਾਰ ਆ ਵੀ ਮੈਂ ਇਹਨੂੰ ਰੱਖਣਾ ਜਾਂ ਨਹੀਂ ਰੱਖਣਾ। ਉਹ ਇਹਦਾ ਪਤੀ ਕਹਿ ਸਕਦਾ, ਇਹਦਾ ਭਾਈ ਕਹਿ ਸਕਦਾ ਜਿਹੜਾ ਕੈਨੇਡਾ ਬੈਠਾ, ਤੇ ਉਹਦਾ ਭਰਾ ਕਿਵੇਂ ਕਹਿ ਸਕਦਾ ਮੈਂ ਇਹਨੂੰ ਰੱਖਣਾ ਜਾਂ ਨਹੀਂ ਰੱਖਣਾ? ਇਹ 2 ਬੱਚਿਆਂ ਦੀ ਮਾਂ ਤੁਸੀਂ ਜਸ ਵੀਰੇ, ਸਭ ਦੀਆਂ ਧੀਆਂ ਭੈਣਾਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ, ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। 16 ਤੋਂ 17 ਸਾਲ ਹੋ ਗਏ, 15 ਸਾਲ ਹੋ ਗਏ ਇਹਨੂੰ ਵਿਆਹੀ ਨੂੰ, 12 ਸਾਲ ਦਾ ਤਾਂ ਇਹਦਾ ਬੇਟਾ ਹੋ ਗਿਆ, 6 ਸਾਲਾਂ ਨੂੰ ਤਾਂ ਉਹ ਵਿਆਹੁਣ ਵਾਲਾ, ਤੇ ਇਹਨੂੰ ਅੱਜ ਘਰੋਂ ਬੇਘਰ ਕਰਤਾ। ਇਹ ਗੱਲ ਜਾਂਦੀ ਕਿੱਧਰ ਨੂੰ ਆ? ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਧੀਆਂ ਲਈ ਆਉਣ ਵਾਲੇ ਦਿਨਾਂ 'ਚ ਗੱਲਾਂ ਇਹ ਠੀਕ ਨਹੀਂ ਆ। ਫਿਰ ਤਾਂ ਹਰ ਇੱਕ ਹੀ ਕਹਿ ਦੂੰ ਮੈਂ ਨਹੀਂ ਰੱਖਣਾ, ਆ ਚੱਕ ਪੈਸੇ ਤੇ ਤੂੰ ਆਪਦਾ ਲੈ ਜਾ। ਕੈਨੇਡਾ ਨੇ ਸਾਡੇ ਘਰ ਪੱਟਤੇ ਨੇ, ਕਿਉਂਕਿ ਕੈਨੇਡਾ ਦੇ ਵਿੱਚ ਅਸੀਂ ਇੰਨੇ ਅੰਨੇ ਹੋ ਗਏ ਆ ਪੈਸਾ ਕਮਾਉਣ ਦੇ ਖਾਤਰ। ਅਸੀਂ ਆਪਦੇ ਬੱਚਿਆਂ ਤੇ ਇੰਨਾ ਪ੍ਰੈਸ਼ਰ ਪਾਤਾ ਵੀ ਜਦੋਂ ਤੁਸੀਂ ਕੈਨੇਡਾ ਅਮਰੀਕਾ ਦੀ ਧਰਤੀ ਤੇ ਉਤਰੋਗੇ ਤਾਂ ਫੇਰ ਹੀ ਤੁਹਾਨੂੰ ਰਿਸ਼ਤਾ ਹੋਊਗਾ, ਫੇਰ ਹੀ ਤੁਹਾਡੀ ਘਰ ਦੀ ਹਾਲਤ ਠੀਕ ਹੋਊਗੀ। ਤੇ ਅਸੀਂ ਤਾਂ ਐਂ ਸੋਚੀ ਬੈਠੇ ਜਿਵੇਂ ਕੈਨੇਡਾ ਦੇ ਵਿੱਚ ਧਾਂਗ ਲੱਗੀ ਪਈ ਆ ਵੀ ਜਹਾਜ਼ੋਂ ਉਤਰ ਕੇ ਤੇ ਝੋਲੇ ਭਰ ਲੈਣੇ ਆ। ਸਾਡੇ ਹਾਲਾਤ ਇਹ ਬਣ ਗਏ ਪੰਜਾਬ ਦੇ ਵਿੱਚ, ਧੀਆਂ ਅੱਜ ਸੁਰੱਖਿਅਤ ਨਹੀਂ ਕੈਨੇਡਾ ਦੇ ਕਾਰਨ। ਕੈਨੇਡਾ ਨੇ ਕਈ ਘਰ ਪੱਟ ਚੁੱਕੇ ਆ, ਤੇ ਅੱਜ ਉਹ ਭੈਣ ਇਹਨਾਂ ਦੇ ਵਿੱਚੋਂ ਇੱਕ ਆ ਜਿਹਦਾ ਅੱਜ ਘਰ ਪੱਟਿਆ ਜਾ ਰਿਹਾ ਸਿਰਫ ਕੈਨੇਡਾ ਦੀ ਵਜ੍ਹਾ ਦੇ ਨਾਲ। ਟੂਰਿਸਟ ਵੀਜ਼ੇ ਤੇ ਗਿਆ, ਕੁਛ ਮਹੀਨੇ ਇਹਦੇ ਨਾਲ ਰਿਸ਼ਤਾ ਰਿਹਾ, ਫੋਨ ਕਰਦਾ ਰਿਹਾ, ਉੱਥੇ ਉਹਨੇ ਜਦੋਂ ਲਗਾਤਾਰ ਉੱਥੇ ਰਿਹਾ, ਹੋਰਾਂ ਦੇ ਟੱਚ 'ਚ ਰਿਹਾ, ਇਹ ਤੋਂ ਦੂਰ ਹੁੰਦਾ ਗਿਆ, ਪਰਿਵਾਰ ਇਹ ਤੋਂ ਦੂਰ ਕਰਦਾ ਗਿਆ, ਤੇ ਅੱਜ ਇਹ ਸਥਿਤੀ ਆ ਗਈ। ਇਹਨਾਂ ਦੇ ਵਿੱਚ ਇੰਨਾ ਗੈਪ ਪਾਤਾ ਤੇ ਅੱਜ 2 ਘਰ ਪੱਟੇ ਜਾ ਰਹੇ ਨੇ। ਹੁਣ ਆਹ ਜਿਹੜਾ ਪਰਿਵਾਰ ਆ ਗਿੱਦੜਬਾਹਾ ਦਾ, ਸਾਡਾ ਜ਼ਿਲ੍ਹਾ ਮੁਕਤਸਰ ਦਾ, ਇਹ ਕਿਰਾਏ ਤੇ ਰਹਿ ਰਹੇ ਆ। 2009 ਦੇ ਵਿੱਚ ਇਹਦਾ ਪਿਤਾ ਚਾਹੁੰਦਾ ਸੀ 15 ਲੱਖ ਰੁਪਇਆ ਇਸ ਬੇਟੀ ਦੇ ਵਿਆਹ ਤੇ ਲਾਇਆ, ਕਿਉਂਕਿ ਉਦੋਂ ਇਹਨਾਂ ਦੇ ਪਰਿਵਾਰਕ ਹਾਲਾਤ ਠੀਕ ਸੀ। ਹੁਣ ਪੰਜਾਬ ਦੇ ਲੋਕ ਕਈ ਇਹ ਵੀ ਕਹਿਣਗੇ ਵੀ ਜਦੋਂ ਇਹ ਗਰੀਬ ਆ, ਅੱਜ ਦਿਨ ਬਦਲਣ ਦਾ ਨਹੀਂ ਪਤਾ ਲੱਗਦਾ, ਅਰਸ਼ ਤੋਂ ਫਰਸ਼ ਤੋਂ ਕਿਦੋਂ ਹੋ ਜਾਣਾ, ਫਰਸ਼ ਤੋਂ ਤੇ ਅਰਸ਼ ਤੋਂ ਕਿਦੋਂ ਹੋ ਜਾਣਾ। ਉਸ ਟਾਈਮ ਇਹ ਪਰਿਵਾਰ ਦੀ ਹਾਲਤ ਠੀਕ ਸੀ, ਪਿਤਾ ਦਾ ਸਾਇਆ ਇਹਦੇ ਸਿਰ ਤੇ ਸੀ। 15 ਲੱਖ ਰੁਪਇਆ ਇਹਦੇ ਵਿਆਹ ਤੇ ਲਾਇਆ, ਬੁਲਟ ਮੋਟਰਸਾਈਕਲ ਦਿੱਤਾ, ਤੇ ਉਸ ਤੋਂ ਬਾਅਦ 2017 ਦੇ ਵਿੱਚ ਪਿਤਾ ਦੀ ਡੈਥ ਹੋ ਜਾਂਦੀ ਆ। ਆ ਭਾਈ ਰਹਿ ਜਾਂਦੇ ਨੇ, ਪਰਿਵਾਰ ਦੇ ਵਿੱਚ ਗਰੀਬੀ ਵੱਧ ਜਾਂਦੀ ਆ, ਜ਼ਿੰਮੇਵਾਰ ਕੋਈ ਰਹਿ ਨਹੀਂ ਜਾਂਦਾ, ਕੰਮਕਾਰ ਠੱਪ ਜਾਂਦੇ ਆ। ਵਿਚਾਰਾ ਕਾਰਾਂ ਦਾ ਕੰਮ ਕਰਦਾ, 2-4 ਹਜ਼ਾਰ ਕੋਈ ਮਹੀਨੇ 'ਚ ਇੱਧਰ ਉੱਧਰ ਕਰਕੇ ਬਣਾਉਂਦਾ, ਤੇ ਸੰਗਰੂਰ ਜਾਂਦੇ ਆ 6000 ਰੁਪਇਆ ਗੇੜੇ ਦਾ ਇੱਕ ਵਾਰਾਂ ਲੱਗ ਜਾਂਦਾ। ਹੁਣ ਡੀਐਸਪੀ ਸਾਹਿਬ ਜਨਾਬ ਬਦਲ ਗਏ, ਉਹਦੇ ਬਾਅਦ ਅਸੀਂ ਮੰਗਲਵਾਰ ਦਾ ਦਿਨ ਰੱਖਾਂਗੇ, ਅਸੀਂ ਸੱਸ ਨੂੰ ਸੱਦਾਂਗੇ, ਅਸੀਂ ਉਹ ਮੁੰਡੇ ਨਾਲ ਕੈਨੇਡਾ ਗੱਲ ਕਰਾਂਗੇ, ਤੁਸੀਂ ਪ੍ਰਧਾਨ ਜੀ ਆਇਓ ਸਾਰੇ। ਹੁਣ ਕੀ ਹੁੰਦਾ, ਡੀਐਸਪੀ ਸਾਹਿਬ ਨਵੇਂ ਆ ਗਏ, ਉਹ ਆਦੇ ਅਸੀਂ ਤੁਹਾਡਾ ਬਿਆਨ ਹੁਣ ਦੁਬਾਰ ਤੋਂ ਕਰਾਂਗੇ, ਦੁਬਾਰ ਤੋਂ ਅਸੀਂ ਪਰਿਵਾਰ ਨੂੰ ਸੱਦਾਂਗੇ, ਫਿਰ ਉਹ 2 ਗੇੜੇ ਮਾਰਨਗੇ, ਫਿਰ ਸਾਡੇ ਬਿਆਨ ਲੈਣਗੇ, ਫਿਰ ਉਹਨਾਂ ਦੇ ਬਿਆਨ ਲੈਣਗੇ, ਫਿਰ ਉਹ ਰਿਪੋਰਟ ਬਣਾਉਣਗੇ, ਫਿਰ ਉਹ ਰਿਪੋਰਟ ਨੂੰ ਐਸਐਸਪੀ ਸਾਹਿਬ ਦੇ ਭੇਜਣਗੇ, ਫਿਰ ਉਹ ਇਨਕੁਆਇਰੀ ਕਰਨਗੇ, ਫਿਰ ਉਹ ਕਾਰਵਾਈ ਦੇਖਣਗੇ ਕਿ ਕੀ ਧਾਰਾ ਲੱਗਦੀ ਆ ਜਾਂ ਨਹੀਂ ਲੱਗਦੀ, ਫਿਰ ਇਹ ਐਂ ਚੱਕਰ ਲਾਉਂਦੇ ਰਹਿਣਗੇ। ਇਹਨਾਂ ਦੇ ਹਾਲਾਤ ਤਾਂ ਇਹ ਆ, ਇਹ ਤਾਂ 1 ਗੇੜਾ ਵੀ ਨਹੀਂ 6000 ਵੀ ਨਹੀਂ ਦੇ ਸਕਦੇ ਸੀ, ਜਿਹੜੇ 5 ਗੇੜੇ ਲਾਏ ਆਏ। ਤੇ ਫਿਰ ਜੇ 2 ਮਹੀਨੇ ਅਸੀਂ ਅਫਸਰ ਨੂੰ ਕਿਸੇ ਨੂੰ ਰਹਿਣ ਨਹੀਂ ਦਿੰਦੇ, ਫਿਰ ਉਹ ਡੀਐਸਪੀ ਸਾਹਿਬ ਦੀ ਬਦਲੀ ਹੋ ਜੂ, ਫਿਰ ਉਹ ਦੁਬਾਰ ਤੋਂ ਉਹ ਰਿਪੋਰਟਾਂ ਬਣਾਉਣਗੇ। ਕੀ ਇਹ ਬੇਟੀ ਫਿਰ ਐਂ ਚੱਕਰ ਕੱਢਦੀ ਰਹੂ? ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ। ਮੁੱਖ ਮੰਤਰੀ ਦਾ ਹਲਕਾ ਭਗਵੰਤ ਸਿੰਘ ਮਾਨ ਦਾ ਧੂਰੀ, ਮਾਨ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਆ ਧੀ ਨਾਲ ਐਡਾ ਵੱਡਾ ਧੱਕਾ ਹੋ ਰਿਹਾ। ਧੂਰੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਦਾ ਸੀ, ਆਮ ਪਿੰਡਾਂ ਦੇ ਵਿੱਚੋਂ, ਪਿੰਡਾਂ ਦੇ ਲੋਕਾਂ ਦੇ ਵਿੱਚੋਂ, ਸੱਥਾਂ ਚੋਂ ਸਰਕਾਰ ਚੱਲੂਗੀ, ਤੇ ਅੱਜ ਆ ਧੀ ਧੂਰੀ ਦੇ ਵਿੱਚ ਵਿਆਹੀ ਹੋਈ ਆ, ਜ਼ਿਲ੍ਹਾ ਮੁਕਤਸਰ, ਸ਼ਹਿਰ ਗਿੱਦੜਬਾਹਾ ਤੋਂ, ਤੇ ਅੱਜ ਇਹ ਧੀ ਦਾ ਘਰ ਪੱਟਿਆ ਗਿਆ, ਤੇ 2 ਬੇਟੇ ਆ ਇਹਦੇ, ਇੱਕ 12 ਸਾਲ ਦਾ, ਇੱਕ 5 ਸਾਲ ਦਾ, ਤੇ ਇਹਦਾ ਪਤੀ ਕੈਨੇਡਾ ਬੈਠਾ, ਇਹਦੇ ਨਾਮ ਤੇ ਗੱਡੀਆਂ ਕਢਾਈਆਂ ਹੋਈਆਂ, ਗੱਡੀਆਂ ਕੋਈ ਵਰਤ ਰਿਹਾ, ਨਾਮ ਤੇ ਕਿਸੇ ਦੇ ਆ। ਇਹ ਤਾਂ ਤੋਕੀ ਨਹੀਂ, ਕਹਿਣਗੇ ਕਿਸ਼ਤ ਆ, ਇਹਨੂੰ ਕੋਈ ਬੰਦਾ ਤਾਂ ਬਈ ਕਿਸ਼ਤ ਤਾਂ ਉਹ ਭਰ ਰਹੇ ਆ। ਤੇ ਮੈਂ ਕਿਹਾ ਵੀਰ ਜੀ ਹੁੰਟੇ ਵੀ ਉਹ ਹੀ ਲੈਂਦੇ ਆ ਕਿਸ਼ਤ, ਹੁਣ ਇਹ ਭਰਨ, ਅਸੀਂ ਤਾਂ ਆਦੇ ਹਾਂ ਕੰਪਨੀ ਨੂੰ ਫੜਾਓ ਗੱਡੀਆਂ,
ਇਹਨੇ ਵਿਚਾਰੀ ਨੇ ਕੀ ਕਰਨੇ ਆ, ਕੱਲ ਨੂੰ ਕੋਈ ਰੱਬ ਨਾ ਕਰੇ ਕੋਈ ਹਾਦਸਾ ਹੋ ਜੇ, ਇਹੀ ਪੁਲਿਸ ਤੇ ਇਹੀ ਪ੍ਰਸ਼ਾਸਨ, ਅੱਜ ਅਸੀਂ ਨਾ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਕਰਲਾ ਰਹੇ ਹਾਂ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਇਹ ਗੱਡੀਆਂ ਇਹਦੇ ਨਾਮ ਤੇ ਆ ਵਰਤ ਹੋ ਰਹੇ ਆ, ਕੱਲ ਨੂੰ ਕੋਈ ਘਟਨਾ ਹੋ ਜੇ ਤੁਸੀਂ ਕਾਰਵਾਈ ਕਰੋਗੇ। ਆਹ ਤੁਸੀਂ ਨੋਟ ਕਰ ਲਿਓ ਗੱਲ। ਤੇ ਅੱਜ ਇਹ ਸੁੱਤੇ ਪਏ ਨੇ ਤੇ ਕੱਲ ਨੂੰ ਠੂਆ ਵੱਜਣਗੇ ਗਿੱਦੜਵਾ, ਬਹਿੰਦਾ ਘਰ ਭਾਲ ਲੈਣਗੇ ਇਹਨਾਂ ਦਾ। ਅੱਜ ਹਾਲਾਤ ਇਹ ਬਣੇ ਪਏ ਆ, ਅਸੀਂ ਮੁੱਖ ਮੰਤਰੀ ਦਾ ਹਲਕਾ, ਇਦੋਂ ਵੱਡੀ ਤਾਂ ਕੋਈ ਗੱਲ ਨਹੀਂ ਹੋ ਸਕਦੀ, ਧੂਰੀ ਦੀ ਗੱਲ ਆ। ਤੇ ਜੇ ਉੱਥੇ ਵੀ ਪੁਲਿਸ ਪ੍ਰਸ਼ਾਸਨ ਟਾਲ ਮਟੋਲ ਕਰੇ ਤੇ ਫਿਰ ਅਫਸੋਸ ਦੀ ਗੱਲ ਹੈ, ਐਡਾ ਵੱਡਾ ਧੱਕਾ ਧੀ ਨਾ ਹੋਵੇ, ਐਡੀ ਵੱਡੀ ਧੋਖਾਧੜੀ ਇਸ ਧੀ ਨਾ ਹੋਵੇ। ਅੱਜ ਇਹਦਾ ਘਰ ਪੱਟਿਆ ਜਾ ਰਿਹਾ ਤੇ ਇਹਨੂੰ ਦੇਖ ਕੇ ਪਤਾ ਨਹੀਂ ਕਿੰਨਾ ਕੁ ਨੂੰ ਹੋਰ ਮੂੰਹ ਪਊਗਾ। ਤੇ ਅਸੀਂ ਆਦੇ ਆ ਇਹ ਚੀਜ਼ ਨੂੰ ਇੱਥੇ ਹੀ ਰੋਕਿਆ ਜਾਵੇ। ਸਾਨੂੰ ਕਹਿ ਦਿੰਦੇ ਆ ਜੱਸ ਬਾਈ ਵੀ ਇਹ ਸੜਕਾਂ ਜਾਮ ਕਰ ਦਿੰਦੇ ਆ, ਇਹ ਵਿਹਲੜ ਆ, ਕਮੈਂਟਾਂ ਦੇ ਵਿੱਚ ਵੀ ਬਹੁਤ ਕੁਝ ਸੁਣਦੇ ਆ ਵੀ ਇਹਨਾਂ ਨੂੰ ਹੋਰ ਕੋਈ ਕਿੱਤਾ ਹੀ ਨਹੀਂ। ਪਰ ਹੁਣ ਅੱਜ ਧੀ ਦੀ ਬਾਹ ਫੜੀ ਹੈ, ਜੇ ਇਹ ਧੀ ਖਾਤਰ ਵੀ ਸੜਕ ਤੇ ਬੈਠਣਾ ਪਵੇ ਤੇ ਧੀ ਖਾਤਰ ਵੀ ਭਾਵੇਂ ਯਾਰ ਡਾਂਗਾ ਖਾਣੀਆਂ ਪੈਣ, ਤੇ ਇਹਦੇ 'ਚ ਵਜ੍ਹਾ ਵਾਲੀ ਗੱਲ ਆ ਜਾਂ ਜਗ੍ਹਾ ਵਾਲੀ ਗੱਲ ਆ, ਇਹਦੇ 'ਚ ਪੰਜਾਬ ਦੇ ਲੋਕ ਦੱਸ ਦੇਣ ਅੱਜ ਜਿਹਦਾ ਘਰ ਪੱਟਿਆ ਜਾ ਰਿਹਾ, ਅੱਜ ਇਹ ਧੀ ਦਾ ਘਰ ਬਚਾਉਣਾ ਜ਼ਰੂਰੀ ਹੈ ਜਾਂ ਨਹੀਂ। ਅਸੀਂ ਤਾਂ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਹਾਂ, ਤੁਹਾਡੇ ਮਾਧਿਅਮ ਰਾਹੀਂ ਉਹ ਪਰਿਵਾਰ ਨੂੰ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਵੀ ਇਹ ਧੀ ਨੂੰ ਵਸਾ ਲਓ। ਅਸੀਂ ਤਾਂ ਉਹਨਾਂ ਦੇ ਹੱਥ ਬੰਨ੍ਹ ਕੇ ਪੱਗ ਪੈਰਾਂ 'ਚ ਵੀ ਰੱਖ ਦੂੰ ਮੈਂ ਤਾਂ ਵੀ ਇਹ ਧੀ ਨੂੰ ਵਸਾ ਲਓ। ਜੇ ਬਸਦਾ, ਅਸੀਂ ਕਿਸੇ ਦਾ ਘਰ ਨਹੀਂ ਪੱਟਣਾ ਚਾਹੁੰਦੇ, ਅਸੀਂ ਘਰ ਕਿਸੇ ਦਾ ਵਸਾਉਣ ਵਾਸਤੇ ਹੀ ਇਹ ਧੀ ਦਾ ਪੱਲਾ ਫੜਿਆ ਵੀ ਇਹਦਾ ਘਰ ਬਸ ਜੇ, ਬੱਚਿਆਂ ਦੀ ਮਾਂ ਅਲੱਗ ਨਾ ਹੋਵੇ, ਬੱਚਿਆਂ ਦਾ ਪਿਓ ਅਲੱਗ ਨਾ ਹੋਵੇ, ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰੋ। ਤੁਸੀਂ ਬਈ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਡੇ ਜਿਹੜੇ ਹੈਗੇ ਨੇ ਉਹ ਜੀਜਾ ਜੀ ਦੇ ਨਾਲ ਗੱਲਬਾਤ ਜੀ? ਜਦੋਂ ਤੋਂ ਇਹ ਕੈਨੇਡਾ ਗਏ ਆ ਜੀ, ਉਸ ਤੋਂ ਬਾਅਦ ਅਸੀਂ ਇੱਕ ਦੋ ਵਾਰੀ ਇਹਨਾਂ ਦੇ ਘਰੇ ਗਏ ਆ ਜੀ। ਇਹਨਾਂ ਦਾ ਮਾਸੀ ਦਾ ਬੇਟਾ ਗਗਨ ਤੇ ਇਹਨਾਂ ਦਾ ਜੇਠ ਡੈਵੀ ਤੇ ਬਾਕੀ ਇਹਨਾਂ ਦੇ ਕੁਝ ਹੋਰ 2-3 ਰਿਸ਼ਤੇਦਾਰ ਆਏ ਸੀਗੇ ਜੀ। ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ ਉਸ ਟਾਈਮ ਦੇ ਉੱਤੇ ਵੀ ਦੁਬਾਰਾ ਅਸੀਂ ਇਹ ਭੈਣ ਨਾਲ ਗੁੜੀਆਂ ਨਾਲ ਵੀ ਇਦਾਂ ਦਾ ਕੁਝ ਨਹੀਂ ਕਰਾਂਗੇ। ਉਸ ਤੋਂ ਬਾਅਦ 15-20 ਦਿਨ ਹੀ ਮਾਹੌਲ ਸੈੱਟ ਰਹਿੰਦਾ ਜੀ ਘਰ ਦਾ। ਫਿਰ ਮੇਰੀ ਭੈਣ ਦਾ ਫੋਨ ਆਉਂਦਾ ਵੀ ਮੈਨੂੰ ਰੋਟੀ ਨਹੀਂ ਦਿੰਦੇ ਜੀ ਜਾਂ ਫਲਾਨਾ ਤੇ ਅਮਕਾ, ਟੌਰਚਰ ਬਹੁਤ ਜ਼ਿਆਦਾ ਨਜਾਇਜ਼ ਟੌਰਚਰ ਕੀਤਾ ਜਾਂਦਾ। ਦਵਾਈ ਨਹੀਂ ਦਵਾਈ ਜਾਂਦੀ ਮੇਰੀ ਭੈਣ ਨੂੰ, ਦਵਾਈ ਮੈਂ ਇੱਥੋਂ ਗਿੱਦੜਵਾ ਤੋਂ ਜਾਂਦਾ ਜੀ, ਮੈਂ ਤੇ ਮੇਰੀ ਮੰਮੀ ਜਾਂਦੇ ਆ, ਅਸੀਂ ਉੱਥੋਂ ਆਪ ਦਵਾਈ ਦਵਾਉਣੀ ਹੈ। ਆਪ ਦਵਾਈ ਦਵਾਉਣੀ। ਤੇ ਇਸ ਤੋਂ ਪਹਿਲਾਂ ਵੀ ਕੁਝ ਇਦਾਂ ਦਾ ਹੁੰਦਾ ਰਿਹਾ ਜਦੋਂ ਤੁਹਾਡੇ ਜੀਜਾ ਜੀ ਇੱਥੇ ਸੀਗੇ, ਉਸ ਵੇਲੇ ਵੀ ਕੁਝ ਇਦਾਂ ਦੀ ਮਾਰ? ਉਸ ਵੇਲੇ ਚਲੋ ਜੀ ਐਂ ਹੁੰਦਾ ਹੈ ਵੀ ਜੇ ਦੋ ਘਰ ਮੰਨ ਲਓ ਪਰਿਵਾਰ ਹੈ ਤਾਂ ਮਾੜਾ ਮੋਟਾ ਤੁਹਾਨੂੰ ਪਤਾ ਘਰਾਂ ਦੇ ਵਿੱਚ ਅਣਬਣ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਹੈ ਵੀ, ਉਸ 'ਚ ਅਸੀਂ ਕਦੇ ਵੀ ਇੰਟਰਫੇਅਰ ਨਹੀਂ ਕੀਤਾ। ਤੇ ਉਸ ਤੋਂ ਬਾਅਦ ਤੁਸੀਂ ਤੁਹਾਡੇ ਜੀਜਾ ਜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਤੁਸੀਂ ਕੀਤੀ? ਮੈਂ ਕੋਸ਼ਿਸ਼ ਕੀਤੀ ਹੈ ਜੀ ਗੱਲਬਾਤ ਕਰਨ ਦੀ, ਮੇਰੇ ਨਾਲ ਇੱਕ ਅੱਧੇ ਵਾਰੀ ਗੱਲ ਕੀਤੀ ਹੈ। ਕੀ ਕਹਿੰਦੇ ਉਦੋਂ, ਕੀ ਕਹਿੰਦੇ? ਬਸ ਇਹੀ ਕਹਿੰਦੇ ਹੈ ਜੀ ਉਸ ਟਾਈਮ ਤੇ ਉੱਤੇ ਵੀ ਅਸੀਂ ਵੀ ਮੈਂ ਮੰਮੀ ਨੂੰ ਫੋਨ ਕਰ ਦੂੰਗਾ, ਮੈਂ ਵੀਰੇ ਨੂੰ ਸਮਝਾ ਦੂੰਗਾ, ਆਦੇ ਭਰਾ ਨੂੰ ਫੋਨ ਕਰ ਦੂੰਗਾ ਵੀ ਦੁਬਾਰਾ ਇਦਾਂ ਦਾ ਨਹੀਂ ਕੁਝ ਹੋਊਗਾ। ਫਿਰ ਉਸ ਤੋਂ ਬਾਅਦ ਮੇਰਾ ਨੰਬਰ ਹੀ ਬਲੌਕ ਕਰ ਦਿੰਦੇ ਆ ਜੀ। ਮੇਰੀ ਭੈਣ, ਹਾਂ ਮੇਰੀ ਭੈਣ ਨੂੰ ਜਦੋਂ ਮੇਰੀ ਭੈਣ ਫੋਨ ਕਰਦੀ ਹੈ ਜੀ, ਇਹਦੇ ਨਾਲ ਗਾਲੀ ਗਲੋਚ ਕਰਦੇ ਆ ਬਹੁਤ ਜ਼ਿਆਦਾ, ਇਹਦੀ ਤਾਂ ਗੱਲ ਹੀ ਨਹੀਂ ਸੁਣਦੇ ਹੈਗੇ। ਗੱਲ ਨਹੀਂ ਸੁਣਦੇ? ਹਾਂਜੀ। ਹੁਣ ਤੇ ਕਹਿੰਦੇ ਆ ਕਿ 5 ਲੱਖ ਲੈ ਲਓ। ਤੇ ਹੁਣ ਮਸਲਾ ਇਹ ਹੈ ਜੀ, ਅਸੀਂ ਡਿਪਟੀ ਸਾਹਿਬ ਤੇ ਪੇਸ਼ ਹੋਏ ਆ ਜੀ, 4-5 ਵਾਰੀ ਅਸੀਂ ਜਾਏ। ਇਹਦਾ ਜੇਠ, ਮੇਰੀ ਭੈਣ ਦਾ ਜੇਠ ਕਹਿੰਦਾ ਜੀ ਵੀ 5 ਲੱਖ ਰੁਪਏ ਲਓ, ਨਾਲ ਇਹਦਾ ਮਾਸੀ ਦਾ ਬੇਟਾ ਜੀ ਗਗਨ ਤਲਵੰਡੀ ਸਾਬੋ ਤੋਂ, ਉਹਦੀ ਇੰਟਰਫੇਅਰ ਬਹੁਤ ਜ਼ਿਆਦਾ ਹੈ ਜੀ ਇਹਨਾਂ ਦੇ ਪਰਿਵਾਰ ਦੇ ਵਿੱਚ। ਉਹਦੀ ਬਹੁਤ ਜ਼ਿਆਦਾ ਇੰਟਰਫੇਅਰ ਹੈ ਜੀ। ਉਹ ਤੇ ਇਹਦਾ ਜੇਠ, ਇਹ ਦੋਨੇ ਨਾਲ ਰਲ ਕੇ ਹੀ ਕਹਿੰਦੇ ਆ ਵੀ 5 ਲੱਖ ਰੁਪਏ ਲਓ। ਵੀ ਅਸੀਂ ਜੇ 5 ਲੱਖ ਹੀ ਲੈਣਾ ਹੁੰਦਾ ਤਾਂ ਫਿਰ ਇਹ ਜਿਹਾ ਪੈਸੇ ਦਾ ਲਾਲਚ ਕਰਨਾ ਹੁੰਦਾ ਵੀਰੇ, ਅਸੀਂ 2-4 ਮਹੀਨੇ 'ਚ ਇਹ ਜਿਹਾ ਕੁਛ ਕਰ ਲੈਂਦੇ। 15 ਸਾਲ ਹੋ ਗਏ ਮੇਰੀ ਭੈਣ ਨੂੰ ਵਿਆਹੀ ਨੂੰ। ਉਸ ਟਾਈਮ ਤੇ ਮੇਰੇ ਡੈਡੀ ਨੇ 15 ਲੱਖ ਰੁਪਏ ਲਾਇਆ ਸੀਗਾ ਜੀ ਵਿਆਹ ਤੇ ਜੀ। ਪੂਰਾ ਸੋਨਾ ਪਾਇਆ ਜੀ, ਹਰ ਇੱਕ ਚੀਜ਼ ਦਾ ਮੇਰੇ ਕੋਲੇ ਪ੍ਰੂਫ ਪਿਆ, ਵੀਡੀਓ ਪਈ ਹੈ, ਸਭ ਕੁਝ ਪਿਆ। ਹਾਂਜੀ। ਹੁਣ ਤੁਸੀਂ ਚਾਹੁੰਦੇ ਕੀ ਹੋ, ਮੰਗ ਕੀ ਹੈ ਤੁਹਾਡੀ? ਸਾਡੀ ਮੰਗ ਤਾਂ ਇਹ ਹੈ ਜੀ ਵੀ ਮੇਰੀ ਭੈਣ ਨੂੰ ਉੱਥੇ ਹੀ ਵਸਾਇਆ ਜਾਵੇ ਜੀ ਘਰੇ, ਤੇ ਇਹਦੇ ਜੇਠ ਦੀ ਤੇ ਇਹਦੇ ਆਪਣੇ ਗਗਨ ਦੀ ਇੰਟਰਫੇਅਰ ਘਰੇ ਨਾ ਹੋਵੇ ਜੀ। ਜਿੰਨਾ ਚਿਰ ਇਹਦੇ ਘਰ ਵਾਲਾ ਬਾਹਰ ਹੈ ਉਹਨਾਂ ਚਿਰ ਮੇਰੀ ਭੈਣ ਨੂੰ ਖਰਚਾ ਦਿੱਤਾ ਜਾਵੇ ਜੀ। ਠੀਕ ਹੈ ਜੀ। ਤੇ ਜਦੋਂ ਇੱਥੇ ਆਉਂਦਾ ਹੈ, ਉਹ ਇਹਨਾਂ ਦੀ ਮਰਜ਼ੀ ਹੈ ਵੀ ਇੱਥੇ ਇੰਡੀਆ ਰਹਿਣਾ ਜਾਂ ਇਹਨਾਂ ਨੇ ਕੈਨੇਡਾ ਰਹਿਣਾ, ਉਹ ਇਹਨਾਂ ਦੋਨਾਂ ਦੀ ਆਪਸ ਅੰਡਰਸਟੈਂਡਿੰਗ ਹੈ ਦੋਨਾਂ ਦੀ। ਪਰਿਵਾਰ ਦਾ ਹੁਣ ਗੁਜ਼ਾਰਾ ਜਿਵੇਂ ਘਰ ਆਪਣਾ ਕਿ ਕਿਰਾਏ ਤੇ? ਨਹੀਂ, ਘਰ ਅਸੀਂ ਰੈਂਟ ਤੇ ਰਹਿ ਰਹੇ ਜੀ, ਕਿਰਾਏ ਤੇ ਰਹਿ ਰਹੇ ਹਾਂ। ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ? ਪਰਿਵਾਰ ਦਾ ਜੀ ਮੇਰਾ ਛੋਟਾ ਭਰਾ ਹੈਗਾ ਜੀ, ਉਹ ਲੱਗਿਆ ਹੋਇਆ ਜੀ ਕੁਛ, ਬਸ ਮੈਂ ਮਾੜਾ ਮੋਟਾ ਗੱਡੀਆਂ ਦਾ ਕੰਮ ਕਰਦਾ ਜੀ। ਕੋਈ ਗੱਡੀ ਜਾਂ ਕੋਈ ਆ ਗਈ ਜਾਂ ਕੋਈ ਡਰਾਈਵਰੀ ਤੇ ਚਲਾ ਗਿਆ ਮੈਂ, ਬਸ ਇਦਾਂ ਮਾੜਾ ਮੋਟਾ ਕਰਦਾ ਪਰਿਵਾਰ। ਤੋਂ ਇੱਕ ਦੁੱਖ ਇਹ ਵੀ ਭੈਣ ਘਰੇ ਆ ਕੇ ਬੈਠੀ। ਹਾਂ, ਇਹ ਸਭ ਤੋਂ ਵੱਡਾ ਦੁੱਖ ਹੈ ਜੀ
ਸਾਡੇ ਵਾਸਤੇ ਕੀ ਹਰੇਕ ਪਰਿਵਾਰ ਵਾਸਤੇ ਹੀ ਇਹ ਦੁੱਖ ਹੈ ਜੇ ਕਿਸੇ ਦੀ ਧੀ ਭੈਣ ਨਾਲ ਇਦਾਂ ਦਾ ਕੁਝ ਹੁੰਦਾ ਹੈ। ਅੱਛਾ ਭੈਣੇ, ਢਿੱਡੋਂ ਜੰਮਿਆ ਹੁਣ ਕੋਈ ਯਾਦ ਤਾਂ ਫਿਰ ਆਉਂਦੀ ਹੋਣੀ ਆ ਵੱਡੇ ਬਹੁਤ ਯਾਦ ਆਉਂਦੀ ਹੈ ਵੀਰੇ ਮੈਨੂੰ ਵੀ ਬੇਟੇ ਦੀ, ਬਹੁਤ ਜ਼ਿਆਦਾ। ਹਰ ਪਲ ਚੇਤਾ ਆਉਂਦਾ ਹੋਣਾ। ਪਲ ਪਲ ਚੇਤਾ ਆਉਂਦੀਆਂ ਗੱਲਾਂ ਯਾਦ ਆਉਂਦੀਆਂ। ਭੈਣੇ ਕੀ ਮੰਗਾ ਹੁਣ, ਜਿਸ ਤਰ੍ਹਾਂ ਤੁਹਾਡੇ ਬ੍ਰਦਰ ਨੇ ਵੀ ਕਿਹਾ ਕਿ ਮੇਰੀ ਭੈਣ ਨੂੰ ਵਸਾਇਆ ਜਾਵੇ, ਤੁਸੀਂ ਚਾਹੁੰਦੇ ਕੀ ਹੋ, ਤੁਸੀਂ ਕੀ ਚਾਹੁੰਦੇ ਹੋ? ਮੈਂ ਤਾਂ ਇਹੀ ਚਾਹੁੰਦੀ ਹਾਂ ਵੀਰੇ, ਬਸ ਮੈਂ ਆਪਦਾ ਘਰ ਵਸਾਉਣਾ ਚਾਹੁੰਦੀ ਹਾਂ, ਉਹਦੇ ਬੱਚਿਆਂ 'ਚ ਰਹਿਣਾ ਚਾਹੁੰਦੀ ਹਾਂ। ਮੈਨੂੰ ਉੱਥੇ ਜਗ੍ਹਾ ਦਿੱਤੀ ਜਾਵੇ ਰਹਿਣ ਵਾਸਤੇ, ਮੈਨੂੰ ਮੇਰੇ ਜੇਠ ਨਾਲੋਂ ਅੱਡ ਕੀਤਾ ਜਾਵੇ। ਮੇਰੀ ਸੱਸ ਬੇਸ਼ੱਕ ਮੇਰੇ ਨਾਲ ਰਹਿ ਸਕਦੇ ਆ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਜੇਠ ਨਾਲ ਨਹੀਂ ਰਹਿਣਾ ਚਾਹੁੰਦੀ। ਮੈਨੂੰ ਉਹਨਾਂ ਨਾਲੋਂ ਵੱਖ ਕੀਤਾ ਜਾਵੇ। ਮੈਂ ਆਪਦੇ ਬੱਚਿਆਂ ਵਿੱਚ ਹੀ ਰਹਿਣਾ ਚਾਹੁੰਦੀ ਹਾਂਗੀ। ਮੇਰੇ ਬਰਾਬਰ ਦਾ ਜਵਾਕ ਹੋਇਆ ਪਿਆ ਵੱਡਾ, ਮੈਂ ਜਾਵਾਂ ਕਿੱਥੇ? ਮੈਨੂੰ ਕੋਈ ਰਾਹ ਨਹੀਂ ਦਿਖਦਾ ਵੀਰੇ। ਜਿਵੇਂ ਬਾਈ ਨੇ ਗੱਲ ਕਰੀ ਆ ਪ੍ਰਧਾਨ ਸਾਹਿਬ ਨੇ ਕਿ ਜੇਠ ਦੇ ਵੱਲੋਂ ਵੀ ਇਲਜ਼ਾਮ ਲਾਏ ਗਏ, ਤੁਹਾਡੇ ਗੈਵੀ ਸ਼ਾਇਦ ਨਾਮ ਉਹਨਾਂ ਦਾ, ਕੋਈ ਉਹਨਾਂ ਦੇ ਨਾਲ ਕੋਈ ਰੰਜਿਸ਼ ਆ, ਕੋਈ ਕੀ ਕਾਰਨ ਕੀ ਹੈ ਕਿ ਤੁਸੀਂ ਕਹਿੰਦੇ ਉਹਨਾਂ ਨਾਲ ਨਹੀਂ ਰਹਿਣਾ, ਕੀ ਖੜਕਦੀ ਕਿਉਂ, ਕੀ ਕਾਰਨ? ਉਹ ਵੀਰੇ ਬਸ ਮਾੜੀ ਮਾੜੀ ਗੱਲ ਤੇ ਲੜਨਾ ਝਗੜਨਾ, ਅੱਖਾਂ ਕੱਢਣੀਆਂ ਮੇਰੇ ਵੰਨੀ, ਹਨਾ, ਮਤਲਬ ਹੋਰ ਹੀ ਟਾਈਪ ਦਾ ਦੇਖਣਾ ਝਾਕਣਾ। ਉਹਨਾਂ ਝਾਕਣੀ ਬਹੁਤ ਗਲਤ ਹੈ ਵੀਰੇ, ਇੰਨੀ ਗਲਤ ਝਾਕਣੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਸ ਕਰਕੇ ਮੈਂ ਉਹਨਾਂ ਤੋਂ ਵੱਖ ਹੀ ਰਹਿਣਾ ਚਾਹੁੰਦੀ ਹਾਂ। ਮੈਂ ਆਪਦੇ ਬੱਚਿਆਂ 'ਚ ਬਸ ਰਹਿ ਲੂੰਗੀ ਆਪਣੀ ਸੱਸ ਨਾਲ। ਜਦੋਂ ਮੇਰੇ ਹਸਬੈਂਡ ਆ ਜਾਣਗੇ ਮੈਨੂੰ ਨਾਲ ਲੈ ਜਾਣ ਕੈਨੇਡਾ, ਬਸ ਮੇਰੀ ਇਹੀ ਮੰਗ ਹੈ। ਇਹੀ ਮੰਗ ਹਾਂਜੀ ਪ੍ਰਧਾਨ ਸਾਹਿਬ, ਇਹੀ ਮੰਗ ਆ ਕਿ ਵਸਾਇਆ ਜਾਵੇ। ਲਾਸਟ ਦੇ ਵਿੱਚ ਬਾਈ ਇਹੀ ਮੰਗ ਆ ਵੀ ਵਸਾਇਆ ਜਾਵੇ। ਬਾਈ ਇਹ ਜਾਊਗੀ ਕਿੱਥੇ? ਉਹ ਦੱਸ ਦੇਣ, ਅਸੀਂ ਉੱਥੇ ਛੱਡ ਆਵਾਂਗੇ। ਕਿੱਥੇ ਜਾਊਗੀ? 15 ਸਾਲ ਹੋ ਗਏ ਉਹਨਾਂ ਦੇ ਘਰ ਦੇ ਵਿੱਚ ਆ, ਬੱਚਿਆਂ ਦੀ ਮਾਂ, ਪਰਿਵਾਰ ਦਾ ਉਹਨਾਂ ਦਾ ਹਿੱਸਾ ਏ, ਇੱਕ ਅੰਗ ਆ ਉਹਨਾਂ ਦੇ ਪਰਿਵਾਰ ਦਾ ਇਹ। ਤੇ ਹੁਣ ਐਂ ਕਹਿ ਦੇਣਾ ਵੀ ਅਸੀਂ ਤਾਂ ਇਹਨੂੰ ਰੱਖਣਾ ਹੀ ਨਹੀਂ, ਇਹ ਤਾਂ ਬਈ ਕਿਤੇ ਵੀ ਕਾਨੂੰਨ ਦੇ ਪੰਨਿਆਂ 'ਚ ਨਹੀਂ ਦਰਜ। ਇਹ ਦੱਸ ਦੇਣ, ਉਹ ਦੱਸ ਦੇਣ ਇਹਨੂੰ ਕਿੱਥੇ ਛੱਡੇ। ਉਹਨਾਂ ਦੇ ਵੀ ਧੀ ਭੈਣ ਆ, ਸਾਡੇ ਵੀ ਧੀਆਂ ਭੈਣਾਂ। ਅਸੀਂ ਵੇਖਦੇ ਹਾਂ ਵੀ 15 20 ਸਾਲ ਹੋ ਗਿਆ ਵਿਆਹ ਨੂੰ, ਕੱਲ ਨੂੰ ਇਹਦਾ ਬੱਚਾ ਵਿਆਹਣ ਵਾਲਾ ਹੋ ਗਿਆ, ਵੀ ਹੁਣ ਇਹ ਕਹਿ ਦੇਣਾ ਅਸੀਂ ਇਹਨੂੰ ਰੱਖਣਾ ਨਹੀਂ, ਇਹ ਤਾਂ ਕਿਤੇ ਵੀ ਕਿਸੇ ਵੀ ਕਾਨੂੰਨ ਦੀ ਕਿਤਾਬ 'ਚ ਨਹੀਂ ਲਿਖਿਆ। ਤੇ ਅਸੀਂ ਇਹੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ, ਸਰਕਾਰ ਨੂੰ ਤੇ ਪੰਜਾਬ ਦੇ ਲੋਕਾਂ ਨੂੰ। ਮੈਂ ਇਹ ਅਪੀਲ ਕਰੂੰਗਾ, ਇਹ ਭੈਣ ਦੀ ਆਵਾਜ਼ ਬਣ ਕੇ ਸਾਰੇ ਆਓ ਤੁਸੀਂ। ਇਹ ਨਾ ਜਥੇਬੰਦੀਆਂ, ਸਾਰੀਆਂ ਜਥੇਬੰਦੀਆਂ, ਕੋਈ ਵੀ ਜਥੇਬੰਦੀ ਆ, ਸਮਾਜ ਸੇਵੀ ਆ, ਕੋਈ ਵੀ ਜੋ ਵੀ ਪੰਜਾਬ ਦੇ ਵਿੱਚ ਸਾਡੇ ਲੋਕਾਂ ਲਈ ਆਵਾਜ਼ ਚੱਕਦੇ ਆ, ਸਾਰਿਆਂ ਨੂੰ ਕਹੂੰਗਾ ਮੈਂ, ਇਸ ਭੈਣ ਦੀ ਆਵਾਜ਼ ਬਣ ਕੇ ਆਪਾਂ ਇਹ ਭੈਣ ਦਾ ਸਾਥ ਦੇਈਏ ਤੇ ਇਹਦਾ ਘਰ ਵਸਾਈਏ। ਜੇ ਉਹ ਇਹਨੂੰ ਜੇਠ ਨਾਲੋਂ ਵੱਖ ਕੀਤਾ ਜਾਵੇ, ਇਹਦਾ ਜਿਹੜਾ ਹਿੱਸਾ ਬਣਦਾ ਉਹ ਦਿੱਤਾ ਜਾਵੇ। ਸੱਸ ਇਹਦੀ ਮੇਰੇ ਨਾਲ ਰਹਿ ਸਕਦੀ ਆ, ਹਾਂ, ਇਹਦਾ ਘਰ ਵਾਲਾ ਖਰਚਾ ਭੇਜੇ ਉਧਰੋਂ, ਜਦੋਂ ਕੈਨੇਡਾ ਤੋਂ ਆ ਗਿਆ ਇੱਥੇ ਰਹਿਣਾ ਜਾਂ ਉੱਥੇ ਰਹਿਣਾ ਉਹ ਇਹਨਾਂ ਦੀ ਇੱਛਾ। ਤੇ ਪਰ ਇਹ ਕਹਿਣਾ ਵੀ ਅਸੀਂ ਰੱਖਣਾ ਨਹੀਂ, ਇਹ ਗੱਲ ਦੀ ਤੁੱਕ ਨਹੀਂ ਬਣਦੀ। ਫਿਰ ਸੰਘਰਸ਼ੀ ਆ ਤੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਭੈਣ ਦੀ ਸਾਰ ਲਈ ਜਾਵੇ। ਸਮਾਜ ਤਾਂ ਬਦਲੋ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਭੈਣ ਦੀ ਕਹਾਣੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ। ਕਿਸ ਤਰ੍ਹਾਂ ਦੇ ਨਾਲ ਭੈਣ ਦੇ ਦੱਸਣ ਮੁਤਾਬਕ ਆ ਕਿ ਕਿਸ ਤਰ੍ਹਾਂ ਦੇ ਨਾਲ ਜ਼ੁਲਮ ਹੋਇਆ ਹੈ। ਕਿ ਇੱਕ ਵੱਡੀ ਗੱਲ ਤਾਂ ਇਹ ਹੈ ਕਿ ਇੱਕ ਮਾਂ ਨੂੰ ਆਪਣੇ ਪੁੱਤ ਦੇ ਨਾਲ ਵੱਖ ਕਰਤਾ। ਭੈਣ ਕਹਿੰਦੀ ਕਿ ਦੂਸਰਾ ਵੀ ਪੁੱਤ ਮੇਰਾ ਲੈ ਨਹੀਂ ਸਕਦਾ। ਇੱਜ਼ਤ ਦਾ ਮੁੱਲ ਪਾਇਆ 5 ਲੱਖ ਰੁਪਏ ਕਿ ਦੂਜਾ ਮੁੰਡਾ ਵੀ ਜਿਹੜਾ ਆ ਉਹ ਸਾਨੂੰ ਦੇ ਦਿਓ ਤੇ ਆਹ ਚੱਕੋ 5 ਲੱਖ। ਪਰਿਵਾਰ ਇੰਨੇ ਯੋਗ ਵੀ ਹੈ ਨਹੀਂ ਕਿ ਕਿਸੇ ਤਰ੍ਹਾਂ ਦੀਆਂ ਕਾਰਵਾਈਆਂ ਤੇ ਜਾ ਸਕੇ। ਪਰਿਵਾਰ ਇੰਨੇ ਯੋਗ ਵੀ ਹੈ ਨਹੀਂ ਕਿ ਜਿਵੇਂ ਇੱਥੋਂ ਧੂਰੀ ਜਾਂਦੇ ਨੇ ਤਾਂ ਲਗਭਗ 6-7 ਹਜ਼ਾਰ ਰੁਪਏ ਗੱਡੀ ਲੈ ਜਾਂਦੀ। ਪਰਿਵਾਰ ਇੰਨੇ ਯੋਗ ਵੀ ਹਨ। ਇੱਕ ਦਿਹਾੜੀਦਾਰ ਮਜ਼ਦੂਰ ਜਿਹੜਾ ਹੈਗਾ ਉਹ ਪਰਿਵਾਰ ਹੈ। ਕੈਨੇਡਾ ਇੰਨੀ ਕੁ ਪਿਆਰੀ ਹੋ ਗਈ ਕਿ ਰਿਸ਼ਤੇ ਜਿਹੜੇ ਆ ਉਹੀ ਖਤਮ ਕਰਤੇ। 15 ਸਾਲ ਦਾ ਖਾਸ ਕਰ ਰਿਸ਼ਤਾ ਜਿਹੜਾ ਉਹ ਖਤਮ ਕਰਤਾ। ਦੂਜਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਕਾਰਨ ਕੀ ਆ। ਜੇਕਰ ਉਹ ਪੱਖ ਦੇਣ ਦੇ ਲਈ ਹਾਂ ਕਰਨਗੇ, ਉਹਨਾਂ ਤੱਕ ਪਹੁੰਚ ਜ਼ਰੂਰ ਕਰਾਂਗੇ ਕਿ ਭਾਈ ਪੱਖ ਜ਼ਰੂਰ ਦਿੱਤਾ ਜਾਵੇ ਤਾਂ ਜੋ ਪਤਾ ਜ਼ਰੂਰ ਲੱਗੇ ਕਿ ਜੇਕਰ ਇੱਕ ਪੱਖ ਇਹ ਹੈ ਤਾਂ ਦੂਸਰਾ ਪੱਖ ਕੀ ਹੈ। ਜਿਹੜੇ ਕਿਸੇ ਤਰ੍ਹਾਂ ਦੇ ਕੋਈ ਇਲਜ਼ਾਮ ਜਿਹੜੇ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਸਾਹਿਬ ਨੇ ਕਿਹਾ ਇਲਜ਼ਾਮ ਜਿਹੜੇ ਆ ਉਹ ਲਾਏ ਜਾਂਦੇ ਨੇ, ਕਿਸ ਤਰ੍ਹਾਂ ਦੇ ਇਲਜ਼ਾਮ ਨੇ ਉਹ ਹਰ ਸਵਾਲ ਰੱਖਣ ਦੀ ਕੋਸ਼ਿਸ਼ ਕਰਾਂਗੇ। ਉਸ ਵੀਰ ਅੱਗੇ ਵੀ ਸਵਾਲ ਰੱਖਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ ਤਾਂ ਤੈਨੂੰ ਰੱਖਣਾ ਹੀ। ਉਸ ਪਰਿਵਾਰ ਅੱਗੇ ਸਵਾਲ ਰੱਖਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਭਾਈ 5 ਲੱਖ ਲੈ ਲਾ ਤੇ ਉਸ ਤੋਂ ਬਾਅਦ ਜਿਹੜਾ ਹੈ ਸਾਡਾ ਜਵਾਕ ਸਾਨੂੰ ਦੇ ਦੇ। ਪੁੱਛਾਂਗੇ ਕਿ ਇੱਜ਼ਤ ਇੰਨੀ ਸਸਤੀ ਹੋ ਗਈ ਤੇ ਧੀਆਂ ਉਹਨਾਂ ਦੇ ਵੀ ਨੇ, ਇਹ ਵੀ ਇੱਕ ਘਰ ਦੀ ਧੀ ਹੈ। ਜੇਕਰ ਵਾਕਿਆ ਦੇ ਵਿੱਚ ਹੀ ਅਜਿਹਾ ਕਿਹਾ ਆ ਤੇ ਉਹ ਸ਼ਰਮਨਾਕ ਗੱਲ ਨਹੀਂ, ਕਿਉਂਕਿ ਇਹ ਉਹ ਆਪਣੇ ਤੇ ਲਾ ਕੇ ਦੇਖਣ ਦਾ ਸ਼ਾਇਦ ਪਤਾ ਫਿਰ ਲੱਗਦਾ ਹੈ। ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਆਪਣੇ ਦੋਸਤ ਜਸ ਕਰੇ ਬੰਦੇ। ਧੰਨਵਾਦ।
ਇਹਨਾਂ ਨੂੰ ਇੱਕ ਚੀਜ਼ ਪੁੱਛੋ, ਜੀ ਜਦੋਂ ਨਵੰਬਰ ਦੇ ਵਿੱਚ ਇਹ ਘਰੋਂ ਗਏ ਨੇ ਜੀ ਲੜ ਕੇ, ਠੀਕ ਹੈ ਜੀ, ਜੀ ਤਾਂ ਇਹ ਮੇਰੀ ਮੰਮੀ ਨੂੰ ਕਹਿ ਗਿਆ ਵੀ ਮੈਨੇ 20 ਦਿਨ ਉੱਥੇ ਲਾ ਕੇ ਆਣੇ ਆ, ਠੀਕ ਹੈ। ਇਹ ਤੁਹਾਡੇ ਮਦਰ ਨੂੰ ਕਹਿ ਗਏ ਸੀ? ਯਾ ਜੀ। ਤੇ ਮੇਰੀ ਮਦਰ ਨੇ ਕਿਹਾ ਵੀ ਤੁਸੀਂ ਬੌਬੀ ਨੂੰ ਫੋਨ ਕਰ ਲਓ ਵੀ ਮੇਰੇ ਨਾਲ ਫੋਨ ਤੇ ਗੱਲ ਹੋਈ, ਤੇ ਮੈਂ ਕਿਹਾ ਵੀ ਜੇ ਜਾਣਾ 20 ਦਿਨ ਤਾਂ ਕੋਈ ਚੱਕਰ ਨਹੀਂ, ਮੈਂ ਕਿਹਾ ਬੱਚੇ ਦੀ ਪੜ੍ਹਾਈ ਨੂੰ ਛਡਾਓ, ਵੀ ਬੱਚੇ ਨੂੰ ਸਕੂਲ ਜਾਣ ਦੋ, ਤੂੰ 20 ਦਿਨ ਲਾ ਕੇ ਆ ਜਾ। ਓਕੇ ਇਹ ਕਹਿੰਦੇ ਵੀ ਨਹੀਂ, ਪਹਿਲਾਂ ਤਾਂ ਕਹਿੰਦੀ ਠੀਕ ਆ ਵੀ ਮੈਂ ਬੱਚਾ ਛੱਡ ਜਾਂਦੀ ਆ। ਜੀ ਆਫਟਰ ਫਿਊ ਟਾਈਮਸ ਮੈਨੂੰ ਕਾਲ ਆਈ ਹੈ ਤੇ ਕਹਿੰਦੀ ਹੈ ਵੀ ਮੈਂ ਤਾਂ ਬੱਚਾ ਨਾਲ ਲੈ ਕੇ ਜਾਊਂਗੀ, ਰਾਈਟ। ਓਕੇ ਐਟ that time she talking too rude, ਓਕੇ ਤੁਹਾਡੇ ਨਾਲ ਜਾਂ ਤੁਹਾਡੇ ਮਦਰ ਨਾਲ? ਜਿੱਦਾਂ ਮੇਰੇ ਨਾਲ ਵੀ ਮੇਰੀ ਮਦਰ ਨਾਲ ਹੀ ਆਲਵੇਜ਼ ਵੀ ਲਾਈਕ ਸਾਡੇ ਕੋਲੇ ਉਸ ਚੀਜ਼ ਦੀ ਵੀਡੀਓ ਰਿਕਾਰਡਿੰਗ ਸਭ ਪਈ ਹੈ। ਓਕੇ ਇਹਨਾਂ ਨੇ ਕੀ ਪਲਾਨ ਕੀਤਾ, ਨਵੰਬਰ 'ਚ ਚਲੇ ਗਏ, ਦਸੰਬਰ ਐਂਡ ਇਹਨਾਂ ਨੇ ਸਾਡੇ ਤੇ ਕੇਸ ਫਾਈਲ ਕੀਤਾ ਓਕੇ ਵੀ ਮੇਰੇ ਵੱਡੇ ਬ੍ਰਦਰ ਨੇ ਇਹਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਮੁਕਤਸਰ ਵੂਮਨ ਸੈੱਲ ਦੇ ਵਿੱਚ ਸਾਡੇ ਤੇ ਕੇਸ ਲਾਇਆ ਓਕੇ ਵੀ ਮੇਰੇ ਬ੍ਰਦਰ ਵੀ ਮੈਨੂੰ ਦੋਸਤ ਉਹਦਾ ਘਰੋਂ ਜਿੰਦੇ ਤੋੜ ਕੇ ਕੱਢ ਕੇ ਲੈ ਕੇ ਗਿਆ। ਇਹਨਾਂ ਨੇ ਡੇਟ ਦਿੱਤੀ, ਟਾਈਮ ਦਿੱਤਾ। ਓਕੇ ਇਹਨਾਂ ਨੂੰ ਐ ਸੀ ਵੀ 2 ਮਹੀਨਿਆਂ ਬਾਅਦ ਤਾਂ ਰਿਕਾਰਡਿੰਗ ਡਿਲੀਟ ਹੋ ਜਾਣੀ ਹੈ ਓਕੇ ਸੀਸੀਟੀਵੀ ਕੈਮਰੇ 'ਚ, ਪਰ ਸਾਡੇ ਕੋਲੇ ਰਿਕਾਰਡਿੰਗ ਸੀਗੀ ਕਿਉਂਕਿ ਸਾਡੇ ਕੋਲੇ ਡਿਸਕ ਬੜੀ ਹਾਰਡ ਡਿਸਕ ਹੁੰਦੀ ਹੈ ਨਾ, ਕਾਫੀ ਵੱਡੀ ਲਾਈ ਹੋਈ ਸੀ। ਜੀ ਸਾਨੂੰ ਮੁਕਤਸਰ ਐਸਐਚ ਵੂਮਨ ਸੈੱਲ ਦੇ ਜਿਹੜੇ ਮੈਨੂੰ ਨਾਮ ਨਹੀਂ ਉਹਨਾਂ ਦਾ ਪਤਾ, ਮੈਨੂੰ ਯਾਦ ਨਹੀਂ, ਤੇ ਉਹਨਾਂ ਨੇ ਸਾਨੂੰ ਬਹੁਤ ਬੁਲਾਇਆ ਇੱਥੇ, ਰਾਈਟ। ਓਕੇ ਮੇਰੀ ਫੈਮਿਲੀ ਸਾਰੇ ਉੱਥੇ ਜਾਂਦੇ ਰਹੇ ਓਕੇ ਔਰ ਇਹ ਹੱਸਦੇ ਹੁੰਦੇ ਸੀ ਉੱਥੇ। ਕੌਣ ਤੁਹਾਡੇ ਵਾਈਫ ਚਲੋ, ਜਾਂ ਉਹਨਾਂ ਦਾ ਸਾਰੇ- ਪਰਿਵਾਰ ਪੂਰਾ? ਪੂਰਾ ਪਰਿਵਾਰ ਜੀ, ਓਕੇ ਪੂਰਾ ਪਰਿਵਾਰ। ਸਾਨੂੰ ਇੰਨਾ ਹਰਾਸ਼ ਕੀਤਾ ਇਹਨਾਂ ਨੇ, ਮੇਰੇ ਕੋਲੇ ਵਰਡਸ ਨਹੀਂ ਹੈਗੇ, ਓਕੇ ਠੀਕ ਹੈ ਜੀ। ਤੁਹਾਨੂੰ ਵੀ ਪਤਾ ਨਾ ਜੀ ਵੀ ਰੇਪ ਕੇਸ ਦੇ ਵਿੱਚ ਜ਼ਮਾਨਤ ਨਹੀਂ ਹੈਗੀ, 6 ਮਹੀਨੇ ਜੀ ਦੀ ਸਜ਼ਾ। ਜੀ ਜੀ ਇਹਨਾਂ ਨੇ ਪਾਇਆ, ਚਲੋ ਅਸੀਂ ਜਾਂਦੇ ਰਹੇ, ਅਸੀਂ ਸਾਰੇ ਸਬੂਤ ਪੇਸ਼ ਕੀਤੇ। ਜਿਹੜੇ ਦਿਨ ਦੀ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਉਹ ਦਿਨ ਦੀ ਰਿਕਾਰਡਿੰਗ ਦਿਖਾਈ, ਫੁਟੇਜ ਦਿਖਾਈ ਵੀ ਇਹ ਵਧੀਆ ਘਰੋਂ ਗਈ ਹੈ, ਰਾਈਟ। ਇਹ ਕਹਿੰਦੀ ਵੀ ਮੇਰੀ ਸੱਸ ਕਹਿੰਦੀ ਹੈ ਵੀ ਜੇ ਤੂੰ ਮੇਰੇ ਮੁੰਡੇ ਦੇ ਥੱਲੇ ਪਏਂਗੀ ਤਾਂ ਅਸੀਂ ਸਕੂਲ ਦੀ ਫੀਸ ਭਰਾਂਗੇ ਓਕੇ ਤੇਰੇ ਜਵਾਕਾਂ ਦੀ, ਇਹ ਤੁਹਾਡੇ ਤੇ ਇਲਜ਼ਾਮ ਲਾਏ? ਇਹ ਇਲਜ਼ਾਮ ਲਾਏ। ਓਕੇ ਤਾਂ ਸਾਨੂੰ ਆਫਟਰ 2 ਮੰਥਸ ਉੱਥੋਂ ਸਾਨੂੰ ਆਰਟੀਆਈ ਮਿਲੀ, ਮੇਰੇ ਖਿਆਲ 10 ਕੁ ਪੇਜਾਂ ਦੀ ਹੈ, ਜਿਹਦੇ ਵਿੱਚ ਜਿਹੜੇ ਵੂਮਨ ਸੈੱਲ ਦੇ ਸੀਨੀਅਰ ਆਫੀਸਰ ਸੀਗੇ ਉਹਨਾਂ ਨੇ ਲਿਖਿਆ ਵੀ ਕੁੜੀ ਸਰੇਆਮ ਝੂਠ ਬੋਲ ਰਹੀ ਹੈ, ਓਕੇ ਵੀ ਮੁੰਡੇ ਵਾਲੇ ਬਿਲਕੁਲ ਸਹੀ ਹੈ। ਓਕੇ ਹੈਲੋ ਹੈਲੋ ਸਾਨੂੰ ਆਰਟੀਆਈ ਮਿਲੀ ਉੱਥੋਂ ਜੀ ਵੀ ਕੁੜੀ ਸਰੇਆਮ ਝੂਠ ਬੋਲ ਰਹੀ ਹੈ। ਐਸਐਸਪੀ ਸਾਹਿਬ ਤੋਂ ਮਾਰਕੋ ਕੇ ਆਈ ਸੀਗੀ, ਮੈਨੂੰ ਨਹੀਂ ਪਤਾ ਵੀ ਕੀ ਪ੍ਰੋਸੀਜਰ ਹੁੰਦਾ ਜੀ ਉਹਦਾ, ਜੀ ਤੇ ਸਾਨੂੰ ਉੱਥੋਂ ਮਿਲੀ ਵੂਮਨ ਸੈੱਲ ਚੋਂ, ਤੇ ਅਸੀਂ ਉੱਥੋਂ ਬਰੀ ਹੋ ਗਏ ਵੀ ਕੁੜੀ ਬਹੁਤ ਝੂਠੀ ਹੈ, ਹਰੇਕ ਚੀਜ਼ ਸੇ ਝੂਠ ਬੋਲ ਰਹੀ ਹੈ, ਗਲਤ ਇਲਜ਼ਾਮ ਲਗਾ ਰਹੀ ਹੈ। ਜੀ ਦੇਖੋ ਆਪਣੀ ਇੰਡੀਆ ਦੀ ਸਰਕਾਰ ਇੰਨੀ ਵਧੀਆ ਹੈ, ਉਹ ਗਲਤ ਫੈਸਲਾ ਨਹੀਂ ਲਊਗੀ ਅਨਲੈਸ ਕਿ ਜਦੋਂ ਇੱਕ ਕੁੜੀ ਕੇਸ ਲਾਉਂਦੀ ਹੈ, ਠੀਕ ਹੈ ਜੀ ਜੀ। ਇਨ ਬਿਟਵੀਨ ਫਿਰ ਇਹਨਾਂ ਨੇ ਕੀ ਕੀਤਾ, ਸਾਡੇ ਤੇ ਗਿੱਦੜਵੇਹੇ ਐਸਐਚਓ ਥਾਣੇ 'ਚ ਕੇਸ ਲਾਇਆ। ਜੀ। ਇਹਨਾਂ ਨੇ ਰਾਜੇ ਵੜਿੰਗ ਦੇ ਪੀਏ ਤੋਂ ਕਹਾਇਆ, ਮੇਰੇ ਬ੍ਰਦਰ ਤੇ ਫੇਰ ਪਰਚਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਜੀ ਠੀਕ ਹੈ ਜੀ। ਅਸੀਂ ਉੱਥੋਂ ਵੀ ਬੜੇ ਸਬੂਤ ਸਾਰੇ ਪੇਸ਼ ਕਰਕੇ ਅਸੀਂ ਉੱਥੋਂ ਨਿਕਲੇ, ਹਨਾ ਜੀ। ਜੀ ਫਿਰ ਇਹ ਚਲੇ ਗਏ ਲੱਖੇ ਸਿਧਾਣੇ ਕੋਲੇ। ਲੱਖੇ ਸਿਧਾਣੇ ਕੋਲੇ ਗਏ ਤਾਂ ਸਾਨੂੰ ਉੱਥੋਂ ਧਮਕੀਆਂ ਆਈਆਂ। ਕਿੰਨਾ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਜੀ? ਆਈ ਡੋਨਟ ਨੋ ਦਾ ਨੇਮ। ਇਹ ਗਏ ਆ ਲੱਖੇ ਸਿਧਾਣੇ ਕੋਲੇ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਨਾ। ਸਾਨੂੰ Okay. ਉੱਥੋਂ ਕਾਲਸ ਆਈਆਂ ਨੇ ਕਿ ਤੁਸੀਂ ਆਓ ਸਾਨੂੰ ਮਿਲੋ ਇੱਥੇ, ਤੁਹਾਡਾ ਕੀ ਚੱਕਰ ਹੈ, ਓਕੇ ਠੀਕ ਹੈ ਜੀ। ਦੇਖੋ ਤੁਸੀਂ ਮੇਰਾ ਬ੍ਰਦਰ ਹੈਂਡੀਕੈਪਟ ਹੈ, ਮੇਰੀ ਮਦਰ 60 ਸਾਲ ਦੀ ਉਮਰ ਹੈ ਨਾ, ਮੈਂ ਹੈ ਨਹੀਂ। ਤੁਸੀਂ ਮੇਰੀ ਏਦਾਂ ਫੈਮਿਲੀ ਨੂੰ ਕਿਵੇਂ ਹਰਾਸ਼ ਕਰ ਸਕਦੇ ਹੋ, ਓਕੇ ਕਿਵੇਂ ਤੰਗ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ, ਠੀਕ ਹੈ ਜੀ। ਵਿੱਚ ਦੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਚਲੋ ਉਹਨੂੰ ਛੱਡੋ, ਮੈਂ ਬਾਅਦ ਚੋਂ ਕਰਦਾ ਤੁਹਾਡੇ ਨਾਲ ਗੱਲ, ਠੀਕ ਹੈ ਜੀ। ਇਹਨਾਂ ਨੇ ਉੱਥੇ ਲਾਇਆ, ਚਲੋ ਉੱਥੇ ਵੀ ਅਸੀਂ ਗੱਲਾਂ ਬਾਤਾਂ ਕਰੀਆਂ, ਚਲੋ ਉੱਥੋਂ ਵੀ ਕਹਿਣਾ ਛੜਾਇਆ, ਠੀਕ ਹੈ ਜੀ। ਫਿਰ ਇਹ ਆ ਗਏ ਜੀ ਵੂਮਨ ਸੈੱਲ ਹਾਈ ਕਮਿਸ਼ਨ ਵੀ ਹੈ ਕੋਈ ਚੰਡੀਗੜ੍ਹ ਜੀ, ਮੈਨੂੰ ਪਤਾ ਨਹੀਂ ਗਾ ਪੂਰਾ। ਜੀ ਜੀ ਇਹਨਾਂ ਨੇ ਉੱਥੇ ਕੇਸ ਫਾਈਲ ਕੀਤਾ ਜੀ।
ਉੱਥੇ ਇਹ ਕੇਸ ਫਾਈਲ ਕਰਦੇ ਨੇ ਵੀ ਮੈਨੂੰ ਕੁੱਟ ਕੇ ਘਰੋਂ ਕੱਢਿਆ। ਜੀ ਯਾਨੀ ਕਿ ਜਿੱਥੇ ਵੀ ਜਾਂਦੇ ਸੀ ਹਰੇਕ ਜਦੋਂ ਕੋਈ ਕੇਸ ਫਾਈਲ ਕਰਦੇ ਸੀ ਤਾਂ ਬਿਆਨ ਚੇਂਜ ਕਰ ਦਿੰਦੇ ਸੀ। ਜੀ ਠੀਕ ਹੈ ਜੀ, ਕੁੱਟ ਕੇ ਮੈਨੂੰ ਘਰੋਂ ਕੱਢਿਆ ਤੇ ਮੈਨੂੰ ਰੱਖਦੇ ਨਹੀਂ, ਮੇਰੇ ਨਾਂ ਤੇ ਗੱਡੀਆਂ ਕਢਾ ਲਈਆਂ, ਮੋਟਰਸਾਈਕਲ ਕਢਾ ਹਾਂ ਲਈਆਂ। ਇਹ ਗੱਲ ਜ਼ਰੂਰ ਕਰਦੇ ਆ, ਇੱਕ ਥਾਰ ਤੇ ਇੱਕ ਬੁਲਟ ਮੋਟਰਸਾਈਕਲ ਦੀ ਗੱਲ। ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਤੁਹਾਡੀ ਵਾਈਫ ਆ, ਠੀਕ ਹੈ ਜੀ, ਉਹ ਤੁਸੀਂ ਵਿਆਹੇ ਹੋਵੋਗੇ ਜੀ, ਉਹ ਤੁਹਾਡੇ ਨਾਲ ਰਹਿ ਰਹੀ ਹੈ। ਕੱਲ ਨੂੰ ਤੁਸੀਂ ਇੰਡੀਆ ਪੈਸੇ ਭੇਜਦੇ ਹੋ, ਮੰਨ ਲਓ ਮੈਂ ਪੈਸੇ ਤੁਸੀਂ ਭੇਜ ਦੋ, ਤੁਸੀਂ ਕਹੋ ਵੀ ਗੱਡੀ ਕਢਾ ਲਓ ਹਨਾ, ਤੁਸੀਂ ਆਪਣੀ ਵਾਈਫ ਦੇ ਨਾਂ ਤੇ ਗੱਡੀ ਕਢਾ ਲਓ ਤਾਂ ਤੁਸੀਂ ਕੋਈ ਗੁਨਾਹ ਕਰਤਾ ਉਸ ਚੀਜ਼ ਦਾ? ਪਰ ਉਹ ਕਹਿੰਦੇ ਮੈਨੂੰ ਦੱਸਿਆ ਹੀ ਨਹੀਂ ਇਸ ਚੀਜ਼ ਬਾਰੇ। ਉਹ ਕਹਿੰਦੇ ਮੈਥੋਂ ਸਾਈਨ ਕਰਵਾਈ ਗਏ ਖਾਲੀ ਕਾਗਜ਼ ਤੇ, ਮੈਨੂੰ ਦੱਸਿਆ ਹੀ ਨਹੀਂ ਕਿ ਤੁਹਾਡੇ ਸਿਰ ਤੁਹਾਡੇ ਨਾਮ ਤੇ ਗੱਡੀ ਜਿਹੜੀ ਆ ਕਢਵਾ ਰਹੇ ਆ। ਤੁਸੀਂ ਦੱਸਿਆ ਸੀ? ਸਰ ਮੈਨੂੰ ਇੱਕ ਗੱਲ ਦੱਸੋ, ਤੁਸੀਂ ਜਿਹੜੀ ਕੁੜੀ ਨੇ ਜਦੋਂ ਮੇਰੀ ਫਾਈਲ ਲਾਈ ਹੈ ਉਦੋਂ ਇੱਕ ਡਾਕੂਮੈਂਟ ਪੜਿਆ, ਔਰ ਜਿਹੜੀ ਫਾਈਲ ਦੀ ਗੱਲ ਕਰਦੇ ਨੇ ਨਾ ਇਹ ਵੀ ਭੱਜ ਗਿਆ, ਮੈਂ ਤੁਹਾਨੂੰ ਨਾ ਫਾਈਲ ਨੰਬਰ, ਇਹਦੇ ਬਾਇਓਮੈਟ੍ਰਿਕ ਲੈਟਰ, ਬਾਇਓਮੈਟ੍ਰਿਕ ਦੇ ਕੇ ਆਈ ਹੈ ਉਹਦਾ ਪ੍ਰੂਫ, ਇਹਦੀ ਰਿਫਿਊਜ਼ਲ ਲੈਟਰ, ਠੀਕ ਹੈ ਜੀ, ਕੱਲਾ ਸਬੂਤ ਦੇਵਾਂਗੇ। ਤੁਸੀਂ ਮੈਂ 10 ਗੱਲਾਂ ਕਹੀਆਂ ਨੇ ਇਹਨਾਂ ਨੇ, ਤੁਹਾਨੂੰ ਮੈਂ 20 ਦੇ ਜਵਾਬ ਦੇਵਾਂਗਾ, ਤੁਹਾਨੂੰ ਜਵਾਬ ਨਹੀਂ ਆਉਣਾ ਉਸ ਗੱਲ ਦਾ। ਮੈਂ ਬੋਲਣਾ ਗੱਲ ਨਹੀਂ ਕਰੂੰਗਾ। ਆਈ ਟਾਕ ਵਿਦ ਮਾਈ ਲੀਗਲ ਪ੍ਰੂਫਸ, ਐਵੀਡੈਂਸ। ਇੱਕ ਗੱਲ ਕਰੋਗੇ ਨਾ ਉੱਥੇ ਸਟਾਪ ਕਰਕੇ ਤੁਹਾਨੂੰ ਐਵੀਡੈਂਸ ਪ੍ਰੂਫ ਦਿਖਾਊਂਗਾ ਆਪਦੇ ਹੱਥ ਨਾਲ, ਆ ਦੇਖਿਓ, ਆ ਪੜੋ ਇਸ ਚੀਜ਼ ਨੂੰ, ਠੀਕ ਹੈ ਜੀ। ਤੇ ਚਲੋ ਜੇ ਮੈਂ ਗੱਡੀ ਮੋਟਰਸਾਈਕਲ ਇਹਦੇ ਨਾਂ ਤੇ ਲੈ ਲਿਆ, ਠੀਕ ਹੈ, ਇਹਨੂੰ ਸਭ ਪਤਾ ਹੈ, ਗੱਡੀ ਮੋਟਰਸਾਈਕਲ ਲਏ ਨੂੰ 2.5 ਸਾਲ ਮੋਟਰਸਾਈਕਲ ਲਏ ਨੂੰ ਹੋ ਗਏ, 2.5 ਸਾਲ ਗੱਡੀ ਲਏ ਨੂੰ ਹੋ ਗਏ। ਗੱਡੀ ਦਾ ਮੈਂ 11 ਲੱਖ ਰੁਪਏ ਭਰ ਚੁੱਕਿਆ, ਜੋ ਕਿ ਇੱਕ ਪੈਣੀ ਮੇਰੇ ਅਕਾਊਂਟ ਚ ਜਾ ਰਹੀ ਹੈ, ਇੱਕ ਪੈਣੀ, ਸਿੰਗਲ ਪੈਣੀ, ਕਿਉਂਕਿ ਸਾਰੀਆਂ ਸਟੇਟਮੈਂਟਾਂ ਪਈਆਂ A to Z। ਪਿਛਲੇ 14 ਸਾਲ ਦਾ ਰੈਕੋਰਡ ਦੇ ਦੂੰਗਾ ਜੇ ਇਹਦੇ ਘਰਦਿਆਂ ਨੇ ਕਦੇ ਜ਼ਿੰਦਗੀ ਚ ਇਹਦੇ ਅਕਾਊਂਟ ਦੇ ਵਿੱਚ 1 ਸੈਂਟ ਵੀ ਪਾਇਆ, ਠੀਕ ਹੈ ਜੀ। ਸਾਰੀ ਮੇਰੇ ਪੈਸੇ ਨੇ ਵੀ ਮੈਨੂੰ ਕੁੱਟ ਕੇ ਵੀ ਮੈਨੂੰ ਘਰੋਂ ਬਾਹਰ ਕੱਢਿਆ, ਠੀਕ ਹੈ ਜੀ। ਜੀ ਉਹ ਕੇਸ SSP ਸਾਹਿਬ ਤੋਂ ਮਾਰਕ ਹੋ ਕੇ ਧੂਰੀ DSP ਸਾਹਿਬ ਕੋਲ ਲਿਆ ਗਿਆ ਜੀ। ਇਹ ਜਦੋਂ ਵੀ ਆਉਂਦੇ ਆ ਉੱਥੋਂ 20-25 ਜਾਣੇ ਇਕੱਠੇ ਹੋ ਕੇ ਆ ਜਾਂਦੇ ਆ ਜੀ, ਠੀਕ ਹੈ ਜੀ। ਆ ਕੇ ਮੇਰੀ ਫੈਮਿਲੀ ਨੂੰ ਹਰਾਸ਼ ਕਰਦੇ ਆ। ਸਾਡੀ ਫੈਮਿਲੀ ਚੋਂ ਸਿਰਫ 2 ਬੰਦੇ ਜਾਂਦੇ ਆ, ਜੀ ਮੇਰਾ ਬ੍ਰਦਰ ਜਾਂਦਾ ਹੈ, ਮੇਰੀ ਮਾਸੀ ਦਾ ਬੇਟਾ ਜਾਂਦਾ ਹੈ, ਜੀ, ਠੀਕ ਹੈ ਜੀ। ਤੁਸੀਂ ਪਹਿਲਾਂ ਕੁਝ ਹੋਰ ਕਹਿ ਰਹੇ ਹੋ, ਫਿਰ ਕੁਝ ਹੋਰ ਕਹਿਣ ਲੱਗ ਜਾਂਦੇ ਹੋ, ਹਨਾ ਜੀ। ਫਿਰ ਉੱਥੇ ਹੁਣ ਕੇਸ ਚੱਲੀ ਗਿਆ, ਇਨ ਬਿਟਵੀਨ ਅਸੀਂ ਉੱਥੇ ਵੀ ਸਬੂਤ ਦਿਖਾਏ ਵੀ ਸਾਡੇ ਕੋਲੇ ਜੀ ਆਹ ਸਬੂਤ ਨੇ। ਮੇਰੀ ਮਾਂ ਨੂੰ ਇਹ ਵੀਡੀਓ 'ਚ ਕਹਿੰਦੀ ਆ, ਮੇਰੇ ਪਾਪਾ ਨੂੰ ਫੋਰਸ ਤੇ ਤਾਂ ਕੈਂਸਰ ਸੀਗਾ, ਤੁਹਾਨੂੰ ਵੀਡੀਓ ਦਿਖਾਊਂਗਾ, ਉਹਦੇ ਵਿੱਚ ਮੇਰੀ ਮਦਰ ਨੂੰ ਕਹਿ ਰਹੀ ਹੈ ਮੈਂ ਤੇਰੇ ਹੱਥ ਤੋੜ ਦੂੰਗੀ, ਓਕੇ, ਹਨਾ। ਆਈ ਹੈਵ ਦਾ ਫੁਟੇਜ, ਮੇਰੇ ਕੋਲ ਸਾਰੀ ਫੁਟੇਜ ਹੈ ਨਾ। ਔਰ ਇਹ ਕਹਿ ਰਹੇ ਨੇ ਕਿ ਵੀ ਇਹਨਾਂ ਨੇ ਸਾਡੇ ਕਮਰੇ ਤੱਕ ਕੈਮਰੇ ਲਾਏ। ਸਰ ਇਹ ਟੈਕਨੋਲੋਜੀ ਦਾ ਜ਼ਮਾਨਾ ਹੈ, ਜਦੋਂ ਇੱਕ ਕੈਮਰਾ ਲੱਗਿਆ ਹੁੰਦਾ ਨਾ ਘਰੇ, ਉਹ ਤੋਂ ਇੰਨਾ ਪਤਾ ਲੱਗ ਜਾਂਦਾ ਵੀ ਘਰ 'ਚ ਕਿੰਨੇ ਕੈਮਰੇ ਲੱਗੇ, ਜਦੋਂ ਰਿਕਾਰਡਿੰਗ ਹੁੰਦੀ ਹੈ। ਤਾਂ we will prove that also, ਅਸੀਂ ਉਹ ਵੀ ਪ੍ਰੂਫ ਕਰ ਦਾਂਗੇ। ਅਸੀਂ ਚੁੱਪਾਂ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਡੇ ਕੋਲ ਕੋਈ ਸਬੂਤ ਨਹੀਂ। ਸਾਡੇ ਕੋਲ 10 ਗੱਲਾਂ ਕਹੋਗੇ ਤਾਂ ਸਾਡੇ ਕੋਲ 20 ਦੇ ਸਬੂਤ ਨੇ। ਅਸੀਂ ਸਬੂਤ ਨਾਲ ਗੱਲ ਕਰਾਂਗੇ, ਅਸੀਂ ਗੱਲਾਂ ਨਾਲ ਗੱਲ ਨਹੀਂ। ਅੱਛਾ ਮੈਂ ਬੌਬੀ ਭਾਈ, ਮੈਂ ਜਿਹੜਾ 14 ਸਾਲ ਤੋਂ ਸੁਣੋ ਮੇਰਾ ਸਵਾਲ ਬਾਈ ਜੀ ਸੁਣੂਗਾ, ਮੇਰਾ ਸਵਾਲ ਵੀ ਲੈ ਲਓ ਕਿਰਪਾ ਕਰਕੇ। ਜਿਵੇਂ ਤੁਸੀਂ ਗੱਲ ਕਹੀ ਸੀ ਕਿ ਇੱਕ ਸੈਂਟ ਵੀ ਇਹਨਾਂ ਨੇ ਨਹੀਂ ਦਿੱਤਾ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਮੈਂ ਬਿਮਾਰ ਸੀ ਉਸ ਵੇਲੇ ਮੇਰੇ ਗਿੱਦੜਬਹੇ ਵਾਲਾ ਪਰਿਵਾਰ, ਭਾਵ ਮੇਰਾ ਪੇਕਾ ਪਰਿਵਾਰ, ਮੈਨੂੰ ਉੱਥੋਂ ਜਾ ਕੇ ਦਵਾਈ ਦਵਾਉਂਦਾ ਰਿਹਾ, ਉਹ ਆਉਂਦੇ ਰਹੇ। ਸੁਣੋ ਸਰ, ਸੁਣੋ, ਡਾਕਟਰ ਤਾਂ ਨਹੀਂ ਨਾ ਕਿਤੇ ਭੱਜਿਆ, ਨੈਂਸੀ ਸੰਗਰੂਰ ਤੋਂ। ਕੋਈ ਗੱਲ ਨਹੀਂ, ਆਪਾਂ ਉਹਨਾਂ ਦੀ ਇੰਟਰਵਿਊ ਲੈ ਲਾਂਗੇ, ਓਕੇ, ਕੋਈ ਗੱਲ ਨਹੀਂ ਸਰ, ਇਟਸ ਓਕੇ, ਨੋ ਵਰੀਜ਼, ਵੀ ਹੈਵ ਦ ਆਲ ਲੀਗਲ ਪ੍ਰੂਫਸ, ਕੋਈ ਚੱਕਰ ਨਹੀਂ। ਜੇ ਤੁਹਾਨੂੰ ਏਦਾਂ ਦੇਖੋ, ਮੈਂ ਤੁਹਾਨੂੰ ਗੱਲਾਂ ਨਾਲ ਕੁਝ ਮਰਜ਼ੀ ਕਹੀ ਜਾਵਾਂ, ਠੀਕ ਹੈ ਜੀ, ਬਿਲਕੁਲ ਗੱਲ ਤਾਂ ਪ੍ਰੂਫ ਤੇ ਆਉਗੀ, ਬਿਲਕੁਲ ਸਰ, ਪ੍ਰੂਫ ਤੇ ਆਉ। ਤੁਸੀਂ ਅੱਛਾ ਸਾਡੇ ਕੋਲ ਪ੍ਰੂਫ ਹੈ ਸਰ। ਓਕੇ, ਇੱਕ ਚੀਜ਼ ਹੋਰ ਮੈਂ ਹੋਰ ਸੁਣੋ ਸਰ, ਹੁਣ ਮੇਰੀ ਵੀ ਸੁਣ ਲਓ ਨਾ। ਜ਼ਰੂਰ ਸੁਣਾਓ। ਸਾਨੂੰ ਤਾਂ ਇਹਨਾਂ ਨੇ ਕਹਿਤਾ ਸੀ ਗਲਤ ਆ। ਮੇਰੇ 2 ਸਾਲੇ ਨੇ, ਉਹਨਾਂ ਦੋਨਾਂ ਦੀ ਘਰ ਵਾਲੀਆਂ ਕਿੱਥੇ ਨੇ ਸਰ? ਓਕੇ, ਵੱਡੀ ਨੂੰ ਛੱਡੇ ਨੂੰ 4 ਸਾਲ ਹੋ ਗਏ, ਜਿਹਨੂੰ ਕਹਿੰਦੇ ਨੇ ਵੀ ਸਾਡੀ ਕੁੜੀ ਸਾਡੀ ਨਹੀਂ ਹੈਗੀ। ਇੱਕ ਦਿਨ ਦੀ ਕੁੜੀ ਸੀ, ਇਹਨੂੰ ਛੱਡ ਕੇ ਪੇਕੇ ਭੇਜਤਾ ਸੀ ਵੀ ਇਹ ਸਾਡੀ ਕੁੜੀ ਨਹੀਂ ਹੈਗੀ। ਉਹਦੀ ਇੰਟਰਵਿਊ ਲਈ ਤੁਸੀਂ 4 ਸਾਲ ਹੋ ਗਏ ਉਹਨੂੰ, ਮੁੰਡਾ ਉਹਦਾ ਰੱਖੀ ਬੈਠੇ ਨੇ, ਕੁੜੀ ਇਹਨਾਂ ਨੇ ਉੱਥੇ ਛੱਡ ਰੱਖੀ ਹੈ ਮਲੋਟ। ਉਹਦੀ ਯਾਦ ਨਹੀਂ ਪੁੱਛਦੇ, ਕੇਸ ਚੱਲਦਾ ਮੇਰੇ ਵੱਡੇ ਸਾਲੇ ਤੇ। ਛੋਟੇ ਸਾਲੇ ਦਾ ਡਿਵੋਰਸ ਹੋਇਆ, ਇਹਨਾਂ ਨੇ ਮੇਰੇ ਤੋਂ ਪੈਸੇ ਲਏ ਨੇ, ਮੇਰੇ ਕੋਲ ਚੈੱਕ ਪਏ ਨੇ ਉਸ ਚੀਜ਼ ਦੇ। ਮੇਰੀ ਬੈਂਕ ਦੇ ਵਿੱਚੋਂ ਪ੍ਰੂਫ ਬੋਲਦੇ ਨੇ ਵੀ ਮੈਂ ਮੇਰੇ ਸਾਲੇ ਨੂੰ ਪੇਮੈਂਟ ਕੀਤੀ ਹੈ।